ਅਸੀਂ 484 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। ਗੁਰਕੀ ਸਾਹਿਬ ਇਹ ਨਾ ਇਹ ਇਕੱਠੇ 3 ਸ਼ਬਦ ਹੈਗੇ ਆ, ਮੇਰੇ ਖਿਆਲ 3 ਜਾਂ 4 ਸ਼ਬਦ ਹੈ, ਇਕੱਠੇ ਲੈਣੇ ਪੈਣੇ ਆ। ਤੇ ਜਿਹੜੇ 4 ਸ਼ਬਦ ਹੈਗੇ ਹਾਂਜੀ ਆਪਾਂ ਕਰ ਲੈਂਦੇ ਹਾਂ ਹਾਂਜੀ, ਕਿਉਂਕਿ ਇਹਦੇ ਨਾਲ ਜਿਹੜਾ ਹੈਗਾ ਆਪਾਂ ਨੂੰ ਪੂਰਾ ਗਿਆਨ ਜਿਹੜਾ ਹੈਗਾ ਉਹ ਸਬਜੈਕਟ ਪੂਰਾ ਆ ਜਾਂਦਾ ਇਹਦੇ ਵਿੱਚ। ਇਹ ਸਬਜੈਕਟ ਵਾਈਜ਼ ਹੈਗੇ ਆ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਗਿਆਨ ਆ ਸਬਜੈਕਟ ਵਾਈਜ਼ ਆ। ਅੰਗ ਜਿਹੜੇ ਹੈਗੇ 484 ਦੇ ਉੱਤੇ ਹੈਗੇ ਆ। ਅਸੀਂ ਕਬੀਰ ਜੀ ਦੀ ਬਾਣੀ ਆਸਾ ਰਾਗ ਦੇ ਵਿੱਚ ਲੈ ਰਹੇ ਹਾਂ, 34ਵਾਂ ਸ਼ਬਦ ਲੈ ਰਹੇ ਹਾਂ ਔਰ ਲੜੀ ਦਾ ਪਹਿਲਾ ਮੋਤੀ ਹੈਗਾ ਰਹੋ ਰਹੋ ਆਸਾ ਰਹੋ ਰਹੋ ਰੀਤ ਬਹੁਰੀਆ ਘੂੰਗਟ ਜਿਨ ਕਾਢੈ ਅੰਤ ਕੀ ਬਾਰ ਲਹੇਗੀ ਨਾ ਆਡਾ ਰਹਾਓ। ਹੁਣ ਜਿਹੜੀ ਹੈਗੀ ਜੀਵ ਇਸਤਰੀ ਨੂੰ ਕਹਿ ਰਹੇ ਆ ਭਾਈ, ਆਪਾਂ ਨੂੰ ਕਬੀਰ ਜੀ ਗਿਆਨ ਦੇ ਰਹੇ ਆ, ਕਹਿੰਦੇ ਤੂੰ ਆਪਣੇ ਪਤੀ ਤੋਂ ਘੁੰਡ ਕੱਢੀ ਜਾ ਰਹੀ ਹੈ, ਕਦ ਤੱਕ ਘੁੰਡ ਕੱਢੇਂਗੀ? ਜੀਵਨ ਤਾਂ ਥੋੜਾ ਜਿਹਾ ਹੈਗਾ ਤੇਰਾ। ਰਹੋ ਰਹੋ ਰੀ ਬਹੁਰੀਆ ਘੂੰਗਟ ਜਿਨ ਕਾਢੇ, ਜਿਨ ਦਾ ਮਤਲਬ ਕਿਉਂ, ਘੂੰਗਟ ਕਿਉਂ ਕੱਢ ਰਹੀ ਆ? ਪਰਮਾਤਮਾ ਤੇ ਤਾਂ ਨਾਲੋਂ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਨੂੰ ਤੂੰ ਜਿਹੜਾ ਹੈਗਾ ਉਹਦੇ ਵੱਲੋਂ ਘੂੰਗਟ ਕੱਢ ਰਹੀ ਆ, ਤੇ ਇਧਰ ਜਿਹੜਾ ਮਾਇਆ ਵੱਲੋਂ ਦੁਨੀਆ ਵੱਲ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਪੂਰੀ ਦੀ ਪੂਰੀ ਇਧਰ ਨੂੰ ਪੂਰੀ ਦੁਨੀਆ ਤੇਰੇ ਜਿਹੜੀ ਛਾਈ ਪਈ ਆ ਤੇਰੇ ਉੱਤੇ। ਰਹੋ ਰਹੋ ਰੀ ਬਹੁਰੀਆ ਘੂੰਗਟ ਜਿਨ ਕਾਢੇ, ਕਿਉਂ? ਕਹਿੰਦੇ ਰਹਿ ਇੱਥੇ ਹੀ ਪਤੀ ਦੇ ਨਾਲ, ਪਤੀ ਦੇ ਨਾਲ ਇੱਕ ਮਿਕ ਹੋ। ਪਰਮਾਤਮਾ ਜਿਹੜਾ ਹੈਗਾ ਆਪਣੇ ਪਤੀ ਨੂੰ ਪਤੀ ਦੇ ਵਾਸਤੇ ਕਰ ਸਾਰਾ ਕੁਝ। ਰਹੋ ਰਹੋ ਰੀ ਬਹੁਰੀਆ ਘੂੰਗਟ ਜਿਨ ਕਾਢੈ ਅੰਤ ਕੀ ਬਾਰ ਲਹੇਗੀ ਨਾ ਆਡੇ ਰਹਾਓ। ਕਹਿੰਦੇ ਸਮਾਂ ਖਤਮ ਹੋ ਜਾਣਾ, ਫਿਰ ਤੈਨੂੰ ਅੱਧੀ ਕੌਡੀ ਵੀ ਨਹੀਂ ਮਿਲਣੀ, ਅੱਧੀ ਕੌਡੀ ਦਾ ਵੀ ਨਹੀਂ ਮੁੱਲ ਤੇਰਾ ਇਹ ਸਰੀਰ ਦਾ ਪੈਣਾ, ਤੇਰੀ ਜੀਵਨ ਯਾਤਰਾ ਦਾ ਅੱਧੀ ਕੌਡੀ ਵੀ ਨਹੀਂ ਇਹਦੀ ਮੁੱਲ ਪਏਗਾ। ਘੂੰਗਟ ਕਾਢ ਗਈ ਤੇਰੀ ਆਗੈ, ਦੇਖ ਕਰੋੜਾਂ ਜਿਹੜੇ ਹੈਗੇ ਤੇਰੇ ਤੋਂ ਅੱਗੇ ਜਿਹੜੇ ਆ ਕਿੰਨੇ ਕੁ ਜਿਹੜੀਆਂ ਜੀਵ ਇਸਤਰੀਆਂ ਹੈਗੀਆਂ ਇਸ ਤਰ੍ਹਾਂ ਹੀ ਮਨੁੱਖੀ ਜੂਨ ਗਵਾ ਕੇ ਜਿਹੜੀਆਂ ਘੂੰਗਟ ਕੱਢ ਕੇ ਪਰਮਾਤਮਾ ਨਾਲੋਂ ਜਿਹੜੀ ਹੈ ਵਿੱਥ ਬਣਾ ਕੇ ਚਲੀਆਂ ਗਈਆਂ। ਉਨਕੀ ਗੈਲ ਤੋਹੇ ਜਿਨ ਲਾਗੇ, ਕਹਿੰਦੇ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੇ ਜੇ ਕਬੀਰ ਜੇ ਮਾਰਗ ਪੰਡਤ ਗਏ ਪਾਛੇ ਪੜੀ ਬਹੀਰ ਇੱਕ ਔਗਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਕਹਿੰਦੇ ਉਹਨਾਂ ਦੀ ਗੈਲ ਜਿਹੜੀ ਹੈਗੀ ਆ ਉਹ ਮਾਰਗ ਤੇ, ਜਿੱਥੇ ਮਾਰਗ ਤੇ ਦੁਨੀਆ ਗਈ ਆ ਤੂੰ ਕਿਉਂ ਜਾ ਰਹੀ ਆ? ਤੈਨੂੰ ਕਿਹਨੇ ਕਹਿਤਾ ਤੂੰ ਉਹਨਾਂ ਨੂੰ ਫਾਲੋ ਕਰ, ਮੈਜੋਰਟੀ ਨੂੰ ਫਾਲੋ ਕਰ। ਉਨਕੀ ਗੈਲ ਤੋਹੇ ਜਿਨ ਲਾਗੇ, ਕਿਉਂ ਉਹਨਾਂ ਦੀ ਗੈਲ ਕਿਉਂ ਫੜ ਰਹੀ ਹੈ ਤੂੰ? ਇਹ ਜਿਹੜਾ ਹੈਗਾ ਹਰਿਆਣੇ ਦੀ ਬੋਲੀ ਹੈ, ਗੈਲ ਗੈਲ ਆ ਜਾ, ਮਤਲਬ ਪਿੱਛੇ ਪਿੱਛੇ ਆ ਜਾ। ਘੂੰਗਟ ਕਾਢੇ ਕੀ ਇਹ ਬੜਾਈ ਦਿਨ 10-5 ਬਹੁ ਭਲੇ ਆਈ। ਕਹਿੰਦੇ ਘੂੰਗਟ ਕੱਢ ਲੈਂਗੇ ਪਰਮਾਤਮਾ ਵੱਲੋਂ ਵਿੱਥ ਬਣਾ ਕੇ ਰੱਖेंगे ਤੇ 5-10 ਦਿਨ ਜਿਹੜਾ ਤੇਰਾ ਜੀਵਨ ਹੈ, ਜਿਹੜੀ ਰਾਤ ਹੈ ਤੇਰੀ ਜਿਹੜੀ ਹੈ ਸੁਪਨੇ 'ਚ ਇਸ ਤਰ੍ਹਾਂ ਹੀ ਗੁਜ਼ਰ ਜਾਣੀ ਹੈ। ਤੇ ਲੋਕਾਂ ਦੇ ਦੁਨੀਆ ਅੱਛਾ ਪਰਮਾਤਮਾ ਵੱਲੋਂ ਘੂੰਗਟ ਕੱਢ ਲਿਆ ਤੇ ਦੁਨੀਆ ਵੱਲ ਜਿਹੜੀ ਹੈਗੇ ਆਪਾਂ ਹੋ ਗਏ, ਦੁਨੀਆ ਦੇ ਵਿੱਚ ਵਡਿਆਈ ਹੋ ਗਈ, ਬੜਾ ਨਾਮਨਾ ਹੋ ਗਿਆ, ਬੜਾ ਜੀ ਬੜੇ ਜੀ ਇਹ ਬੜੇ ਬਹੁਤ ਵਧੀਆ ਬੰਦੇ ਸੀਗੇ, ਦੇਖੋ ਇੰਨਾ ਕਰਤਾ ਉਹ ਕਰਤਾ। ਬਸ 4-5 ਦਿਨ ਜਿਹੜਾ ਦੁਨੀਆ ਨੇ ਭਲਾ ਭਲਾ ਕਹਿ ਦੇਣਾ, ਇਸ ਤੋਂ ਜ਼ਿਆਦਾ ਤੈਨੂੰ ਕੀ ਮਿਲਣਾ ਹੈ? ਦੱਸ ਦੁਨੀਆ ਦੇ ਜਿਹੜੇ ਆ ਸਾਰੇ ਇਹਨਾਂ ਦੇ ਇਹ ਦੁਨੀਆ ਦੇ ਵਿੱਚ ਤੇਰੀ ਪ੍ਰਸਿੱਧੀ ਦੇ ਇਸ ਤੋਂ ਇਲਾਵਾ ਕੀ ਲੱਭ ਜਾਣਾ ਤੈਨੂੰ? ਤੂੰ ਆਪ ਹੀ ਖਤਮ ਹੋ ਜਾਣਾ। ਸਰੀਰ ਦੀ ਪ੍ਰਸਿੱਧੀ ਹੈ, ਸਰੀਰ ਨੇ ਖਤਮ ਹੋ ਜਾਣਾ। ਹਾਂਜੀ ਗੁਰਕ ਸਾਹਿਬ, ਰਹੋ ਰਹੋ ਰੀ ਬਹੁਰੀਆ ਘੂੰਗਟ ਜਿਨ ਕਾਢੈ, ਕਿਉਂ ਘੂੰਗਟ ਕੱਢ ਰਹੀ ਆ? ਪਰਮਾਤਮਾ ਦੇ ਨਾਲ ਇੱਕ ਮਿਕ ਹੋ, ਮਾਲਕ ਪਰਮਾਤਮਾ ਵੱਲੋਂ ਸਾਰਾ ਦੁਨੀਆ ਦੀ ਤੂੰ ਪਰਵਾਹ ਨਾ ਕਰ, ਦੁਨੀਆ ਕੀ ਕਹਿੰਦੀ ਹੈ ਤੇ ਕੀ ਨਹੀਂ ਕਹਿੰਦੀ ਹੈ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਫੇਰ ਕਬੀਰ ਜੀ ਸਾਨੂੰ ਸਮਝਾ ਰਹੇ ਨੇ, ਕਹਿੰਦੇ ਕਿ ਤੂੰ ਜਿਹੜੀ ਚੀਜ਼ ਵੱਲ ਘੁੰਡ ਕੱਢਣਾ ਸੀ ਉਧਰ ਤੇ ਤੂੰ ਕੱਢ ਨਹੀਂ ਰਿਹਾ ਤੇ ਪਰਮਾਤਮਾ ਲਈ ਘੁੰਡ ਕੱਢਿਆ। ਹਾਂ, ਉਹ ਪੁਰਾਣੇ ਜ਼ਮਾਨੇ 'ਚ ਵੇਖਿਆ ਸੀ ਨਾ, ਕੋਈ ਬਜ਼ੁਰਗ ਘਰ 'ਚ ਰਹਿੰਦੇ ਸੀ ਤੇ ਜਨਾਨੀ ਘੁੰਡ ਕੱਢ ਲੈਂਦੀ। ਆਹੋ, ਪਤੀ ਤੋਂ ਵੀ ਘੁੰਡ ਕੱਢਦੀ ਸੀ, ਦਿਨੇ ਤਾਂ ਪਤੀ ਤੋਂ ਹੀ ਘੁੰਡ ਕੱਢ ਕੇ ਰੱਖਦੀ ਸੀ। ਆਹ ਉਹ ਸਭ ਸਾਨੂੰ ਸਮਝਾ ਰਹੇ ਨੇ ਕਿ ਮਤਲਬ ਕਿ ਪਰਮਾਤਮਾ ਦੇ ਵੱਲ ਘੁੰਡ ਕੱਢਣ ਦੇ ਨਾਲ ਤੇਰਾ ਜਿਹੜਾ ਜੀਵਨ ਸਿੱਧਾ ਨਹੀਂ ਹੋਣਾ। ਔਰ ਇਸ ਕਰਕੇ ਉਹ ਉਧਰ ਨਾ ਘੁੰਡ ਕੱਢ, ਕਿਉਂਕਿ ਤੂੰ ਜਿੱਥੇ ਘੁੰਮ ਰਿਹਾ ਨਾ ਉੱਥੇ ਫਾਇਦਾ ਕੁਝ ਨਹੀਂ ਹੈਗਾ। ਬਿਲਕੁਲ, ਕਿਉਂਕਿ ਤੇਰੀ ਡਾਇਰੈਕਸ਼ਨ ਜਿਹੜੀ ਆ ਉਹ ਇੱਕ ਵਨ ਸਾਈਡ ਆ,
ਜਿੱਥੇ ਤੈਨੂੰ ਜਾਣਾ ਚਾਹੀਦਾ ਤੂੰ ਉੱਥੇ ਜਾ ਨਹੀਂ ਰਿਹਾ, ਉੱਥੇ ਤੂੰ ਘੁੰਡ ਕੱਢਿਆ, ਮਤਲਬ ਇਹੋ ਹੀ ਆ ਕਿ ਉੱਧਰ ਤੇਰਾ ਧਿਆਨ ਨਹੀਂ ਹੈਗਾ, ਤੇਰਾ ਧਿਆਨ ਹੀ ਮਾਇਆ ਦੇ ਵੱਲ ਹੈ। ਬਿਲਕੁਲ। ਹਾਂਜੀ ਨੇ ਦੱਸੋ। ਤੇ ਕਹਿੰਦੇ ਜੀਵਨ ਖਤਮ ਹੋ ਜਾਣਾ ਤੇ ਅੰਤ ਕੀ ਬਾਹਰ ਲਹੇਗੀ ਨਾ ਅੱਡ, ਕਿ ਤੇਰੇ ਹੱਥ ਚ ਅੱਧੀ ਕੌਡੀ ਵੀ ਨਹੀਂ ਆਉਣੀ ਅਖੀਰ ਦੇ ਟਾਈਮ ਤੇ ਰਹਾ। ਹਾਂਜੀ ਠੀਕ ਹੈ ਜੀ। ਫਿਰ ਕਹਿੰਦੇ ਆ ਕਿ ਜਿੱਦਾਂ ਤੂੰ ਘੁੰਡ ਕੱਢ ਕੇ ਬੈਠਾ, ਹਾਂ, ਘੁੰਡ ਕੱਢਣ ਦਾ ਮਤਲਬ ਕਿ ਤੈਨੂੰ ਪ੍ਰਮਾਤਮਾ ਦੇ ਵੱਲ ਕੋਈ ਤੈਨੂੰ ਜਾਣ ਦੀ ਤੇਰੀ ਇੱਛਾ ਨਹੀਂ ਹੈਗੀ। ਬਿਲਕੁਲ। ਕਿਉਂਕਿ ਤੇਰਾ ਧਿਆਨ ਹੀ ਸੰਸਾਰ ਵੱਲ ਹੈ। ਔਰ ਦੇਖੋ ਹਾਂ ਪ੍ਰਮਾਤਮਾ ਵੱਲ ਤੇ ਕੋਈ ਜਾਂਦਾ ਹੀ ਨਹੀਂ ਨਾ। ਤਾਈਆਂ ਤੇ ਬਾਣੀ ਕੀ ਲਿਖਣਾ ਪਿਆ, ਕੋਟਣ ਮੈਂ ਇੱਕ ਕਿਤੇ ਇੰਨੀ ਭੀੜ ਥੋੜੀ ਹੈਗੀ ਹੈ। ਪਰਮਿੰਦਰ ਜੀ ਕੀ ਕਰ ਰਹੇ ਹੋ ਤੁਸੀਂ? ਪਰਮਿੰਦਰ ਬੰਦ ਕਰ ਦੋ ਮਾਈਕ। ਹਾਂਜੀ ਵੀਰ ਜੀ। ਹਾਂਜੀ ਜੀ ਸਾਹਿਬ ਹੁਣ ਅਭੀ ਤੋਂ ਬੋਲ। ਹਾਂ, ਘੂੰਘਟ ਕਾਟ ਗਈ ਤੇਰੀ ਆ ਗਏ। ਕਹਿੰਦੇ ਕਿੰਨੀ ਸ੍ਰਿਸ਼ਟੀ ਦੇਖ ਲਓ, ਕਿੰਨੇ ਕੁ ਇਨਸਾਨ ਜਿਹੜੇ ਹੈਗੇ ਇਸ ਤਰੀਕੇ ਦੇ ਨਾਲ, ਕਬੀਰ ਜੀ ਕਹਿੰਦੇ ਤੇਰੇ ਤੋਂ ਅੱਗੇ ਕਿੰਨੇ ਜਾ ਚੁੱਕੇ ਆ ਇਸ ਤਰ੍ਹਾਂ ਘੁੰਡ ਕੱਢ ਕੇ। ਮਾਲਕ ਪਰਮਾਤਮਾ ਦੇ ਵੱਲੋਂ ਜਿਹੜਾ ਹੈਗਾ ਅਵੇਸਲੇ ਹੋ ਕੇ ਔਰ ਦੁਨੀਆ ਦੇ ਵੱਲ ਜਿਹੜੇ ਹੈਗੇ ਐਕਟਿਵ ਹੋ ਕੇ, ਕਹਿੰਦੇ ਕਿੰਨੇ ਤੇਰੇ ਤੋਂ ਪਹਿਲਾਂ ਜਾ ਚੁੱਕੇ ਆ। ਹੁਣ ਕੀ ਗੈਲ ਤੋਹੇ ਜਿਨ ਲਾਗੇ, ਤੂੰ ਕਿਉਂ ਉਹਨਾਂ ਨੂੰ ਫਾਲੋ ਕਰ ਰਿਹਾ ਹੈ? ਦੱਸ ਦੇ, ਤੈਨੂੰ ਕੀ ਫਾਇਦਾ ਹੋ ਜਾਣਾ ਹੈ ਭਾਈ? ਹਾਂਜੀ ਹਾਂ ਬਿਲਕੁਲ ਠੀਕ ਹੈ ਜੀ। ਉਹ ਕਹਿ ਰਹੇ ਕਿ ਏਦਾਂ ਪਤਾ ਹੀ ਨਹੀਂ, ਅਣਗਿਣਤ ਲੋਕ ਹੀ ਉਹ ਸੰਸਾਰ ਦੇ ਵਿੱਚ ਉਲਝੇ ਰਹੇ। ਹਾਂ, ਉਹਨਾਂ ਕਿਤੇ ਇਹ ਨਹੀਂ ਸੋਚਣ ਦੀ ਕੋਸ਼ਿਸ਼ ਕੀਤੀ ਕਿ ਇਹ ਜਿਹੜਾ ਦਿਖਦਾ ਪਿਆ ਹੈ ਇਹਨੂੰ ਰਚਨਹਾਰਾ ਹੈ ਕੋਈ ਕਿ ਨਹੀਂ। ਜੇਕਰ ਹੈ ਤਾਂ ਕਿੱਥੇ ਆ? ਔਰ ਜੇਕਰ ਉਹਨਾਂ ਨੂੰ ਪਤਾ ਵੀ ਲੱਗਿਆ ਤੇ ਉਹਨਾਂ ਕਿਤੇ ਧਿਆਨ ਨਹੀਂ ਦਿੱਤਾ, ਅਵੇਸ ਲਈ ਸੁੱਤੇ ਲੰਘ ਗਏ। ਇਸੇ ਕਰਕੇ ਬਾਣੀ 'ਚ ਕਿਹਾ ਹੈ ਕਿ ਜਿਹੜਾ ਇਨਸਾਨ ਆ ਉਹ ਬਹੁਤ ਮਤਲਬ ਗਹਿਰੀ ਨੀਂਦ ਵਿੱਚ ਸੁੱਤਾ ਵਾ। ਇੰਨੀ ਤਗੜੀ ਨੀਂਦ ਆ ਉਹਨੂੰ ਕਿਤੇ ਵੀ ਯਕੀਨ ਨਹੀਂ ਆਉਂਦਾ। ਕੋਈ ਕਹਿੰਦਾ ਵਾ ਅਸਲ ਮੈਨੂੰ ਤੁਸੀਂ ਸਾਧ ਸੰਗਤ ਕਰ ਰਹੇ, ਤੁਹਾਨੂੰ ਪਤਾ ਹੈ ਕਿ ਪ੍ਰਮਾਤਮਾ ਹੈਗਾ। ਬਿਲਕੁਲ ਸਹੀ ਗੱਲ। ਇੱਕ ਰੋਟੀ ਤੱਕ ਨਹੀਂ ਬਣਦੀ ਰਸੋਈ ਦੇ ਵਿੱਚ, ਇੱਕ ਰੋਟੀ ਤੱਕ ਨਹੀਂ ਬਣਦੀ, ਇੱਕ ਫਸਲ ਦਾ ਇੱਕ ਦਾਣਾ ਤੱਕ ਆਪਣੇ ਆਪ ਨਹੀਂ ਉੱਗਦਾ ਜਿੰਨਾ ਚਿਰ ਆਪਾਂ ਬੀਜੀਏ ਨਾ। ਤੇ ਇੰਨਾ ਜਿਹੜਾ ਪ੍ਰਕਿਰਤੀ ਦਾ ਜਿਹੜਾ ਹੈ ਵਿਸਥਾਰ ਹੈਗਾ ਜਾਂ ਇੰਨਾ ਖਿਲਾਵ ਆ, ਇਹ ਕੌਣ ਆ, ਕਿੰਨੇ ਬਣਾਇਆ? ਪਰ ਬੰਦੇ ਦੇ ਮਨ 'ਚ ਕਿਤੇ ਹੁੰਦਾ ਕਿ ਇਹਦੇ ਮਗਰ ਕੋਈ ਪਰਮਾਤਮਾ ਰੂਪੀ ਸ਼ਕਤੀ ਹੈਗੀ ਨਾ। ਉਹ ਤੇ ਘੁੰਗੜ ਕੱਢ ਕੇ ਬੈਠਾ ਹੋਇਆ ਹੈ, ਕਹਿੰਤ ਭਾਵ ਉਧਰ ਦਾ ਧਿਆਨ ਹੀ ਨਹੀਂ ਹੈਗਾ। ਔਰ ਬਰੀਕ ਜਿਹੜਾ ਗੋਰਖੀ ਸਾਹਿਬ ਦੇਖੋ, ਬਾਲ ਨਾਲੋਂ ਵੀ ਬਰੀਕ ਜਿਹੜੀਆਂ ਨਸਾਂ ਹੈਗੀਆਂ ਜਿਨ੍ਹਾਂ ਦੇ ਵਿੱਚੋਂ ਦੀ ਖੂਨ ਜਾ ਰਿਹਾ ਆ, ਸਮਝ ਨਹੀਂ ਆ ਰਿਹਾ ਕਿਵੇਂ ਜਾ ਰਿਹਾ ਭਾਈ। ਇੱਥੋਂ ਤੱਕ ਕੀ ਆ, ਸਾਡੀ ਤੁਹਾਡੀ ਗੱਲ ਤੇ ਬੜੀ ਦੂਰ ਦੀ ਆ, ਆਪਾਂ ਤਾਂ ਕੁਝ ਵੀ ਨਹੀਂ ਹੈਗੇ। ਐਡੇ ਵੱਡੇ ਸਾਇੰਟਿਸਟ ਆ ਉਹ ਵੀ ਨਹੀਂ ਮੰਨਦੇ। ਆਪ ਜਸਟ ਸੋਚੋ ਕਿ ਮਾਇਆ ਕਿੰਨੀ ਪਾਵਰਫੁਲ ਹੋਊਗੀ। ਇੱਕ ਬੰਦਾ ਆ ਜਿਹੜਾ ਸਾਇੰਟਿਸਟ ਆ ਜਿਹਨੂੰ ਇੱਕ ਤੇ ਚੀਜ਼ ਦਾ ਪਤਾ, ਉਹ ਵੀ ਕਹਿੰਦਾ ਨਹੀਂ ਕੋਈ ਪ੍ਰਮਾਤਮਾ ਰੂਪੀ ਸ਼ਕਤੀ ਨਹੀਂ ਹੈਗੀ। ਉਹ ਵੀ ਘੁੰਗੜ ਕੱਢ ਕੇ ਬੈਠਾ ਹੋਇਆ ਹੈ। ਇੰਨਾ ਪਾਵਰਫੁਲ ਮਾਇਆ ਹੈ। ਮਾਇਆ ਦਾ ਪ੍ਰਤਾਪ ਦੇਖੋ, ਆਪ ਜਸਟ ਸੋਚੋ। ਇੱਕ ਆਮ ਆਦਮੀ ਹੈ ਜਿਹਨੂੰ ਪਤਾ ਕੁਛ ਨਹੀਂ ਹੈ, ਉਹ ਵੀ ਸੋਚਦੇ ਪਤਾ ਕੀ ਆ ਪ੍ਰਮਾਤਮਾ ਕਿੱਥੇ ਹੈਗਾ, ਮੰਦਿਰਾਂ 'ਚ ਹੈਗਾ, ਮਸਜਿਦਾਂ 'ਚ ਹੈਗਾ, ਗੁਰਦੁਆਰਿਆਂ ਦੇ ਵਿੱਚ ਬੈਠਾ ਹੈ। ਔਰ ਪ੍ਰਮਾਤਮਾ ਜੇ ਹੈਗਾ ਵੀ ਆ ਤੇ ਇੱਥੇ ਨਹੀਂ ਹੈਗਾ, ਉਹ ਕਿਤੇ ਹੋਰ ਬੈਠਾ ਹੈ। ਅਜੇ ਤੱਕ ਬੰਦੇ ਨੂੰ ਇਹ ਨਹੀਂ ਪਤਾ। ਕੋਈ ਵੀ ਦੁਨੀਆ ਤੇ ਵੇਖ ਲਓ, ਉਹ ਕਹਿੰਦਾ ਹੈ ਕਿ ਧਰਤੀ ਆਪੇ ਆ ਗਈ, ਸੂਰਜ ਆਪੇ ਆ ਗਿਆ, ਤਾਰੇ ਆਪਣੇ ਆਪ ਹੀ ਆ ਗਏ, ਕਿ ਪਤਾ ਨਹੀਂ ਹਵਾ ਕਿੱਥੋਂ ਆ ਗਈ, ਤੇ ਪਾਣੀ ਵੀ ਆਪਣੇ ਆਪ ਹੀ ਆ ਗਿਆ, ਆਕਾਸ਼ ਆਪਣੇ ਆਪ ਹੀ ਬਣਿਆ ਪਿਆ, ਤੇ ਧਰਤੀ ਆਪਣੇ ਆਪ ਹੀ ਘੁੰਮੀ ਜਾ ਰਹੀ ਆ। ਜਸਟ ਆ ਕਣਕਾਂ ਕੁਣਕਾਂ ਬੀਜ ਇਹ ਕਿੱਥੋਂ ਆਏ? ਇਹ ਵੀ ਆਪੇ ਪੈਦਾ ਹੋ ਗਿਆ। ਕੀੜੇ ਮਕੌੜੇ ਕਿੱਥੋਂ ਆਏ? ਇਹ ਵੀ ਆਪੇ ਆ ਗਏ ਆ। ਆ ਜਿਹੜੇ ਪੰਛੀ ਆ ਜਿਨ੍ਹਾਂ ਦੇ ਪਰ ਵੇਖ ਲਓ, ਉਹ ਪਤਾ ਨਹੀਂ ਕਿੱਦਾਂ ਦੇ ਬਣਾਏ ਪ੍ਰਮਾਤਮਾ ਨੇ। ਉਹਨਾਂ 'ਚ ਪਾਣੀ ਨਹੀਂ ਵੜਦਾ, ਉਹ ਘੇਰੀ ਕਿਸੇ ਕਰਕੇ ਮੀਂਹ ਕਣੀ ਪੈ ਜੇ, ਇਹ ਵੀ ਕਹਿੰਦੇ ਆਪੇ ਉੱਗਣ ਦੇ। ਅੱਖਾਂ ਕਿੱਥੋਂ ਆ ਗਈਆਂ? ਆਪੇ ਆ ਗਈਆਂ। ਕੁਛ ਵੀ ਨਹੀਂ ਮੰਨਣ ਨੂੰ ਤਿਆਰ ਬੰਦਾ। ਕਿਉਂ ਨਹੀਂ ਤਿਆਰ? ਮਾਇਆ ਬਹੁਤ ਪਾਵਰਫੁਲ ਹੈ। ਉਹ ਕਹਿੰਦੇ ਮਾਇਆ ਮੋਹਣੀ ਬਿਨ ਦੰਤਾ ਜਗ ਖਾਇਆ। ਇਹ ਤੇ ਗ੍ਰੰਥਾਂ ਦੇ ਵਿੱਚ ਹੀ ਬਾਣੀ ਕਹਿ ਰਹੀ ਆ, ਸਮਝਾ ਰਹੀ ਆ। ਬਾਕੀ ਆਮ ਬੰਦੇ ਨੂੰ ਕਹੋ ਕਿ ਰੱਬ ਰੂਪੀ ਕੋਈ ਸ਼ਕਤੀ ਚਲਾ ਰਹੀ ਹੈ ਸੰਸਾਰ ਨੂੰ, ਕਿੱਥੇ ਮੰਨਦਾ? ਮਾਇਆ ਦਾ ਇੰਨਾ ਪ੍ਰਤਾਪ ਹੈ, ਇੰਨੀ ਗਹਿਰਾ ਜੰਗਲ ਆ। ਇਸੇ ਲਈ ਬਾਣੀ 'ਚ ਕਹਿਣਾ ਪਿਆ ਕਿ ਵਿਰਲਾ। ਅੱਜ ਦੀ ਡੇਟ 'ਚ ਤੁਸੀਂ ਆਪਣੇ ਲਾਗੇ ਬੰਨੇ ਘੁੰਮ ਕੇ ਵੇਖ ਲਓ, ਉਹਨੂੰ ਕਹੋ ਕਿ ਬਈ ਇਹ ਸੰਸਾਰ ਹੈ ਪ੍ਰਮਾਤਮਾ ਨੇ ਬਣਾਇਆ ਹੈ,
ਆਪਾਂ ਤੇ ਸੰਸਾਰ ਤੇ ਆਏ ਆ, ਕੁਛ ਕਰਨਾ ਹੈ, ਕੁਛ ਖੱਟਣਾ ਹੈ। ਕਹਿੰਦੇ ਕਿਹੜਾ ਖੱਟਣਾ? ਉਹ ਕਹਿੰਦੇ ਨੇ ਕਿ ਭਗਤੀ ਕਰੀਏ, ਬੰਦਗੀ ਕਰੀਏ। ਉਹ ਕਹਿੰਦੇ ਕਰਦੇ ਆ ਨਾ, ਆਪਾਂ ਗੁਰਦੁਆਰੇ ਜਾਂਦੇ ਆ, ਮੰਦਿਰ ਜਾਂਦੇ ਆ, ਮੱਥਾ ਟੇਕ ਕੇ ਆਉਂਦੇ ਆ। ਹਾਂ ਬਸ ਬਹੁਤ ਹੋ ਗਿਆ, ਬਸ ਬਹੁਤ ਹੋ ਗਿਆ। ਅਸੀਂ ਕਹਿੰਦੇ ਰੱਬ ਨੂੰ ਇੱਥੇ ਤੱਕ ਹੀ, ਕਹਿੰਦੇ ਰੱਬ ਨੂੰ ਇੱਥੇ ਤੱਕ ਹੀ ਰੱਖਿਆ ਹੋਇਆ, ਅਸੀਂ ਜ਼ਿਆਦਾ ਨਹੀਂ ਅੱਗੇ ਆਉਣ ਦਿੰਦੇ। ਹਾਂ ਤੇ ਉਹ ਪੜ੍ਹ ਲਈ ਦਾ ਬਾਣੀ ਪੜ੍ਹੀ ਦੀ, 5 ਬਾਣੀਆਂ ਦੇ ਪਾਠ ਪੜ੍ਹਦੇ ਸਾਰਾ ਦਿਨ। ਫਿਰ ਉਹ ਕਹਿੰਦੇ ਕੀ ਅਸੀਂ ਸੋਚ ਰੱਖੀ ਹੈ, ਝੂਠਾ ਨਹੀਂ ਖਾਂਦੇ ਕਿਸੇ ਦਾ। ਆਪਣਾ ਕੋਈ ਪਕਾਈ ਦਾ, ਸਾਡੇ ਆਪਣੇ ਬਰਤਨ ਨੇ, ਉਹ ਭਾਂਡੇ ਉਹ ਨਿਹੰਗਾਂ ਦੇ ਬਾਟੇ ਮਾਂਜੀ ਜਾਂਦੇ ਅਗਲੇ। ਹਾਂ ਸਰਬ ਲੋਕ ਕਹਿੰਦੇ ਆ, ਬਿਲਕੁਲ। ਇਹ ਦੇਖੋ ਇਹ ਕੀ ਆ, ਗੁਰੂ ਨਾਨਕ ਪਾਤਸ਼ਾਹ ਨੇ ਇਹ ਚੀਜ਼ ਤੋਂ ਮਨਾ ਕੀਤਾ, ਪਰ ਆਪੋ ਉਸੇ ਚੀਜ਼ਾਂ ਚ ਉਲਝੇ ਹੋਏ ਆ। ਔਰ ਇਹ ਨਹੀਂ ਕਿੱਥੇ ਮਰਜ਼ੀ ਚੱਲ ਜਾਓ, ਬੜਾ ਔਖਾ ਹੈ, ਬਹੁਤ ਔਖਾ। ਇਸ ਲਈ ਬਾਣੀ ਕਹਿਤਾ ਹੈ ਆਖਣਾ ਔਖਾ ਸੱਚਾ ਨਾ, ਬੜਾ ਔਖਾ ਹੈ। ਪਰ ਫਿਰ ਵੀ ਬਾਣੀ ਕਹਿੰਦੀ ਆ ਕਿ ਔਖਾ ਹੈਗਾ ਹੀ, ਤੂੰ ਮੇਰੇ ਤੇ ਵਿਸ਼ਵਾਸ ਕਰ, ਆਖੀ। ਔਖਾ ਹੈਗਾ ਤਾਂ ਫਿਰ ਵੀ ਤੂੰ ਕਮੀ। ਇਹ ਨਾ ਹੋਵੇ ਕਿ ਤੂੰ ਔਖਾ ਵੇਖ ਕੇ ਭੱਜ ਜੀ, ਕਿਉਂਕਿ ਪ੍ਰਕਿਰਤੀ ਦੀ ਰਚਨਾ ਏਦਾਂ ਦੀ ਆ, ਜੇ ਤੂੰ ਕਵੇਂਗਾ ਤੇ ਤੈਨੂੰ ਗਿਆਨ ਹੋ ਜਾਏਗਾ, ਪੱਕਾ ਪਤਾ ਲੱਗ ਜਾਏਗਾ, ਤੇਰੀ ਮਿਹਨਤ ਅਜਾਇਆ ਨਹੀਂ ਜਾਏਗੀ, ਉਹਦੀ ਕੀਮਤ ਪਵੇਗੀ, ਬਹੁਤ ਉੱਚੀ ਕੀਮਤ। ਹਾਂਜੀ ਨਜਰ ਘੂੰਗਟ ਕਾਢੇ ਕੀ ਇਹ ਵਡਾਈ, ਦਿਨ 10 5 ਬਹੁ ਭਲਿਆਈ। ਕਹਿੰਦੇ ਤੇਰੇ ਪਰਮਾਤਮਾ ਵੱਲੋਂ ਜਿਹੜਾ ਹੈਗਾ ਤੂੰ ਰੱਬ ਵੱਲੋਂ ਘੂੰਗਟ ਕੱਢਿਆ ਹੋਇਆ ਆ। ਕਹਿੰਦੇ ਇਹਦੀ ਤਾਂ ਇੰਨੀ ਕੁ ਵੱਧ ਤੋਂ ਵੱਧ ਤੈਨੂੰ ਇੰਨਾ ਕੁ ਜਿਹੜਾ ਹੈਗਾ ਇਹਦੀ ਤੇ ਤੇਰੀ ਵਡਿਆਈ ਹੋ ਜੂਗੀ ਦੁਨੀਆ ਦੇ ਵਿੱਚ। ਬਸ ਲੋਕੀ ਕਹਿਣਗੇ ਵੀ ਬੜੀ ਜਿਹੜਾ ਇਹ ਜੀ ਬਹੂ ਬੜੀ ਭਲੀ ਆ, ਇਹਨਾਂ ਦੀ ਬਹੂ, ਮਤਲਬ ਬਈ ਦੁਨੀਆ ਕਹੋਗੇ ਵੀ ਬਈ ਬੜਾ ਵਧੀਆ ਬੰਦਾ ਹੈ ਜੀ, ਬਹੁਤ ਭਲਾ ਹੈਗਾ। ਬਸ ਤੇਰੀ ਸ਼ੋਭਾ ਹੋ ਜਾਏਗੀ, 4 ਦਿਨ 5 ਦਿਨ ਬਾਅਦ ਵਿੱਚ ਤੂੰ ਸਾਫ਼ ਆ, ਤੂੰ ਚਲਾ ਗਿਆ, ਤੇਰਾ ਸਰੀਰ ਖਤਮ ਹੋ ਗਿਆ, ਤੇ ਕੌਣ ਤੂੰ ਕੌਣ ਤੇ ਮੈਂ ਕੌਣ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਜੀ, ਠੀਕ ਹੈ ਜੀ। ਇੱਥੇ ਕਹਿੰਦੇ ਕਿ ਜੇ ਤੂੰ ਘੁੰਗੜ ਕੱਢਿਆ, ਕਹਿਣ ਤੋਂ ਭਾਵ ਹੈ ਕਿ ਤੂੰ ਪਰਮਾਤਮਾ ਨੂੰ ਭੁੱਲ ਗਿਆ ਤੇ ਤੂੰ ਸੰਸਾਰ ਦੇ ਨਾਲ ਜੱਫੀ ਪਾਲੀ ਆ, ਉਹਨੂੰ ਪਿਆਰ ਕੀਤਾ, ਤੇ ਇੰਨਾ ਹੋਊਗਾ ਕਿ ਤੇਰਾ ਥੋੜਾ ਨਾਂ ਹੋ ਜਾਏਗਾ, ਬਸ ਹੋਰ ਕੁਛ ਨਹੀਂ ਮਿਲੇਗਾ ਤੈਨੂੰ। ਥੋੜਾ ਜਿਹਾ ਨਾਮ ਮਿਲ ਜਾਏਗਾ, ਸੋਭਾ ਮਿਲ ਜੂਗੀ ਲੋਕਾਂ ਦੇ ਵਿੱਚ ਕਿ ਇਹ ਬੰਦੇ ਨੇ ਬੜਾ ਪੈਸਾ ਇਕੱਠਾ ਕਰ ਲਿਆ, ਪਰ ਉਹ ਕੋਈ ਬਹੁਤੀ ਵੱਡੀ ਪ੍ਰਾਪਤੀ ਨਹੀਂ ਆ ਜਿਹੜੀ ਤੂੰ ਪ੍ਰਾਪਤੀ ਕਰ ਲਈ ਹੈ। ਉਹਦੀ ਕੀਮਤ ਬੜੀ ਵੱਡੀ ਕਰ ਲਈ, ਦੇਤੀ ਤੂੰ ਕੀ ਕੀਤਾ ਵਾ, ਤੂੰ ਪਰਮਾਤਮਾ ਵੱਲੋਂ ਘੁੰਗਟ ਕਰ ਲਿਆ, ਤੂੰ ਉਹਨੂੰ ਪਰਮੇਸ਼ਰ ਨੂੰ ਛੱਡਤਾ, ਤੇ ਉਹਦੀ ਜਿਹੜੀ ਇਹਦੀ ਦਾਤੀ ਸੀ ਮਾਇਆ, ਤੂੰ ਉਹਦੇ ਵੱਲ ਗਿਆ, ਔਰ ਉਹਨੇ ਤੈਨੂੰ ਖਾ ਜਾਣਾ ਇੱਕ ਦਿਨ। ਠੀਕ ਹੈ ਨਜਰ ਸਾਹਿਬ? ਬਿਲਕੁਲ। ਘੂੰਗਟ ਤੇਰੋ ਤਉ ਪਰ ਸਾਚੈ, ਹਰ ਗੁਣ ਗਾਏ ਕੂਦੇ ਔਰ ਨਾਚੈ। ਕਹਿੰਦੇ ਦੇਖ ਘੂੰਗਟ ਕੱਢਣਾ ਹੈ ਤੇ ਤਾਂ ਮਾਇਆ ਵੱਲੋਂ ਘੂੰਗਟ ਕੱਢ, ਆ ਘੂੰਗਟ ਸੱਚਾ। ਘੂੰਗਟ ਤੇਰੋ ਤਉ ਪਰ ਸਾਚੈ, ਤਾਂ ਸੱਚਾ ਮੰਨੂਗਾ ਤੇਰਾ ਘੂੰਗਟ ਕੱਢਣਾ ਭਾਈ। ਜੇ ਤੂੰ ਮਾਇਆ ਵੱਲ ਘੂੰਗਟ ਕੱਢ ਲੇਗਾ ਤੇ ਹਰ ਗੁਣ ਗਾਏ ਕੂਦੇ ਔਰ ਨਾਚੇ, ਔਰ ਮਾਲਕ ਦੇ ਅੱਗੇ, ਪਤੀ ਦੇ ਅੱਗੇ ਖੁੱਦੇ ਔਰ ਨੱਚੇ, ਔਰ ਮਾਲਕ ਪਰਮਾਤਮਾ ਦੀ ਜਿਹੜੀ ਹੈ ਭਗਤੀ ਕਰੇ, ਤਾਂ ਮੈਂ ਘੂੰਗਟ ਸੱਚਾ ਮੰਨਦਾ ਹੈ ਤੇਰਾ। ਹਾਂਜੀ ਵੀਰ ਜੀ। ਹਾਂਜੀ, ਕਿਤੇ ਘੂੰਗਟ ਕੱਢਣਾ ਸੀ ਮਾਇਆ ਦੇ ਵੱਲੋਂ ਕੱਢਣਾ ਸੀ, ਹਾਂ ਉਹੀ ਸੱਚਾ ਘੂੰਗਟ ਸੀ। ਪਰ ਨਹੀਂ, ਤੂੰ ਮਾਇਆ ਨੂੰ, ਜਿਹੜੀ ਚੀਜ਼ ਨੂੰ ਤੈਨੂੰ ਜਾਣ ਤੋਂ ਰੋਕਣਾ ਸੀ, ਤੂੰ ਉਸ ਚੀਜ਼ ਨੂੰ ਜੱਫੀ ਪਾਲੀ ਆ, ਤੇ ਜਿਹੜੀ ਚੀਜ਼ ਵੱਲ ਜਾਣਾ ਸੀ ਉਹਦਾ ਤੂੰ ਤਿਆਗ ਕਰ ਦਿੱਤਾ, ਉਧਰ ਤੂੰ ਘੂੰਗਟ ਕੱਢ ਲਿਆ। ਪਰ ਜੇ ਤੂੰ ਉਧਰੋਂ ਕੱਢ ਲੈਂਦਾ ਤਾਂ ਤੇਰੀ ਸੋਭਾ ਹੋਣੀ ਸੀ, ਪਰ ਤੂੰ ਏਦਾਂ ਕੀਤਾ ਨਹੀਂ, ਤੇ ਫਿਰ ਤੇਰੀ ਕੀਮਤ ਵੀ ਪੈਂਦੀ, ਤੇਰੀ ਕੋਈ ਸੋਭਾ ਵੀ ਹੁੰਦੀ। ਉਹ ਦੇਖੋ ਸਾਧ ਸੰਗਤ ਜੀ, ਕੋਈ ਕੱਢਦਾ ਹੈ ਮਾਇਆ ਦੇ ਵੱਲੋਂ ਘੂੰਗਟ? ਕਿਉਂ ਕੱਢ ਸਕਦਾ? ਕਿਉਂ ਨਹੀਂ ਕੱਢਦਾ? ਉਹਦਾ ਕਾਰਨ ਹੈ, ਉਹਦਾ ਕਾਰਨ ਹੈ ਕਿ ਜਿਹੜੀਆਂ ਸਾਡੀਆਂ ਇੰਦਰੀਆਂ ਨਾ, ਇਹਦੇ ਵਿਸ਼ੇ ਨੇ, ਕਾਰਨ ਨੇ। ਹਾਂ, ਭੋਗ ਸਾਨੂੰ ਛੱਡਦੇ ਨਹੀਂ। ਅਸੀਂ ਜ਼ਬਾਨ ਦਾ ਰਸ, ਤੁਸੀਂ ਤੁਹਾਡੇ ਕੋਲ 500 ਰੁਪਇਆ ਨਹੀਂ ਹੈਗਾ, ਤੁਹਾਡੇ ਕੋਲ 20 ਨਹੀਂ ਹੈਗੇ, ਉੱਥੇ ਕੋਈ ਖੱਟੀ ਮਿੱਠੀ ਚੀਜ਼ ਮਿਲਦੀ ਹੈ ਰੇਹੜੀ ਤੇ, ਤੁਸੀਂ ਔਖੇ ਸੌਖੇ ਹੋ ਕੇ ਖਾਓਗੇ ਇਹਨੂੰ। ਇਹ ਜਸਟ ਦੇਖੋ, ਰਸ ਜਿਹੜੇ ਹੁੰਦੇ ਆ, ਇੰਦਰੀਆਂ ਦੇ ਭੋਗ ਹੁੰਦੇ ਆ, ਕਿੱਡੇ ਪਾਵਰਫੁਲ ਨੇ। ਬਿਲਕੁਲ, ਆਹੀ ਕਰਕੇ, ਕਿਉਂਕਿ ਪਰਮਾਤਮਾ ਜਿਹੜਾ ਇੰਦਰੀਆਂ ਦਾ ਵਿਸ਼ਾ ਨਹੀਂ, ਇਸ ਕਰਕੇ ਪਰਮਾਤਮਾ ਨੂੰ ਕੋਈ ਜਾਂਦਾ ਵੀ ਨਹੀਂ। ਹਾਂਜੀ ਨਿਜਰ ਸਾਹਿਬ, ਮੈਂ ਕਿਹਾ ਇਹੀ ਤਾਂ ਗੇਮ ਹੈਗੀ, ਇਹੀ ਤਾਂ ਗੇਮ ਪਾਈ ਹੈ ਮਾਲਕ ਨੇ। ਹਾਂ, ਅਵਰ ਰਸ ਜਿਹੜੇ ਹੁੰਦੇ ਆ, ਜਿਹੜੇ ਦੂਜੇ ਰਸ ਆ, ਉਹ ਬਹੁਤ ਈਜ਼ੀ ਨੇ, ਭੋਗਣੇ ਵੀ ਬੜੇ ਆਸਾਨ ਨੇ। ਹੁਣ ਮੂਰਤੀ ਦੀ ਪੂਜਾ ਕਿਉਂ ਕਰਦਾ ਬੰਦਾ, ਮੰਦਿਰਾਂ ਚ ਕਿਉਂ ਜਾਂਦਾ, ਗੁਰਦੁਆਰੇ ਚ ਕਿਉਂ ਜਾਂਦਾ, ਬਹੁਤ ਆਸਾਨ ਆ। ਸਮਾਂ ਨਹੀਂ ਲੱਗਦਾ, ਬਾਕੀ ਸਮਾਂ ਫ੍ਰੀ ਮਿਲ ਜਾਂਦਾ। ਤੁਹਾਡੇ ਘਰ ਦੇ ਲਾਗੇ ਹੀ ਆ, 500 ਮੀਟਰ ਰੇਡੀਅਸ ਚ 1 ਮਾਈਲ 2 ਮਾਈਲ ਦੇ ਵਿੱਚ ਤੁਹਾਨੂੰ ਗੁਰਦੁਆਰਾ ਮੰਦਿਰ ਮਿਲ ਜਾਏਗਾ, ਮਸਜਿਦ ਮਿਲ ਜਾਏਗੀ, ਇਸ ਕਰਕੇ ਬੰਦਾ ਚੱਲ ਜਾਂਦਾ।
ਤੇ ਦੂਜਾ ਜਿਹੜਾ ਪਰਮਾਤਮਾ ਉਹਦਾ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ, ਉਹਦਾ ਸੁਣ ਕੇ ਬੰਦੇ ਦੀ ਨਾੜਾਂ ਹਿੱਲ ਜਾਂਦੀਆਂ। ਬਿਲਕੁਲ ਜਾਣਾ ਤੇ ਬੜੀ ਦੂਰ ਦੀ ਗੱਲ ਹੈ, ਉਹਨੂੰ ਕਹਿ ਦਈਏ ਨਾ ਨਿਰਗੁਣ ਬ੍ਰਹਮ ਵੱਲ ਜਾਣਾ, ਉਹਦੀ ਭਗਤੀ ਕਰਨੀ। ਅੱਛਾ ਕਿਹੜਾ ਪਰਮਾਤਮਾ? ਕਹਿੰਦੇ ਨਿਰਗੁਣ ਬ੍ਰਹਮ, ਜਿਹਦੀ ਮਤਲਬ ਜਿਹਦਾ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ ਹੈ, ਉਹ ਤਿੰਨਾਂ ਤੋਂ ਪਰੇ ਆ। ਨਾ ਉਹ ਰਜੋ ਚ ਆਉਂਦਾ, ਨਾ ਤਮੋ ਚ ਆਉਂਦਾ, ਨਾ ਸਤੋ ਗੁਣ ਚ ਆਉਂਦਾ, ਨਾ ਉਹ ਟਾਈਮ ਚ ਆਉਂਦਾ। ਉਹ ਕਹਿੰਦੇ ਸਾਨੂੰ ਏਦਾਂ ਦੇ ਪ੍ਰਮਾਤਮਾ ਬਾਰੇ ਕੋਈ ਦੱਸਿਆ ਨਹੀਂ ਗਿਆ। ਸਾਡੀ ਬੜੀ ਇਨਫੋਰਮੇਸ਼ਨ ਲਿਮਟਿਡ ਜੀ ਹੈ। ਉੱਥੇ ਲੰਗਰ ਵਰਤਾਉਣਾ ਹੈ, ਪ੍ਰਸ਼ਾਦ ਵਰਤਾਉਣਾ ਹੈ, ਸੇਵਾ ਕਰਨੀ ਆ, ਉੱਥੇ ਝਾੜੂ ਮਾਰ ਸਕਦੇ ਆ, ਜੁੱਤੀਆਂ ਵੀ ਸਾਫ਼ ਕਰ ਸਕਦੇ ਆ, ਥੋੜਾ ਬਹੁਤਾ ਦਾਨ ਕਰੀਦਾ, ਗੁਰਦੇ ਚ ਲਿਖਿਆ ਦਸਵੰਧ। ਬਾਕੀ ਭਗਤੀ ਭੁਗਤੀ ਇਹ ਵਿਸ਼ਾ ਇੱਕ ਵੱਖਰਾ ਵਿਸ਼ਾ ਹੈ, ਇਹ ਜੋਗੀਆਂ ਦਾ ਵਿਸ਼ਾ ਹੈ, ਇਹ ਸਾਡੇ ਨੂੰ ਨਹੀਂ ਕਿਹਾ ਗਿਆ, ਗ੍ਰੰਥਾਂ 'ਚ ਲਿਖਿਆ ਬਾਣੀ 'ਚ। ਇਹ ਜੋ ਵੀ ਹੈ ਇਹ ਸਾਡਾ ਵਿਸ਼ਾ ਨਹੀਂ ਹੈਗਾ। ਕਿਹੜੇ ਗ੍ਰੰਥ 'ਚ ਲਿਖਿਆ ਜੀ ਉਹ ਨਹੀਂ ਸਾਨੂੰ ਪਤਾ, ਪਰ ਸਾਨੂੰ ਜਿਹੜੇ ਦੱਸਣ ਵਾਲੇ ਬੈਠੇ ਨੇ ਉਹ ਕਹਿੰਦੇ ਜੋਗੀ ਮਾਤੇ ਹੈਗਾ, ਰੱਬ ਰੂਪ ਦੀ ਭਗਤੀ ਕਰਨੀ ਅਲੱਗ ਮੈਟਰ ਆ। ਸਾਡਾ ਮੈਟਰ ਜਿਹੜਾ ਇੰਨਾ ਹੀ ਆ, 5-6 ਬਾਣੀਆਂ ਪੜ੍ਹਨੀਆਂ ਨੇ, ਤੇ ਬਾਣੀਆਂ ਵਿੱਚ ਕੀ ਲਿਖਿਆ, ਕਿਤੇ ਵਿਚਾਰ ਕੀਤਾ, ਬਾਣੀ ਬ੍ਰਹਮ ਵਿਚਾਰ ਬਿਰਲਾ ਵਿਚਾਰ, ਕੋਈ ਹੈਗੀ ਗੱਲ? ਉਹ ਕਹਿੰਦੇ ਵਿਚਾਰ ਕਰਨ ਵਾਸਤੇ ਕਥਾਕਾਰ ਬੈਠੇ ਹੋਏ ਨੇ, ਉਹ ਕਰ ਰਹੇ ਨੇ ਵਿਚਾਰ। ਬਾਕੀ ਤੁਹਾਡੀ ਕੀ ਪ੍ਰਾਪਤੀ ਹੈ? ਉਹ ਕਹਿੰਦੇ ਸਾਡੀ ਪ੍ਰਾਪਤੀ ਇਹੋ ਹੀ ਹੈ ਕਿ ਭਾਈ ਨਿਤਨੇਮੀ ਹੈਗੇ ਆ, ਪਿਛਲੇ 5-7 ਸਾਲ ਤੋਂ ਅਸੀਂ ਲਗਾਤਾਰ ਗੁਰਦੁਆਰੇ ਮੱਥਾ ਟੇਕੇ ਹੋਏ ਆ। ਹਾਂਜੀ ਨਿਜਰ ਸਾਹਿਬ ਆਖਰੀ ਲਾਈਨ ਆਈ ਜੀ, ਕਹਿੰਦੇ ਕਹਿਤ ਕਬੀਰ ਬਹੁ ਤਬ ਜੀਤਾ। ਕਹਿੰਦੇ ਭਾਈ ਹੇ ਜੀਵ ਇਸਤਰੀ, ਤਾਂ ਤੂੰ ਜਿੱਤ ਸਕਦੀ ਆ ਇਹ ਖੇਡ, ਇਹ ਜਿਹੜਾ ਮਨੁੱਖੀ ਜੂਨ ਤਾਂ ਜਿੱਤ ਸਕਦੀ ਆ। ਕੀ ਕਰੇ? ਹਰ ਗੁਣ ਗਾਵਤ ਜਨਮ ਬਤੀਤਾ। ਤੇਰੀ ਭਗਤੀ ਕਰਦੇ, ਪ੍ਰੇਮਾ ਭਗਤੀ ਕਰਦੇ, ਧਿਆਨ ਸਿਮਰਨ ਕਰਦੇ, ਤੇਰਾ ਸਾਰਾ ਜਨਮ ਬੀਤ ਜਾਏ ਤਾਂ ਤੂੰ ਇਹ ਖੇਡ ਜਿੱਤ ਸਕਦੀ ਆ। ਬਸ ਹੋਰ ਕੋਈ ਤਰੀਕਾ ਨਹੀਂ ਆ ਭਾਈ ਤੇਰਾ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੇ ਨਾਲ ਜਿਹੜਾ ਹੈਗਾ ਇਹ ਜੋ ਉਹਨੇ ਗੇਮ ਪਾਈ ਹੋਈ ਆ, ਇਹ ਗੇਮ ਜਿਹੜੀ ਹੈ ਜਿੱਤਣ ਦਾ, ਇਹ ਖੇਡ ਜਿਹੜੀ ਹੈ, ਇਹ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਟਲਾ। ਇਹ ਹੋਰ ਕੋਈ ਆਪਸ਼ਨ ਨਹੀਂ, ਕੋਈ ਤਰੀਕਾ ਨਹੀਂ ਹੈ ਇਹਨੂੰ ਤਰਨ ਦਾ। ਹਾਂਜੀ ਵੀਰ ਜੀ ਠੀਕ ਹੈ ਜੀ। ਉਹ ਕਹਿੰਦੇ ਆ ਕਿ ਉਸ ਪਰਮਾਤਮਾ ਦੀ ਭਗਤੀ ਕਰਨੀ ਪੈਣੀ ਆ, ਹਾਂ, ਤੇ ਤਾਂ ਤੇ ਗੇਮ ਜਿੱਤੀ ਜਾਵੇਗੀ। ਹੁਣ ਉਸ ਪਰਮਾਤਮਾ ਦੀ ਭਗਤੀ ਕਿਹੜਾ ਕਰਦਾ ਦੱਸੋ ਮੈਨੂੰ? ਨਾ, ਉਹ ਦੱਸੋ ਲਾਗੇ ਬੰਨੇ ਹੈਗਾ, ਉਹ ਤਾਂ ਦੇਖੋ ਤੁਹਾਨੂੰ ਤਿਆਰੀ ਨਹੀਂ, ਉਧਰ ਕੋ ਤੁਰਦਾ ਹੀ ਨਹੀਂ। ਤਿਆਰੀ ਉਸੇ ਕਰਕੇ ਨਹੀਂ ਕਰਦਾ ਬੰਦਾ ਕਿਉਂਕਿ ਉਹ ਜਿਹੜਾ ਵਾ ਉਹਨੇ ਜੀਵਨ ਨੂੰ ਉੱਚਾ ਕਰਨ ਵਾਸਤੇ ਕਹਿਣਾ। ਜਿਹੜਾ ਆਪਾਂ ਨੂੰ ਦੁਨੀਆ ਬੁਰੀ ਦੇਤੀ ਪਈ ਹੈ ਨਾ, ਉਸ ਤੋਂ ਪਹਿਲਾਂ ਤੁਨੇ ਕਹਿਣਾ ਵੀ ਆਪਣੇ ਮੰਜੇ ਥਲੇ ਡਾਂਗ ਫੇਰ। ਸਾਰੀ ਗੱਲ ਸਾਡੀ ਹੈ, ਉਹ ਸਾਨੂੰ ਆਪ ਹੀ ਬੰਦਗੀ ਕਰਕੇ ਆਪ ਹੀ ਗੁਰੂ ਬਣਨਾ ਹੈ, ਆਪਣਾ ਹੀ ਚੇਲਾ ਬਣਨਾ ਹੈ, ਫਿਰ ਆਪਣੇ ਉੱਪਰ ਧਿਆਨ ਰੱਖਣਾ ਹੈ, ਅਗਿਆਨ ਤੋਂ ਆਪਣੇ ਆਪ ਨੂੰ ਦੂਰ ਰੱਖਣਾ ਹੈ, ਗਿਆਨ ਦੇ ਨਾਲ ਦੋਸਤੀ ਪਾਉਣੀ ਹੈ, ਜੀਵਨ ਦੇ ਵਿੱਚ ਉਚਾਈ ਲਿਆਉਣੀ ਹੈ। ਇਸ ਕਰਕੇ ਕੋਈ ਜਾਂਦਾ ਨਹੀਂ। ਹੁਣ ਕਹਿੰਦੇ ਕਿ ਜੇ ਕੋਈ ਗੁਰੂ ਜੇ ਪਰਮਾਤਮਾ ਨੂੰ ਤਾਂ ਉਹੀ ਚੰਗਾ ਲੱਗਦਾ ਕਿ ਜਿਹੜਾ ਬੰਦਾ ਉਹਦੀ ਭਗਤੀ ਕਰਕੇ ਆਪਣਾ ਜੀਵਨ ਬਤੀਤ ਕਰਦਾ ਹੈ। ਆਪਣੇ ਜੀਵਨ ਦੇ ਵਿੱਚ ਦਸਵੰਧ ਕੱਢਣਾ ਸੀ, ਨਾ ਕਿ ਪੈਸੇ ਜੋ ਕੱਢਣਾ। ਹਾਂਜੀ ਨਿਜਰ ਸਰ। ਹਮ ਔਰ ਨਾਲੇ ਮਾਲਕ ਪਰਮਾਤਮਾ ਜਿਹੜਾ ਇਹ ਨਹੀਂ ਕਹਿੰਦਾ ਕਿ ਮੇਰੀ ਵਡਿਆਈ ਕਰੋ, ਮੈਂ ਮਾਲਕ ਨੂੰ ਵਡਿਆਈ ਚਾਹੀਦੀ ਹੈ। ਮਾਲਕ ਨੂੰ ਤਾਂ ਬਾਣੀ ਤਾਂ ਕਹਿੰਦੀ ਹੈ ਕਿ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ। ਕਹਿੰਦੇ ਉਹਨੇ ਤਾਂ ਵੱਡਾ ਹੀ ਨਹੀਂ ਹੋਣਾ, ਭਾਵੇਂ ਉਹਦੀ ਵਡਿਆਈ ਕਰ ਲਾ, ਭਾਵੇਂ ਉਹਨੂੰ ਨਿੰਦਲਾ, ਭਾਵੇਂ ਜੋ ਮਰਜ਼ੀ ਕਰ ਲਾ, ਪਰਮਾਤਮਾ ਦਾ ਕੀ ਫਰਕ ਪੈਣਾ ਉਹਨੂੰ। ਉਹ ਕਹਿੰਦੇ ਵੀ ਮੈਂ ਰਸਤਾ ਹੀ ਇਹੀ ਰੱਖਿਆ ਹੋਇਆ ਹੈ, ਧਿਆਨ ਸਿਮਰਨ ਦਾ ਹੀ ਰਸਤਾ। ਇਹਦੇ ਕਿ ਤੈਨੂੰ ਜਿਹੜਾ ਹੈਗਾ ਇਹ ਜਿਹੜੇ 5 ਤੇਰੇ ਅੰਦਰ ਜਿਹੜੇ ਹੈਗੇ ਆ, ਇਹ ਖਰੂਦ ਪਾਉਣ ਵਾਲੇ ਲਾਏ ਹੋਏ ਆ ਭਾਈ, ਤੇਰੇ ਅੰਦਰ ਪਾਏ ਆ, ਇਹਨਾਂ ਤੋਂ ਜੇ ਨਿਕਲਣਾ ਹੈ ਤੇ ਆਹੀ ਇੱਕ ਰਸਤਾ ਹੈ ਭਾਈ। ਆਪਣੇ ਵਿਚਾਰ ਜਿਹੜੇ ਹੈਗੇ ਉਹਨਾਂ ਨੂੰ ਕੰਟਰੋਲ ਕਰ ਲਾ, ਮਨ ਨੂੰ ਕੰਟਰੋਲ ਕਰ ਲਾ, ਬਸ ਆਪਣੇ ਨੂੰ, ਹੋਰ ਕੋਈ ਰਸਤਾ ਹੀ ਨਹੀਂ ਹੈਗਾ। ਨਿੱਜਰ ਸਾਹਿਬ ਹਰ ਗੁਣ ਗਾਵਤ ਜਨਮ ਬੀਤੇ। ਇੱਥੇ ਤੇ ਉਹ ਕਹਿ ਰਹੇ ਨੇ ਕਿ ਤੈਨੂੰ ਤੂੰ ਹਰ ਦੀ ਪਹਿਲਾਂ ਹੋਂਦ ਨੂੰ ਤਾਂ ਸਵੀਕਾਰ ਕਰ। ਹਾਂ, ਫਿਰ ਜਦੋਂ ਹੋਂਦ ਦੀ ਸਵੀਕਾਰ ਕੀਤਾ ਫਿਰ ਉਹਦੇ ਅਨੁਸਾਰ ਜੀਵਨ ਬਤੀਤ ਕਰ ਲਾ। ਤੇਰਾ ਇਹੋ ਤੇ ਚਾਹੁੰਦਾ ਪਰਮਾਤਮਾ, ਹੋਰ ਕੀ ਚਾਹੁੰਦਾ? ਹਾਂ, ਉਹ ਮਾਲਕ ਨਿਜਰ ਸਾਹਿਬ ਬੰਦਾ ਜਿਹੜਾ ਧਾਰਮਿਕ ਸਥਾਨਾਂ ਤੇ ਤੁਰਿਆ ਫਿਰਦਾ, ਉਹਦੇ ਜੀਵਨ ਚ ਹਰ ਨਾਮ ਦੀ, ਪ੍ਰਮਾਤਮਾ ਨਾਮ ਦੀ ਕੋਈ ਸ਼ਕਤੀ ਨਹੀਂ ਜਾਏਗੀ। ਹਾਂ, ਬਸ ਇਹੀ ਚੀਜ਼ ਹੈ ਨਾ, ਭਗਤੀ ਜਿਹੜੀ ਹੈਗੀ, ਜੇ ਆਪਣਾ ਧਿਆਨ ਸਿਮਰਨ ਕਰਨ ਲੱਗ ਜਾਏ ਬੰਦਾ, ਬੰਦਗੀ ਕਰਨ ਲੱਗ ਜਾਏ, ਤੇ ਮਾਲਕ ਥੋੜੀ ਨਾ ਕਹਿੰਦਾ ਕਿ ਤੂੰ ਜਿਹੜਾ ਆ ਦੁਨੀਆ ਦੇ ਜਿਹੜੇ ਹੈਗੇ, ਤੈਨੂੰ ਜਿਹੜਾ ਹੈਗਾ ਮੈਂ ਦੁਨੀਆ ਦੇ ਪਦਾਰਥ ਦਿੱਤੇ ਆ, ਇਹਨਾਂ ਨੂੰ ਨਾ ਯੂਜ਼ ਕਰ। ਉਹ ਕਹਿੰਦਾ ਯੂਜ਼ ਕਰ, ਇਹਨਾਂ ਨੂੰ ਤੇਰੇ ਵਾਸਤੇ ਤਾਂ ਦਿੱਤੇ ਹੋਏ ਆ, ਇਹਨਾਂ ਨੂੰ ਯੂਜ਼ ਕਰ ਕਿ ਤਾਂ ਕਿ ਤੂੰ ਜਿਹੜਾ ਹੈਗਾ ਇਹ ਮੇਰੇ ਨੇੜੇ ਆ ਸਕੇ, ਇਸ ਵਾਸਤੇ ਯੂਜ਼ ਕਰ। ਹਾਂਜੀ ਠੀਕ ਹੈ ਜੀ।
ਅੱਗੇ ਚੱਲੀਏ। ਹਾਂਜੀ, ਅੱਗੇ ਹੁਣ ਦੂਸਰਾ ਦੇਖੋ, ਦੂਸਰਾ ਸ਼ਬਦ ਆ ਗਿਆ। ਹੁਣ ਜਿਹੜੇ ਇਹ ਗੱਲ ਸਮਝ ਜਾਂਦੇ ਆ, ਹੁਣ ਇੰਨੀ ਗੱਲ ਦੱਸ ਦਿੱਤੀ ਵੀ ਬਹੂ ਜਿਹੜੀ ਘੂੰਘਟ ਹੁਣ ਨਹੀਂ ਕੱਢਦੀ ਹੈ, ਜਿਹੜੇ ਮਾਲਕ ਪਰਮਾਤਮਾ ਵੱਲ ਜਿਹੜਾ ਹੈਗਾ ਕੁੱਦਦੇ ਆ, ਨੱਚਦੇ ਆ ਮਾਲਕ ਦੇ ਅੱਗੇ, ਜਿਵੇਂ ਮਾਲਕ ਚਾਹੁੰਦਾ ਹੈ ਜੋ ਉਹ ਉਹਨਾਂ ਦੇ ਬਾਰੇ ਗਿਆਨ ਆ ਰਿਹਾ। ਆਸਾ ਕਰਵਤ ਭਲਾ ਨਾ ਕਰਵਟ ਤੇਰੀ। ਦੇਖ ਲਓ, ਪਤੀ ਨੂੰ ਕਹਿ ਰਹੀ ਆ ਆਪਣੀ ਜੀਵ ਇਸਤਰੀ, ਕਹਿੰਦੇ ਤੂੰ ਮੈਨੂੰ ਚੀਰ ਦੇ। ਕਰਵਤ ਕਹਿੰਦੇ ਆ ਆਰੇ ਨਾਲ ਚੀਰ ਦੇ, ਮੈਨੂੰ ਚੰਗਾ ਹੈ, ਮੈਂ ਚਿਰਵਾ ਲਊਂਗੀ, ਪਰ ਤੂੰ ਮੇਰੇ ਵੱਲ ਪਿੱਠ ਨਾ ਕਰ ਬਸ। ਕਰਵਤ ਭਲਾ ਨਾ ਕਰਵਟ ਤੇਰੀ ਤੂੰ ਮੇਰੇ ਵੱਲ ਤੂੰ ਮੇਰੇ ਵੱਲ ਕਿਰਪਾ ਦ੍ਰਿਸ਼ਟੀ ਰੱਖ। ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬਿਨਤੀ ਮੇਰੀ। ਮੇਰੇ ਗਲੇ ਲੱਗ, ਮੇਰੀ ਬੇਨਤੀ ਸੁਣ, ਮੈਨੂੰ ਆਪਣਾ ਸਾਥ ਦੇ। ਹਾਂ ਵਾਰੀ ਮੁਖ ਫੇਰ ਪਿਆਰੇ, ਮੈਂ ਤੇਰੇ ਤੋਂ ਵਾਰਨੇ ਆ ਮਾਲਕਾ, ਮੈਂ ਤੇਰੇ ਤੋਂ ਸਾਰਾ ਕੁਝ ਕੁਰਬਾਨ ਕਰ ਦਿੰਨਾ। ਮੇਰੇ ਵੱਲ ਮੂੰਹ ਕਰ, ਮੇਰੇ ਨੇੜੇ ਆ, ਮੇਰੇ ਅੰਦਰ ਪ੍ਰਗਟ ਹੋ। ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਮੇਰੇ ਵੱਲ ਨੂੰ ਮੂੰਹ ਕਰ, ਮੇਰੇ ਵੱਲ ਪਿੱਠ ਨਾ ਕਰ। ਪਿੱਠ ਤਾਂ ਆਪਾਂ ਹੀ ਕਰ ਰਹੇ ਹਾਂ, ਮਾਲਕ ਥੋੜੀ ਨਾ ਕਰਦਾ ਹੈ। ਪਰ ਦੇਖੋ ਬੇਨਤੀ ਆ ਵੀ ਮੇਰੇ ਅੰਦਰ ਪ੍ਰਗਟ ਹੋ। ਕਰਵਟ ਦੇ ਮੋਕੋ ਕਾਹੇ ਕੋ ਮਾਰੇ, ਮੈਨੂੰ ਕਿਉਂ, ਮੈਂ ਤਾਂ ਇਸ ਤਰ੍ਹਾਂ, ਇਹ ਤਾਂ ਮੇਰੀ ਆਤਮਿਕ ਮੌਤ ਹੈਗੀ ਆ। ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਕਿ ਜੇ ਪ੍ਰਮਾਤਮਾ ਮੈਂ ਤੇਰੇ ਤੋਂ ਘੁੰਡ ਕੱਢਦਾ ਨਾ, ਹਾਂ, ਤੇਰੇ ਵੱਲ ਜੇ ਮੈਂ ਮਤਲਬ ਆਪਣੀ ਕੁਰਸੀ ਨੂੰ ਨਹੀਂ ਲੈ ਕੇ ਜਾਂਦਾ, ਮੈਂ ਸੰਸਾਰ ਵੱਲ ਹੀ ਭੱਜਾ ਫਿਰਦਾ, ਤੇ ਕਹਿੰਦੇ ਇਹਦੇ ਨੂੰ ਚੰਗਾ ਹੈ ਕਿ ਮੈਂ ਸਮਝ ਲਓ ਕਿ ਆਰੇ ਤੇ ਆਪਣੇ ਆਪ ਨੂੰ ਚੀਰ ਦਵਾਂ। ਹਾਂ, ਉਹ ਵਧੀਆ ਹੈ ਇਹਦੇ ਨਾਲ, ਉਹ ਸੌਖਾ ਵਾ ਕੰਮ। ਮੇਰੀ ਜ਼ਿੰਦਗੀ ਦੇ ਵਿੱਚ ਤੇਰੀ ਇੰਨੀ ਮਹਾਨਤਾ ਹੈ, ਹਾਂ, ਇਸ ਤੋਂ ਬਿਨਾਂ ਮੇਰਾ ਜਿਹੜਾ ਜੀਵਨ ਉਹ ਕਿਸੇ ਕੰਮ ਦਾ ਨਹੀਂ। ਪਰ ਜੇਕਰ ਦੇਖਿਆ ਜਾਵੇ ਸੰਸਾਰਿਕ ਮਨੁੱਖ ਉਹ ਲਾਸਟ ਤੇ ਰੱਖਿਆ ਉਹਨੇ ਰੱਬ ਦਾ ਨਾਂ। ਬਿਲਕੁਲ ਲਾਸਟ ਤੇ ਰੱਖਿਆ ਜੀ, ਬਿਲਕੁਲ। ਇੱਥੇ ਉਹ ਕਹਿ ਰਹੇ ਨੇ ਕਿ ਮਤਲਬ ਕਿ ਇੰਨਾ ਮੇਰਾ ਪਿਆਰ ਹੈ ਤੇਰੇ ਨਾਲ ਕਿ ਜੇ ਮੰਨ ਲਾ ਕਿ ਤੇਰੀ ਮੇਰੇ ਜੀਵਨ ਚ ਹੁੰਦੀ ਨਹੀਂ ਹੈਗੀ, ਇਹਦੇ ਨੂੰ ਕਹਿੰਦਾ ਕਿ ਇਹਦੇ ਨੂੰ ਚੰਗਾ ਮੈਂ ਆਪਣਾ ਸਰੀਰ ਹੀ ਆਰੇ ਨਾਲ ਚਿਰਾ ਦੇਵਾਂ। ਹਾਂ, ਸਰੀਰ ਦਾ ਕਹਿੰਦੇ ਮੈਨੂੰ ਮਨੁੱਖੀ ਜੀਵਨ ਦਾ, ਮੇਰੇ ਦੁਨੀਆ ਦੇ ਵਿੱਚ ਮਕਸਦ ਹੀ ਨਹੀਂ ਹੈ ਕੋਈ। ਜੇ ਤੂੰ ਮੇਰੇ ਜੀਵਨ ਚ ਨਹੀਂ ਹੈਗਾ ਤੇ ਮੇਰਾ ਜੀਵਨ ਦਾ ਕੋਈ ਮਕਸਦ ਹੀ ਨਹੀਂ ਹੈਗਾ। ਹਾਂ, ਮੇਰਾ ਜੀਵਨ ਜਿਹੜਾ ਇੱਕ ਹਨੇਰੀ ਰਾਤ ਹੈ, ਕੋਈ ਚੰਗੀ ਚੀਜ਼ ਨਹੀਂ ਹੈਗੀ। ਹਾਂਜੀ ਨੇ ਜੱਸਾ ਅੱਗੇ ਲੈ ਕੇ ਅਗਲੀ ਬੋਲੋ ਤੋਂ। ਹਾਂ, ਲਾਗ ਗਲੇ ਸੁਣ ਬੇਨਤੀ ਮੇਰੀ ਹੋ ਗਿਆ। ਹਾਂ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਮੈਂ ਤੇਰੇ ਤੋਂ ਵਾਰਨੇ ਆ, ਮੇਰੇ ਵੱਲ ਮੂੰਹ ਕਰ, ਮੈਨੂੰ ਕਰਵਟ ਦੇ, ਮੇਰੇ ਵੱਲ ਮੂੰਹ ਕਰ, ਕਰਵਟ ਫੇਰਨਾ, ਤੇ ਮੈਨੂੰ ਜਿਹੜਾ ਹੈਗਾ ਕਿਉਂ ਮੇਰਾ ਜਿਹੜਾ ਹੈਗਾ ਆਤਮਿਕ ਮੌਤ ਜਿਹੜਾ ਹੈਗਾ ਮੈਂ ਮਰ ਜਾਊਂਗਾ ਜੇ ਮੈਂ ਤੇਰੇ ਨਾਲ ਨਹੀਂ ਮੇਰਾ ਜਿਹੜਾ ਹੈਗਾ ਇੱਕਮਿਕ ਹੋਇਆ ਤੇ। ਰਹਾਓ। ਹਾਂਜੀ ਠੀਕ ਹੈ। ਜੋ ਪ੍ਰਮਾਤਮਾ ਦੇ ਗਾੜੀ ਫਿਰ ਅਰਜ਼ੋਈ ਕਰਦੇ ਨੇ ਕਿ ਮੇਰੇ ਪਿਤਾ ਤੁਸੀਂ ਮੇਰੇ ਵੱਲ ਵੇਖੋ, ਮੇਰੇ ਵੱਲ ਵੇਖੋ, ਮੇਰੇ ਤੋਂ ਮੂੰਹ ਨਹੀਂ ਮੋੜਨਾ। ਕਿਉਂਕਿ ਜੇ ਤੁਸੀਂ ਮੇਰੇ ਤੋਂ ਮੂੰਹ ਮੋੜ ਲਿਆ ਤੇ ਮੇਰਾ ਜੀਵਨ ਦਾ ਕੋਈ ਮਕਸਦ ਹੀ ਨਹੀਂ ਰਹਿ ਜਾਏਗਾ, ਮੈਂ ਆਤਮਿਕ ਮੌਤ ਮਰ ਜਾਵਾਂ। ਔਰ ਸਹੀ ਗੱਲ ਹੈ, ਜਦੋਂ ਪ੍ਰਮਾਤਮਾ ਬੰਦੇ ਨੂੰ, ਜਦੋਂ ਅਸੀਂ ਨਹੀਂ ਉਹਦੀ ਕਦਰ ਕਰਦੇ ਤੇ ਫਿਰ ਏਦਾਂ ਕਹਿੰਦਾ ਜਾ ਵੀ ਤੁਰਿਆ ਜਾ ਜਿੱਥੇ ਤੇਰਾ ਦਿਲ ਕਰਦਾ, ਤੈਨੂੰ ਮੈਂ ਕੀ ਕਰ ਸਕਦਾ। ਬਸ ਪਰ ਜਦੋਂ ਪ੍ਰਮਾਤਮਾ ਸਾਡੇ ਜੀਵਨ ਚ ਆ ਜਾਂਦਾ ਤੇ ਬਾਕੀ ਤਾਂ ਸਭੇ ਚੀਜ਼ਾਂ ਸਾਡੇ ਜੀਵਨ ਚ ਆ ਜਾਂਦੀਆਂ। ਵੈਸੇ ਵੀ ਇੱਕ ਬਾਣੀ ਚ ਤੁਕ ਆਉਂਦੀ ਆ, ਪਰਮੇਸ਼ਰ ਦੇ ਭੁੱਲਿਆਂ ਤੇ ਵਿਆਪਨ ਸਭੇ ਰੋਗ। ਬਿਲਕੁਲ, ਰੋਗ ਆ ਜਾਂਦੇ ਬੰਦੇ ਦੇ ਜੀਵਨ, ਕਸ਼ਟ ਆ ਜਾਣਗੇ। ਜਿਹੜਾ ਬੰਦਾ ਨਹੀਂ ਨਾ ਧਿਆਉਂਦਾ, ਬੰਦਗੀ ਨਹੀਂ ਕਰ ਰਿਹਾ, ਉਹ ਕੋਈ ਚੰਗਾ ਜੀਵਨ ਥੋੜੀ ਹੈਗਾ, ਬਹੁਤ ਹਲਕੀ ਕਿਸਮ ਦਾ ਜੀਵਨ। ਅੰਜਨ ਜੱਸਾ ਅੱਗੇ ਹੁਣ ਜਿਹੜਾ ਰਹਾਓ। ਜਾਓ ਤਨ ਚੀਰੇ ਅੰਗ ਨਾ ਮੋਰੋ। ਓਹੋ, ਕਹਿੰਦੇ ਮਾਲਕਾ ਦੇਖੋ ਕਿੰਨੀ ਜਿਹੜੀ ਖਿੱਚ ਆਈ। ਕਹਿੰਦੇ ਤੂੰ ਮੇਰਾ ਤਨ ਚੀਰ ਦੇ, ਮੈਂ ਮਜਾ ਲਿਆ, ਮੈਂ ਜਿਹੜਾ ਹੈਗਾ ਹਿੱਲ ਜਾਵਾਂ। ਜਾਓ ਤਨ ਚੀਰੇ ਅੰਗ ਨਾ ਮੋਰੋ, ਮੈਂ ਪਿੱਛੇ ਨਹੀਂ ਹਟੂੰਗਾ, ਮੈਂ ਸਾਰਾ ਕੁਝ ਕੁਰਬਾਨ ਕਰਨ ਨੂੰ ਤਿਆਰ ਹਾਂ। ਪਿੰਡ ਪਰੇ ਤੋਂ ਪ੍ਰੀਤ ਨਾ ਤੋੜੋ, ਮੇਰਾ ਸਰੀਰ ਹੀ ਖਤਮ ਹੋ ਜਾਏ, ਇਹ ਸਰੀਰ ਖਤਮ ਹੋ ਜਾਏ, ਮੈਂ ਤੇਰੇ ਨਾਲ ਪ੍ਰੀਤ ਨਹੀਂ ਤੋੜਨੀ। ਹਾਂਜੀ ਗੋਰਖੀ ਸਾਹਿਬ। ਫਿਰ ਅਗਲੇ ਬੰਨੇ ਉਹ ਆਪਣੇ ਪਿਆਰ ਦੇ ਲਈ ਉਹ ਕਰ ਰਹੇ ਨੇ ਗੱਲ ਕਲੀਅਰ। ਹਾਂ, ਉਹ ਕਹਿੰਦੇ ਕਿ ਜੇ ਮੇਰਾ ਸਰੀਰ ਵੀ ਚੀਰਿਆ ਜਾਵੇ ਨਾ ਤੇ ਮੈਂ ਤਾਂ ਵੀ ਪ੍ਰਮਾਤਮਾ ਤੇਥੋਂ ਦੂਰ ਨਹੀਂ ਹੋ ਸਕਦਾ। ਹਾਂ, ਤੇਰਾ ਮੇਰਾ ਪਿਆਰ ਹੈਗਾ, ਮੇਰੀ ਤੇਰੇ ਨਾਲ ਇੰਨਾ ਮਤਲਬ ਮੈਂ ਤੈਨੂੰ ਪਸੰਦ ਕਰਦਾ। ਔਰ ਜੇ ਮੇਰਾ ਸਰੀਰ ਨਸ਼ਟ ਵੀ ਹੋ ਜਾਊਗਾ ਤਾਂ ਵੀ ਮੈਂ ਤੇਰੇ ਤੋਂ ਬੇਮੁਖ ਨਹੀਂ ਹੁੰਦਾ।
मतलब कि मेरे जीवन च इन्नी महानता है तेरे नाम दी। हाँ जी गुस्सा। हम तुम बीच पयो नहीं कोई, कहते मेरे और तेरे बिच कोई नहीं हैगा, बस मेरे और तेरे बिच कोई नहीं हैगा। हम तुम बीच पयो नहीं कोई, तुम है सुकंत नार हम सोई। तू ही मेरा पति हैगा और मैं तेरी इस्त्री हैगी हाँ, बस आही ਆਪਾਂ ਆਪਣਾ ਰਿਲੇਸ਼ਨ ਹੈਗਾ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ। ਆਤਮਿਕ ਮੇਲ ਦੀ ਗੱਲ ਕਰਦੇ ਆ, ਜਦੋਂ ਸੁਰਤੀ ਆਤਮਾ ਤੱਤ 'ਚ ਮੇਲ ਹੋ ਜਾਂਦੀ ਹੈ ਨਾ, ਤੇ ਫਿਰ ਤੁਹਾਡੇ ਤੇ ਪ੍ਰਮਾਤਮਾ ਦੇ ਵਿੱਚ ਕੋਈ ਵੀ ਨਹੀਂ ਆ ਸਕਦਾ, ਕਿਉਂਕਿ ਬਹੁਤ ਗਹਿਰਾ ਮਿਲਣ ਹੈ ਔਰ ਇਹ ਤੁਹਾਡੇ ਅੰਦਰ ਮਿਲਣ ਹੋਣਾ। ਔਰ ਜਦੋਂ ਇਹ ਮਿਲਣ ਹੋ ਗਿਆ ਤਾਂ ਫਿਰ ਉਹ ਕਬੀਰ ਜੀ ਫਿਰ ਸਮਝਾ ਰਹੇ ਨੇ ਕਿ ਜਿੱਦਾਂ ਮਤਲਬ ਇੱਕ ਨਾਰ ਤੇ ਪਤੀ ਦਾ ਮਿਲਣ ਹੋ ਜਾਂਦਾ ਹੈ ਨਾ, ਇੱਕ ਦੂਜੇ ਦੇ ਕਰੀਬ ਆ ਜਾਂਦੇ, ਉਸੇ ਹੀ ਤਰ੍ਹਾਂ ਦਾ ਮਿਲਣ ਸਾਡਾ ਆਪਣੇ ਅੰਦਰ ਹੋਣਾ ਹੈ। ਬੰਦਗੀ ਕਰਦੇ ਗਏ ਨਾ, ਇੱਕ ਸਮਾਂ ਆਊਗਾ ਤੁਹਾਡੇ ਅੰਦਰ ਜਿਹੜੀ ਉਹ ਸ਼ਕਤੀ ਉਹ ਪ੍ਰਗਟ ਹੋ ਜਾਣੀ ਹੈ। ਫਿਰ ਸੰਸਾਰ ਦੀ ਕੋਈ ਵੀ ਚੀਜ਼ ਆ ਤੁਹਾਡੇ ਤੇ ਪ੍ਰਮਾਤਮਾ ਦੇ ਵਿੱਚ ਨਹੀਂ ਆ ਸਕਦੀ, ਬਹੁਤ ਮੁਸ਼ਕਲ ਹੈ, ਉਹ ਕਿਤੇ ਕੋਈ ਜਾ ਹੀ ਨਹੀਂ ਸਕਦਾ। ਉੱਥੇ ਹੈ ਪ੍ਰਕਿਰਤੀ ਦੀ ਕੋਈ ਆੜੇ ਤੱਤ ਹੈਗੇ ਨਾ, ਤਿੰਨ ਰਜੋ ਤਮੋ ਤੋਂ ਸਤੋ, ਜੇ ਇਹ ਨਹੀਂ ਜਾ ਸਕਦੇ ਉੱਥੇ ਕੋਈ ਵੀ ਨਹੀਂ ਜਾ ਸਕਦਾ। ਜਿੱਥੇ ਤੁਸੀਂ ਚਲੇ ਗਏ ਉਹਨੂੰ ਨਿਰਵਿਕਲਪ ਸਮਾਧੀ ਕਹਿੰਦੇ ਆਪਾਂ। ਅਗਲੀ ਤੁਕ ਦੇ ਵਿੱਚ ਗੋਰਖੀ ਸਾਹਿਬ ਇਹੀ ਗੱਲ ਕਰ ਰਹੇ ਆ ਕਬੀਰ ਜੀ। ਅੱਛਾ ਠੀਕ ਹੈ ਜੀ, ਅੱਗੇ ਚਲੀਏ। ਕਹਿੰਦੇ ਕਹਿਤ ਕਬੀਰ ਸੁਨੋ ਰੇ ਲੋਈ, ਅਬ ਤੁਮਰੀ ਪ੍ਰਤੀਤ ਨਾ ਹੋਈ। ਕਹਿੰਦੇ ਇਹ ਲੋਈ ਕਹਿੰਦੇ ਆ ਦੁਨੀਆ, ਕਹਿੰਦੇ ਆ ਹੁਣ ਜਿਹੜੀ ਆ ਤੁਹਾਡੀ ਜਿਹੜੀ ਆ ਪ੍ਰਤੀਤ ਨਹੀਂ ਆ ਪਾਈ। ਹੁਣ ਮੈਨੂੰ ਕੋਈ ਤੁਹਾਡੀ ਮੈਨੂੰ ਕੋਈ ਇੰਟਰਸਟ ਨਹੀਂ ਹੈਗਾ ਦੁਨੀਆ ਦੇ ਪਦਾਰਥਾਂ ਦੇ ਵਿੱਚ। ਹਾਂਜੀ ਬਿਲਕੁਲ ਠੀਕ ਕਹਿ ਰਹੇ ਨੇ ਕਬੀਰ ਜੀ। ਇੱਥੇ ਆ ਕੇ ਪਤਾ ਕੀ ਹੈ, ਜਦੋਂ ਤੁਸੀਂ ਲਗਾਤਾਰ ਬੰਦਗੀ ਕਰਦੇ ਗਏ ਔਰ ਥੋੜਾ ਬਹੁਤਾ ਕੋਸ਼ਿਸ਼ ਕੀਤੀ ਹੈ, ਜਿਹੜੀਆਂ ਚੀਜ਼ਾਂ ਸਹੀ ਨਹੀਂ ਆ ਉਹਨਾਂ ਦਾ ਤਿਆਗ ਕੀਤਾ, ਪਰ ਉਹਦੇ ਨਾਲ ਕੀ ਹੋਣਾ ਕਿ ਤੁਹਾਡੀ ਸਮਾਧੀ ਗਹਿਰੀ ਹੋਈ ਜਾਣੀ। ਇਹ ਸੰਸਾਰ ਦੇ ਵਿੱਚ ਜਿਹੜਾ ਤੁਹਾਨੂੰ ਸਹੀ ਤਰ੍ਹਾਂ ਵਿਚਰਨਾ ਪਊਗਾ, ਇਕੱਲੀ ਭਗਤੀ ਨਾਲ ਕੰਮ ਨਹੀਂ ਬਣੇਗਾ। ਭਗਤੀ ਤੇ ਕੇਵਲ ਤੁਹਾਡੇ ਮਨ ਨੂੰ ਸਾਧਨ ਵਾਸਤੇ ਹੈ, ਉਸ ਤੋਂ ਬਾਅਦ ਫਿਰ ਕਰਮ ਕਰਨੇ, ਕਿਉਂਕਿ ਆਸਾਨ ਨਹੀਂ ਹੈ। ਪ੍ਰਮਾਤਮਾ ਇਕੱਲੀ ਭਗਤੀ ਨਹੀਂ ਚਾਹੁੰਦਾ। ਮੈਨੂੰ ਜਿਹੜਾ ਕਰੈਕਟਰ ਹੈ ਉਹਨੂੰ, ਕਿਰਦਾਰ ਨੂੰ ਚੰਗੀ ਤਰ੍ਹਾਂ ਪਲੇ ਕਰਨਾ ਪਊ। ਇਹ ਥੋੜੀ ਕਿ ਕਿਸੇ ਦੀ ਸੇਵਾ ਕਰਨ ਦੀ ਲੋੜ ਆ। ਮੇਰਾ ਜੋ ਵੀ ਕਰੈਕਟਰ ਮਿਲਿਆ ਮੈਨੂੰ ਫਿਰ ਉਹਨੂੰ ਸਹੀ ਤਰੀਕੇ ਨਾਲ ਚਲਾਉਣਾ ਪਊਗਾ। ਆਪ ਦੇਖੋ, ਪਰ ਜਦੋਂ ਤੁਸੀਂ ਉਹ ਕੰਮ ਕੀਤਾ ਤੇ ਫਿਰ ਇਹ ਵਿਵਸਥਾ ਤੁਹਾਡੇ ਅੰਦਰ ਬਣ ਜਾਣੀ ਹੈ। ਫਿਰ ਸੰਸਾਰ ਤੁਹਾਨੂੰ ਕੁਛ ਵੀ ਨਹੀਂ ਕਹਿ ਸਕਦਾ। ਨਾ ਤੁਹਾਨੂੰ ਸੰਸਾਰ ਨੇ ਖਿੱਚਣਾ, ਨਾ ਤੁਹਾਨੂੰ ਸੰਸਾਰ ਦੇ ਪਦਾਰਥ ਨੇ ਖਿੱਚਣਾ, ਨਾ ਤੁਹਾਨੂੰ ਸੰਸਾਰ ਦੇ ਰੂਪ ਨੇ ਖਿੱਚਣਾ, ਕਿਉਂਕਿ ਇਹਦੀ ਖਿੱਚ ਜਿਹੜੀ ਉਹ ਖਤਮ ਹੋ ਜਾਣੀ ਹੈ। ਕਿਉਂਕਿ ਜਦੋਂ ਸਾਡਾ ਮਿਲਣ ਹੁੰਦਾ ਨਾ ਪਰਮਾਤਮਾ ਦੇ ਨਾਲ, ਫਿਰ ਮਾਇਆ ਆਟੋਮੈਟਿਕਲੀ ਬਿੰਸ ਜਾਂਦੀ ਹੈ, ਕਿਉਂਕਿ ਉਹਦਾ ਆਨੰਦ ਇੱਕ ਵੱਖਰਾ ਹੈ। ਫਿਰ ਤੁਸੀਂ ਸੰਗੀਤ ਸੁਣ ਕੇ ਵੇਖ ਲਿਓ, ਕੋਈ ਵੀ ਗਾਣਾ ਗੁਣਾ ਤੁਹਾਨੂੰ ਚੰਗਾ ਨਹੀਂ ਲੱਗੇਗਾ। ਲੋਕਾਂ ਦੀਆਂ ਗੱਲਾਂ ਵੀ ਤੁਹਾਨੂੰ ਫਿੱਕੀਆਂ ਲੱਗਣਗੀਆਂ। ਕਿਉਂ ਲੱਗਣਗੀਆਂ? ਕਿ ਗਿਆਨ ਹੋ ਗਿਆ, ਆਪਣਾ ਗਿਆਨ ਹੋ ਗਿਆ। ਇਹ ਬੰਦੇ ਕੀ ਕਹਿ ਰਹੇ ਨੇ, ਕੀ ਬੋਲ ਰਹੇ ਨੇ, ਇਹ ਸੱਚੀ ਸਹੀ ਹੈ ਜਾਂ ਗਲਤ ਆ, ਤੁਹਾਨੂੰ ਖੁਦ ਪਤਾ ਲੱਗੇਗਾ ਜਦੋਂ ਤੁਹਾਡੀ ਸੁੱਤੀ ਆਤਮਾ ਤੱਤ ਜਲੀਨ ਹੋਗੀ। ਹਾਂਜੀ ਨਜਰ ਸਾਹਿਬ। ਅਗਲਾ ਸ਼ਬਦ ਆ ਗਿਆ ਜੀ, ਤੀਸਰਾ ਲੜੀ ਦਾ ਤੀਸਰਾ ਮੋਤੀ, ਸੁਨਹਿਰਾ ਮੋਤੀ। ਆਸਾ ਕੋਰੀ ਕੋ ਕਾਹੂ ਮਰਮ ਨਾ ਜਾਣਾ, ਸਭ ਜਗਾਨ ਤਨਾਇਓ ਤਾਨਾ ਰਾਹੋ। ਹੁਣ ਕੋਰੀ ਵਰਡ ਆਇਆ ਆ। ਕੋਰੀ ਵਰਡ ਜਿਹੜਾ ਹੈਗਾ ਇਹ ਜੁਲਾਹੇ ਨੂੰ ਕਹਿੰਦੇ ਆ ਯੂਪੀ ਬਿਹਾਰ ਸਾਈਡ ਦੇ ਵਿੱਚ ਕੋਰੀ ਜੁਲਾਹੇ ਨੂੰ ਕਹਿੰਦੇ ਆ। ਕਹਿੰਦੇ ਮੈਨੂੰ ਤੁਸੀਂ ਜੁਲਾਹਾ ਕਹਿ ਰਹੇ ਹੋ, ਮੈਨੂੰ ਕਹਿ ਰਹੇ ਹੋ ਵੀ ਇਹ ਨੀਚ ਕੁਲ ਦਾ ਹੈਗਾ ਜੁਲਾਹਾ ਜਿਹੜਾ ਹੈਗਾ। ਕਹਿੰਦੇ ਤੁਹਾਨੂੰ ਇੱਕ ਪਤਾ ਹੈਗਾ ਬਈ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਵੀ ਮੇਰੇ ਹੀ ਖਾਨਦਾਨ ਚੋਂ ਹੈਗਾ। ਕੋਰੀ ਕੋ ਕਾਹੂ ਮਰਮ ਨਾ ਜਾਂਦਾ। ਕਹਿੰਦੇ ਕੋਈ ਵੀ ਇਹ ਭੇਤ ਨੂੰ ਜਾਣਦਾ ਹੀ ਨਹੀਂ ਹੈਗਾ ਵੀ ਪਰਮਾਤਮਾ ਵੀ ਜਿਹੜਾ ਜੁਲਾਇਆ ਹੈਗਾ। ਕੋਰੀ ਕੋ ਕਾਹੂ ਮਰਮ ਨਾ ਜਾਣਾ, ਕੋਈ ਨਹੀਂ ਸਮਝਦਾ ਇਸ ਗੱਲ ਨੂੰ। ਸਭ ਜਗ ਆਨ ਤਨਾਇਓ ਤਾਨਾ ਰਾਹੋ। ਦੇਖ ਉਹ ਮਾਲਕ ਪਰਮਾਤਮਾ ਨੇ ਸਾਰਾ ਸੰਸਾਰ, ਆਕਾਸ਼ ਧਰਤ ਪਤਾਲ ਆਕਾਸ਼, ਦੇਖ ਇੰਨਾ ਤਣ ਦਿੱਤਾ, ਇੰਨਾ ਪੂਰੀ ਸ੍ਰਿਸ਼ਟੀ ਬਣਾ ਦਿੱਤੀ, ਇੰਨੇ ਜੀਵ, ਇੰਨੇ ਧਾਗੇ, ਸਾਰੇ ਦੇ ਸਾਰੇ ਜਿਹੜੇ ਹੈਗੇ ਤਣੇ ਪਏ, ਸਾਰੇ ਦੇ ਸਾਰੇ ਮਾਲਕ ਦੇ ਵਿੱਚ ਹੈਗੇ ਸਾਰੇ। ਉਹਦੇ ਸਾਰਿਆਂ ਦੇ ਅੰਦਰ ਦੀ ਉਹਨੇ ਉਹੀ ਸੂਤ ਨੰਗਾਇਆ ਹੋਇਆ ਹੈ, ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਬੀਰ ਜੀ ਕਹਿ ਰਹੇ ਨੇ ਕਿ ਜਿੱਦਾਂ ਮੈਂ ਇੱਕ ਜੁਲਾਹਾ ਤੇ ਤੁਸੀਂ ਕਹਿੰਦੇ ਹੋ ਕਿ ਛੋਟੀ ਜਾਤ ਹੈ, ਫਲਾਨਾ ਹੈ, ਟਿਮਕਾ ਹੈ, ਪਰ ਤੁਹਾਨੂੰ ਪਤਾ ਹੈ ਪਰਮਾਤਮਾ ਵੀ ਇੱਕ ਜੁਲਾਹਾ ਹੈ। ਬਹੁਤ ਵਧੀਆ ਜੀ। ਉਹ ਵੀ ਸੂਟ ਤਾਣ ਕੇ ਬੈਠਾ ਹੈ। ਮੇਰਾ ਖੱਡੀ ਦੇ ਸੂਟ ਆ, ਉਹਦਾ ਵੱਡਾ ਸੂਟ ਆ, ਉਹ ਆਕਾਸ਼ ਦੇ ਵਿੱਚ ਲਾ ਕੇ ਬੈਠਾ ਆਪਣਾ ਤਣ।
ਤੇ ਉਹ ਜਿੱਦਾਂ ਮੈਂ ਤੰਦ ਪਰੋ ਰਿਹਾ ਵਾਂ ਉਦਾਂ ਨਿਭ ਰਹੀਆਂ ਸਾਰੀਆਂ, ਔਰ ਸਾਰੀਆਂ ਤੰਦਾਂ ਉਦਾਂ ਹੀ ਕੰਮ ਕਰ ਰਹੀਆਂ ਜਿੱਦਾਂ ਉਹਨੇ ਹੁਕਮ ਬਾਣੀ ਚ ਕਿਹਾ ਵੀ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਕਿਉਂਕਿ ਜਿੱਥੇ ਹੁਕਮ ਹੈ ਨਾ ਸੂਰਜ ਨੂੰ, ਧਰਤੀ ਨੂੰ, ਇਹ ਪਾਣੀ ਨੂੰ, ਇਹ ਆਕਾਸ਼ ਨੂੰ, ਇਹਨਾਂ ਨੂੰ ਹੁਕਮ ਹੋਇਆ ਹੈ, ਉਹ ਫਿਰ ਹੁਕਮ ਦੀ ਪਾਲਣਾ ਕਰਦੇ ਨੇ। ਪਰਮਾਤਮਾ ਆਪ ਨਹੀਂ ਆਪਰੇਟ ਕਰਦਾ, ਪਰਮਾਤਮਾ ਨੇ ਤੇ ਹੁਕਮ ਦਿੱਤਾ ਹੈ ਪਰ ਜਸਟ ਦੇਖੋ ਕਿ ਉਹ ਪਰਮਾਤਮਾ ਕੋਈ ਬੰਦਾ ਨਹੀਂ ਹੈਗਾ ਛੋਟਾ ਮੋਟਾ। ਬੰਦੇ ਦੀ ਕੀ ਕੈਪੈਸਿਟੀ ਹੈ, ਉਹ ਛੋਟਾ ਜਿਹਾ, ਉਹ ਇੱਕ ਸ਼ਕਤੀ ਹੈ। ਮੈਂ ਖੁਦ ਵੀ ਕਈ ਵਾਰੀ ਹੈਰਾਨ ਹੁੰਦਾ ਕਿ ਇੰਨਾ ਜ਼ਬਰਦਸਤ ਉਹਦਾ ਕ੍ਰਿਸ਼ਮਾ, ਉਹਦੀਆਂ ਖੂਬੀਆਂ, ਉਸਤਤ ਦਾ ਮਤਲਬ ਉਹਦੀਆਂ ਖੂਬੀਆਂ। ਹੁਣ ਆਪਾਂ ਕਿੰਨੇ ਲੋਕਾਂ ਨੂੰ ਮਿਲਦੇ ਹਾਂ, ਇੱਕ ਇੱਕ ਬੰਦੇ ਦੀ ਗੱਲ ਸਾਨੂੰ ਯਾਦ ਹੈ, ਇੱਕ ਇੱਕ ਬੰਦੇ ਦੀ ਸ਼ਕਲ ਸਾਨੂੰ ਯਾਦ ਹੈ। ਇੱਥੋਂ ਤੱਕ ਨਿੱਕੇ ਨਿੱਕੇ ਕੀੜੀਆਂ, ਭੱਬੂ, ਹੋਰ ਜੋ ਮਰਜੀ ਆ, ਦੁਨੀਆ ਭਰ ਦੇ ਨਾਂ ਨਹੀਂ ਮੈਨੂੰ ਪਤਾ, ਉਹਨਾਂ ਦੇ ਅੰਦਰ ਇੰਨੀ ਮੈਮਰੀ ਹੈਗੀ ਆ ਕਿ ਸ਼ਾਮੀ ਆਪਣੇ ਘਰ ਜਾਣਾ ਹੈ, ਆਪਣਾ ਰਿਜ਼ਕ ਲਿਆਉਣਾ ਹੈ, ਆਪਣੇ ਫੈਮਿਲੀ ਚ ਰਹਿਣਾ ਹੈ। ਅਬ ਜਸਟ ਸੋਚੋ ਕਿ ਉਹ ਅਸਕਰ ਮੈਮਰੀ ਉਹਦੇ ਚ ਪਾਈਆਂ ਤੇ ਤਾਈਓ ਤੇ ਹੈਗੀਆਂ। ਕਿੱਦਾਂ ਰਹਿੰਦੇ ਨੇ, ਦੇਖੋ ਕਿੱਦਾਂ ਜੰਗਲਾਂ ਚ ਜਾਨਵਰ ਬਣਾਏ ਨੇ, ਉਹ ਕਿੱਦਾਂ ਇੱਕ ਸਾਈਕਲ ਬਣਾਇਆ, ਇੱਕ ਜੀਵ ਦੂਜੇ ਤੇ ਨਿਰਭਰ, ਦੂਜਾ ਤੀਜੇ ਤੇ ਨਿਰਭਰ, ਤੀਜਾ ਚੌਥੇ ਤੇ ਨਿਰਭਰ। ਇਸੇ ਤਰ੍ਹਾਂ ਇਹ ਸਰਕਲ ਚੱਲ ਰਿਹਾ। ਉਹ ਜਿਹੜੇ ਜੀਵਾਂ ਦੀ ਜ਼ਿਆਦਾ ਜ਼ਰੂਰਤ ਆ, ਜਿਹੜੇ ਦੂਜੇ ਦੀ ਖੁਰਾਕ ਬਣਨਗੇ, ਉਹ ਜ਼ਿਆਦੇ ਨੇ। ਦੇਖੋ ਕੁਦਰਤ ਨੇ ਕਿੱਦਾਂ ਵਧੀਆ ਬਣਾਇਆ ਸਿਸਟਮ। ਉਸ ਤੋਂ ਬਾਅਦ ਵੇਖੋ, ਜੇ ਆਪਾਂ ਕਣਕ ਦੀ ਸਾਨੂੰ ਲੋੜ ਪੈਂਦੀ ਆ, ਝੋਨੇ ਦੀ ਸਾਨੂੰ ਲੋੜ ਪੈਂਦੀ, ਦਾਲਾਂ ਦੀ ਸਾਨੂੰ ਲੋੜ ਪੈਂਦੀ ਆ, ਉਹਦੇ ਲਈ ਕੀਤਾ ਕੁਦਰਤ ਨੇ ਇੱਕ ਬੀਜ, ਉਹਨੂੰ ਕਿੰਨੇ ਦਾਣੇ ਲੱਗੇ ਜਾਂਦੇ, ਹਜ਼ਾਰਾਂ ਲੱਗਦੇ ਆ। ਦੇਖੋ ਇਹ ਸਾਰੀ ਡਿਜ਼ਾਈਨਿੰਗ ਕਿਹਨੇ ਕੀਤੀ ਹੈ, ਪ੍ਰੋਪਰਲੀ, ਬਹੁਤ ਫਾਈਨ। ਔਰ ਇਹ ਜਿਹੜੀਆਂ ਚੀਜ਼ਾਂ ਸਾਡੇ ਕੋਲ ਪਹੁੰਚੀਆਂ ਨੇ। ਮੈਂ ਆਪਣੇ ਮੁੰਡੇ ਨੂੰ ਦੱਸਣਿਆ, ਮੈਂ ਪੁੱਤ ਪਤਾ ਨਹੀਂ ਕਿੰਨੀ ਕਿਸਮ ਦਾ ਤੇ ਜ਼ਬਾਨ ਦਾ ਰਸ ਹੀ ਪੈਦਾ ਕੀਤਾ। ਕਾਲੀ ਮਿਰਚ ਆ, ਉਸ ਤੋਂ ਬਾਅਦ ਬਲੈਕ ਪੇਪਰ ਆ, ਵਾਈਟ ਪੇਪਰ ਆ, ਹਰੀਆਂ ਮਿਰਚਾਂ ਵਾ, ਫਿਰ ਲਾਲ ਮਿਰਚਾਂ ਨੇ, ਦੁਨੀਆ ਭਰ ਦੇ ਮਸਾਲੇ, ਪਤਾ ਹੀ ਕੁਛ ਨਹੀਂ। ਕਿੰਨੀਆਂ ਸਬਜ਼ੀਆਂ, ਕਿੰਨੇ ਫਰੂਟ, ਕਿੰਨੀਆਂ ਦਾਲਾਂ, ਕਿੱਦਾਂ ਮਤਲਬ A to Z ਚੀਜ਼ਾਂ ਬਣਾ ਕੇ ਰੱਖੀਆਂ ਨੇ ਕਿ ਬੰਦਾ ਕਦੇ ਬੋਰ ਨਾ ਹੋ ਜੇ। ਬਿਲਕੁਲ। ਔਰ ਉਹ ਜਿਹੀਆਂ ਹੁਣ ਦੂਜੇ ਜਾਨਵਰ ਵੇਖੋ ਇੱਕੋ ਚੀਜ਼ ਖਾ ਕੇ ਢਿੱਡ ਭਰ ਸਕਦੇ ਆ, ਪਰ ਬੰਦੇ ਨੂੰ ਵੱਖੋ ਵੱਖੋ ਮਿਨਰਲ ਚਾਹੀਦੇ ਨੇ, ਇੱਕ ਅਲੱਗ-ਅਲੱਗ ਚੀਜ਼ਾਂ ਖਾਣੀਆਂ ਪੈਂਦੀਆਂ ਨੇ। ਦੇਖੋ ਕੁਦਰਤ ਨੇ ਏਦਾਂ ਦਾ ਅਰੇਂਜਮੈਂਟ ਕੀਤਾ। ਵੈਸੇ ਸਾਨੂੰ ਵੀ ਘਾਹ ਫੂਸ ਖਾ ਕੇ ਜਿੰਦਾ ਰਹਿਣ ਦੀ ਸ਼ਕਤੀ ਦੇ ਸਕਦਾ ਸੀ, ਪਰ ਕੁਦਰਤ ਨੇ ਏਦਾਂ ਨਹੀਂ ਕੀਤਾ। ਫਿਰ ਡਿਵੈਲਪਮੈਂਟ ਨਹੀਂ ਹੋਣੀ। ਆ ਜਿਹੜੇ ਵੇਖੋ ਕਿੰਨਾ, ਮੈਂ ਸਵੇਰੇ ਬੱਚਿਆਂ ਨੂੰ ਛੱਡਣ ਜਾਂਦਾ ਸਕੂਲੇ ਤੇ ਵੇਖਿਆ ਪਤਾ ਨਹੀਂ ਰੋਜ਼ ਦੇ ਹਜ਼ਾਰਾਂ ਹੀ ਟਰੱਕ ਆ ਰਹੇ ਨੇ, ਉਹਦੇ ਕ੍ਰੈਸ਼ਰ ਦੇ, ਰੇਤਾ ਦੇ, ਬਜਰੀ ਦੇ, ਉਹ ਸਾਰੀ ਕੰਸਟਰਕਸ਼ਨ ਚ ਚੀਜ਼ ਯੂਜ਼ ਹੋ ਰਹੀ ਆ। ਫਿਰ ਦੇਖੋ ਪਹਾੜ ਬਣਾਏ ਆ, ਕਿੱਡੇ ਕਿੱਡੇ ਉੱਚੇ ਪਹਾੜ। ਪਤਾ ਹੈ ਕੁਦਰਤ ਨੂੰ ਕਿ ਬੰਦੇ ਨੂੰ ਜਿਹੜੀ ਚਾਹੀਦੀ, ਰੇਤਾ ਚਾਹੀਦੀ ਆ, ਬਜਰੀ ਚਾਹੀਦੀ ਆ, ਪੱਥਰ ਚਾਹੀਦਾ ਵਾ। ਇਹ ਨਾ ਹੋਵੇ ਕਿ ਧਰਤੀ 'ਚ ਖੱਡੇ ਮਾਰਦੇ, ਇਸ ਕਰਕੇ ਪਹਾੜ ਬਣਾਏ ਨੇ, ਉਹ ਟੁੱਟ ਕੇ ਮੀਂਹ ਦੇ ਨਾਲ ਆਪਣੇ ਆਪ ਹੀ ਥੱਲੇ ਡਿੱਗੀ ਜਾਂਦੇ ਨੇ। ਵੇਖ ਲਓ ਹੁਣ ਕਿਸਾਨ, ਉਹ ਕਿਸਾਨਾਂ ਦੀ ਪੈੜੀਆਂ 'ਚ ਆ ਜਾਂਦੇ ਨੇ ਤੇ ਉੱਥੋਂ ਹੀ ਆਪ ਪੁੱਟ ਕੇ ਲਈ ਆਉਂਦੇ ਨੇ। ਕਿੰਨਾ ਮਤਲਬ ਇਹ ਕਿਸੇ ਨੇ ਪਲਾਨ ਕੀਤਾ ਤੇ ਤਾਂ ਹੀ ਉਹ ਹੋ ਰਿਹਾ। ਬਿਲਕੁਲ A to Z ਪਲੈਨਿੰਗ ਹੋਈ ਹੈ। ਹਾਂਜੀ ਨਜਰ ਸਾਹਿਬ। ਹਾਂ, ਹੁਣ ਅੱਗੇ ਕਹਿ ਰਹੇ ਆ, रहाओ जब तुम सुन ले वेद पुराना तब हम इतनक पसरे ताना। कहते हे बामणा, हे ज्ञानी, तू की कर रहा? कहते तू जड़ा है अपने आप को समझ रहा, तू जड़ा है भी बड़ा, मैं जड़ा है ये वेद पुराण पढ़ रहे हैं, सुन रहे हैं, ज्ञान ध्यान ये कर रहे हैं, तो तू जड़ा है काहदे लई कर रहा है? कहते तेरा बेंट ऑफ माइंड, तेरा कोर जड़ा इंटरस्ट है वो की है? कहते तेरा ये जड़ा ये तू जड़ा है खट्टी करदा है, ये जड़ा है ये तू जड़ा है ज्ञान भी जड़ा है तू ये पैसे दे वास्ते जड़ा माया दे वास्ते जड़ा यूज करदा है। ते कहते जे तब हम इतनक पसरे ताना, जे मैं जड़ा खड्डी करके कपड़ा बुन के जड़ा है माया इकट्ठी करदा है, तो दोनों दे विच फर्क ही है भाई। मैं तू इनू कह रहा मैं जड़ा है जुलाया है, तो तुसी जड़ा है की कर रहे हो? तुसी ज्ञान का की कर रहे हो? वेद पुराण का की कर रहे हो? तुसी इनू वरत रहे हो अपने अपने जड़ा है ओदे वास्ते, दिन अपने निभाउण वास्ते, अपने अपने मायक पदार्थां वास्ते।
ਤੇ ਮੈਂ ਵੀ ਜਿਹੜਾ ਹੈਗਾ ਤਬ ਹਮ ਇਤਨਕ ਪਸਰਿਓ ਤਾਨਾ, ਮੈਂ ਵੀ ਜਿਹੜਾ ਹੈਗਾ ਆਪਣਾ ਜਿਹੜਾ ਸੂਤ ਕੱਤ ਲੈਣਾ, ਇਹਦੇ 'ਚ ਫਰਕ ਕੀ ਹੈਗਾ? ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਜਬ ਤੁਮ ਸੁਨ ਲੈ ਵੇਦ ਪੁਰਾਣਾ ਤਬ ਹਮ ਇਤਨਾ ਕੁ ਪਸਰਿਓ ਪਾਣਾ ਤਾਨਾ। ਹਾਂਜੀ। ਹੁਣ ਕਹਿੰਦੇ ਆ ਕਿ ਜਦੋਂ ਵੇਦ ਪੁਰਾਣ ਆਪਾਂ ਸੁਣੇ ਆ, ਉਹਨਾਂ ਵਿੱਚ ਗਿਆਨ ਹੋਇਆ ਆਪਾਂ ਨੂੰ। ਵੈਸੇ ਤੇ ਉਹ ਪੰਡਿਤ ਲੋਕਾਂ ਨੂੰ ਵੀ ਕਿਹਾ ਕਿ ਤੁਸੀਂ ਪੜ੍ਹਦੇ ਜੋ, ਚਲੋ ਉਹਨਾਂ ਨੇ ਕਮਾਈ ਦਾ ਸਾਧਨ ਬਣਾ ਲਿਆ, ਉਹ ਇੱਕ ਅਲੱਗ ਮੈਟਰ ਆ। ਪਰ ਉਹ ਕਹਿੰਦੇ ਆ ਕਿ ਮੈਂ ਇਹ ਚੀਜ਼ਾਂ ਨੂੰ ਜਦੋਂ ਗਿਆਨ ਹੋਇਆ, ਮੈਂ ਪੜ੍ਹਿਆ, ਮੈਨੂੰ ਪਤਾ ਲੱਗਾ ਕਿ ਇਹ ਜਿਹੜਾ ਸੰਸਾਰ ਆ ਇੱਕ ਗੇਮ ਆ। ਹੁਣ ਆਪਾਂ ਵੇਖੋ ਟੀਵੀ ਤੇ ਮੋਬਾਈਲ ਤੇ ਆਪਾਂ ਗੇਮਾਂ ਖੇਡਦੇ ਆ, ਉੱਥੇ ਪ੍ਰਾਪਤੀ ਤੇ ਕੁਝ ਵੀ ਨਹੀਂ ਹੁੰਦੀ। ਬਿਲਕੁਲ। ਉਹ ਬੰਦਾ ਤੁਹਾਡਾ ਹੁੰਦਾ ਵਾ, ਉਹ ਬਸ ਉਹਨੂੰ ਲਈ ਫਿਰੋ ਜਿੱਥੇ ਮਰਜ਼ੀ ਲਈ ਫਿਰੋ, ਕਿਤੇ ਘਰ ਬਣਾ ਲਓ, ਕਿਤੇ ਕਮਰੇ ਬਣਾ ਲਓ, ਕਿਤੇ ਸਕੂਲ ਬਣਾ ਲਓ, ਬਿਲਡਿੰਗਾਂ ਬਣਾ ਲਓ, ਆਖਰ ਦੇ ਵਿੱਚ ਉਹ ਕੇਵਲ ਸੌਫਟਵੇਅਰ ਆ। ਇਸੇ ਤਰ੍ਹਾਂ ਇਹ ਸੰਸਾਰ ਆ, ਸੰਸਾਰ ਜਿਹੜਾ ਗੇਮ ਹੀ ਹੈਗੀ ਇੱਕ, ਜਿੱਦਾਂ ਗੇਮ ਆ, ਗੇਮ ਚ ਕਈ ਕੋਈ ਬਣਾਈ ਜਾਂਦੇ ਪਰ ਅਸਲ ਚ ਹੈ ਨਹੀਂ। ਬਿਲਕੁਲ। ਤੇ ਕਬੀਰ ਜੀ ਵੀ ਕਿਤੇ ਇਸ ਕਰਕੇ ਮੈਂ ਵੀ ਜ਼ਿਆਦਾ ਤਾਣਾ ਨਹੀਂ ਮੈਂ ਮਤਲਬ ਉਣਿਆ, ਕਿਉਂਕਿ ਮੈਨੂੰ ਪਤਾ ਹੈ ਖਲਾਰਾ ਪਾਈ ਜਾਊਂਗਾ, ਜਿੰਨਾ ਮੈਂ ਜ਼ਿਆਦਾ ਖਲਾਰਾ ਪਾ ਰਿਹਾ ਵਾਂ ਉਹਨਾਂ ਫਿਰ ਮੈਨੂੰ ਆਪਣੇ ਆਪ ਤੋਂ ਦੂਰ ਹੋਣਾ ਪਵੇ। ਇਹ ਨਹੀਂ ਕਿ ਕੰਮ ਨਹੀਂ ਕਰਨਾ, ਜਿੰਨਾ ਕੁ ਤੁਹਾਡੀ ਮਿਹਨਤ ਤੁਸੀਂ ਉਹਨਾਂ ਕੀ ਕਰੋ। ਕੱਲ ਕੀ ਲੋੜ ਪਈ ਆਪਾਂ ਨੂੰ ਕਿਸੇ ਦਾ ਹੋਰ ਵੀ ਇਹ ਮਤਲਬ ਸਮਾਨ ਜਾਂ ਪਦਾਰਥ ਆਪਣੇ ਘਰੇ ਲਿਆਉਣਾ ਜੀ। ਅੱਜ ਦੇ ਜੱਸਾ ਹਾਂ, ਤਰਨ ਆਕਾਸ਼ ਕੀ ਕਰ ਗਿਆ ਬਣਾਈ, ਇਹਨੂੰ ਇੱਕ ਵਾਰੀ ਫਿਰ ਉੱਪਰ ਵਾਲਾ ਲਈਏ। ਜਬ ਤੁਮ ਸੁਨ ਲੈ ਵੇਦ ਪੁਰਾਣਾ ਤਬ ਹਮ ਇਤਨਕ ਪਸਰਿਓ ਤਾਨਾ। ਕਹਿੰਦੇ ਜਿਹੜੇ ਹੈਗੇ ਆ ਗਿਆਨ ਨੂੰ, ਜੇ ਆਪਾਂ ਜਿਹੜੇ ਹੈਗੇ ਆ ਇਹਨੂੰ, ਜੇ ਆਪਾਂ ਗਿਆਨ ਨੂੰ ਸੁਣ ਕੇ ਇਹਦੇ ਅਨੁਸਾਰ ਜਿਹੜਾ ਹੈਗਾ ਜੇ ਆਪਣੇ ਆਪ ਨੂੰ ਸਮਝ ਲਈਏ ਕਿ ਵੀ ਮੇਰੇ ਕੋਲ ਇਹ ਤਾਂ ਜੋ ਵੀ ਦੁਨੀਆ ਦੇ ਪਦਾਰਥ ਹੈਗੇ ਇਹ ਤਾਂ ਤਾਣਾ ਜਿਹੜਾ ਬੁਣਿਆ ਪਿਆ ਹੈ ਭਾਈ ਮੈਨੂੰ ਫਸਾਉਣ ਵਾਸਤੇ। ਜਬ ਤੁਮ ਸੁਣ ਲੈ ਵੇਦ ਪੁਰਾਣਾ ਤਬ ਹਮ ਇਤਨਕ ਪਸਰਿਓ ਤਾਨਾ। ਮੈਨੂੰ ਤਾਂ ਆਹ ਜਿਹੜਾ ਹੈਗਾ ਪਤਾ ਲੱਗ ਗਿਆ ਬਈ ਆਹ ਜਿਹੜਾ ਹੈਗਾ ਮੇਰੇ ਚਾਰੋਂ ਪਾਸੇ ਜਿਹੜਾ ਹੈਗਾ ਇਹ ਤਾਣਾ ਹੈ, ਇਹ ਤਾਣਾ ਬੁਣਿਆ ਹੈ ਮਾਇਆ ਨੇ, ਇਸ ਚੋਂ ਨਿਕਲਣਾ ਹੈਗਾ। ਤਰਨ ਆਕਾਸ਼ ਕੀ ਕਰ ਗਿਆ ਬਣਾਈ, ਉਹ ਮਾਲਕ ਪਰਮਾਤਮਾ ਨੇ ਧਰਤੀ ਔਰ ਆਕਾਸ਼ ਦੀ ਐਸੀ ਜਿਹੜੀ ਕੰਘੀ ਬਣਾਈ ਹੋਈ ਆ, ਕੰਘੀ ਕਹਿੰਦੇ ਜਿਹਦੇ ਤੇ ਕੱਪੜਾ ਬੁਣਦੇ ਆ ਜਿਹੜਾ ਜਿਵੇਂ, ਤੇ ਤਰਨ ਆਕਾਸ਼ ਕੀ ਕਰ ਗਿਆ ਬਣਾਈ, ਚੰਦ ਸੂਰਜ ਦੋਏ ਸਾਥ ਚਲਾਏ। ਔਰ ਚੰਦ ਔਰ ਸੂਰਜ ਜਿਹੜੇ ਹੈਗੇ ਇਹ ਉਹ ਨਾਲ ਰੱਖੇ ਹੋਏ ਆ ਮਾਲਕ ਨੇ ਪ੍ਰਕਾਸ਼ ਦੇ ਵਾਸਤੇ ਦੁਨੀਆ ਦੇ ਵਿੱਚ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਕਿ ਮੈਂ ਹੁਣ ਵੇਖਿਆ ਕਿ ਜਿਹੜੀ ਧਰਨ ਆਕਾਸ਼ ਕੀ ਜਿਹੜੀ ਬਣਾਈ ਆ ਕੰਘੀ ਬਣਾਈ ਆ, ਜਿੱਦਾਂ ਉਹ ਜਲਾਹਾ ਹੈ, ਪਰਮਾਤਮਾ ਨੂੰ ਜਲਾਹਾ ਹੀ ਸਮਝ ਰਹੇ ਨੇ ਉਹ। ਬਿਲਕੁਲ। ਤੇ ਉਹ ਕਹਿੰਦੇ ਕਿ ਜਿੱਦਾਂ ਮੈਂ ਤਾਣਾ ਛੋਟਾ ਜਿਹਾ ਉਣ ਕੇ ਬੈਠਾ ਹੈ, ਪਰਮਾਤਮਾ ਨੇ ਵੱਡਾ ਤਾਣਾ ਉਣਿਆ ਹੈ। ਤੇ ਫਿਰ ਜਦੋਂ ਮੈਨੂੰ ਪਤਾ ਲੱਗ ਗਿਆ ਕਿ ਵੱਡਾ ਤਾਣਾ ਹੈ ਇਹ ਮਾਇਆ ਰੂਪੀ ਸੰਸਾਰ ਆ, ਫਿਰ ਮੈਂ ਵੀ ਉਸ ਚੀਜ਼ ਨੂੰ ਮਤਲਬ ਸੰਕੋਚ ਲਿਆ। ਬਿਲਕੁਲ। ਮੈਂ ਖਲਾਰਾ ਨਹੀਂ ਪਾਇਆ ਬਹੁਤਾ, ਕਿਉਂਕਿ ਜਿੰਨਾ ਜ਼ਿਆਦਾ ਤੁਸੀਂ ਖਲਾਰਾ ਪਾਈ ਜਾਣਾ ਉਨਾ ਹੀ ਤੁਹਾਡਾ ਮਨ ਜਿਹੜਾ ਜ਼ਿਆਦਾ ਅਸ਼ਾਂਤ ਹੋਏਗਾ। ਕਿਉਂਕਿ ਸਾਡੀਆਂ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਵਾ ਪਰ ਸਾਡੀਆਂ ਇੱਛਾਵਾਂ ਕਦੇ ਪੂਰੀਆਂ ਨਹੀਂ ਹੋ ਸਕਦੀਆਂ, ਕਿਉਂਕਿ ਇੱਛਾਵਾਂ ਜਿਹੜੀਆਂ ਹੈਗੀਆਂ ਮਿਰਗ ਤ੍ਰਿਸ਼ਨਾਵਾਂ, ਇੱਕ ਤੋਂ ਦੂਜੀ, ਦੂਜੀ ਤੋਂ ਤੀਜੀ, ਤੀਜੀ ਤੋਂ ਚੌਥੀ, ਚੌਥੀ ਤੋਂ ਪੰਜੀ, ਇਹ ਤੁਰਦੀ ਜਾਂਦੀ। ਹਾਂਜੀ ਨੇ ਜਸਾ। ਹਾਂ, ਅੱਗੇ ਕਹਿ ਰਹੇ ਕਿ ਪਾਈ ਜੋੜ, ਪਾਈ ਮਤਲਬ ਜਿਹੜਾ ਹੈਗਾ ਪੈਰ ਜੋੜ ਕੇ ਜਿਹੜੇ ਹੈਗੇ ਇਹ ਬੁਣਿਆ ਜਾਂਦਾ ਹੈ, ਪੈਰ ਜੋੜਨੇ ਪੈਂਦੇ ਪਾਏ, ਦੋਨੋਂ ਪੈਰਾਂ ਦੇ ਨਾਲ ਉਹਦਾ ਜਿਹੜਾ ਹੈਗਾ ਚੱਲਦਾ ਰਹਿੰਦਾ ਹੈ। ਇੱਕ ਪੈਰ ਜਿਹੜਾ ਹੈਗਾ ਢਿੱਲਾ ਕਰ ਲੈਂਦਾ ਹੈ, ਇੱਕ ਨੂੰ ਟਾਈਟ ਕਰ ਲੈਂਦਾ ਹੈ ਤੇ ਉਹਦੇ ਵਿੱਚੋਂ ਦੀ ਲੰਘਾ ਦਿੰਦੇ ਆ ਧਾਗਾ। ਪਾਈ ਜੋਰ ਬਾਤ ਇੱਕ ਕੀਨੀ ਤਹ ਤਾਂਤੀ ਮਨ ਮਾਨਾ। ਪਰਮਾਤਮਾ ਨੇ ਵੀ ਕਹਿੰਦੇ ਆ ਪੈਰ ਜਿਹੜੇ ਹੈਗੇ ਦੋ ਪੈਰ ਹੈਗੇ ਉਹ ਪੈਰਾਂ ਨੂੰ ਜੋੜ ਕੇ ਕਹਿੰਦੇ ਆ, ਉਹ ਵੀ ਇਹੀ ਕੰਮ ਕਰ ਰਿਹਾ ਹੈ ਕਿ ਦੁਨੀਆ ਦੇ ਵਿੱਚ ਭੇਜ ਰਿਹਾ ਆ ਤੇ ਦੁਨੀਆ ਦੇ ਵਿੱਚੋਂ ਜਿਹੜਾ ਹੈਗਾ ਲਿਜਾ ਰਿਹਾ। ਇਹ ਗੇਮ ਚੱਲ ਰਹੀ ਹੈ ਇਸ ਤਰੀਕੇ ਦੇ ਨਾਲ, ਕੋਈ ਆ ਰਿਹਾ ਤੇ ਇੱਕ ਢਿੱਲਾ ਕਰ ਲੈਂਦਾ, ਇੱਕ ਟਾਈਟ ਕਰ ਲੈਂਦਾ। ਪਾਈ ਜੋਰ ਬਾਤ ਇੱਕ ਕੀਨੀ ਤਹ ਤਾਂਤੀ ਮਨ ਮਾਨਾ। ਕਹਿੰਦੇ ਉਹਦੇ ਵਿੱਚ ਜਿਹੜਾ ਹੈਗਾ ਮੇਰਾ ਮਨ ਮੰਨਿਆ, ਉਹ ਮਾਲਕ ਪਰਮਾਤਮਾ ਦੇ ਵਿੱਚ। ਫਿਰ ਕੀ ਕੀਤਾ, ਜੁਲਾਹੇ ਘਰ ਆਪਣਾ ਚੀਨਾ ਘਟ ਹੀ ਰਾਮ ਪਛਾਨਾ। ਕਹਿੰਦੇ ਮੈਂ ਜੁਲਾਹੇ ਨੇ ਮੇਰਾ ਅਸਲੀ ਘਰ ਕਿਹੜਾ ਹੈਗਾ ਭਾਈ ਉਹ ਲੱਭ ਲਿਆ ਵੀ ਮਾਲਕ ਤਾਂ ਅੰਦਰ ਬੈਠਾ ਹੈ। ਇਹ ਤਾਂ ਗੇਮ ਹੈਗੀ ਆ, ਇਹ ਤਾਂ ਜਿਹੜੀ ਹੈਗੀ ਆ ਸਮਾਂ ਥੋੜਾ ਹੈਗਾ। ਮੈਂ ਆਪਣੇ ਘਟ ਦੇ ਵਿੱਚ ਹੀ ਆਪਣੇ ਅੰਦਰ ਹੀ ਜਿਹੜਾ ਹੈਗਾ ਉਹ ਰਾਮ ਨੂੰ ਪਰਮਾਤਮਾ ਨੂੰ ਪਛਾਣ ਲਿਆ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਇੱਥੇ ਫੇਰ ਉਹ ਨੁਕਤੇ ਦੀ ਗੱਲ ਕਰਦੇ ਨੇ। ਕਹਿੰਦੇ ਕਿ ਜਦੋਂ ਜੁਲਾਹਾ ਜਿਹੜਾ ਹੁੰਦਾ ਹੈ ਕੱਪੜੇ ਨੂੰ ਜਦੋਂ ਬੁਣਦਾ ਹੈ ਨਾ,
ਇੱਕ ਛੋਟਾ ਜਿਹਾ ਧਾਗਾ ਲਪੇਟਿਆ ਹੁੰਦਾ ਵਾ, ਛੋਟੀ ਜੀ ਹੁੰਦੀ ਹੈ, ਇੱਕ ਪਤਾ ਨੀ ਕੰਗੀ ਜੀ ਬਣੀ ਹੁੰਦੀ ਹੈ ਜੱਦਾ ਵਾਣਾ। ਹਾਂ ਬਿਲਕੁਲ। ਉਹ ਜਦੋਂ ਝਟਕਾ ਮਾਰਦੇ ਕਿਤੇ ਇੱਧਰ ਤੇ ਕਿਤੇ ਉੱਧਰ, ਉਸੇ ਹੀ ਤਰ੍ਹਾਂ ਉਹ ਕਹਿੰਦੇ ਵਿਚਾਰਾਂ ਦੇ ਰੂਪਾਂ ਜਿਹੜਾ ਹੈਗਾ ਨਾ ਉਹਦੇ ਚੋਂ ਮੈਂ ਮਨ ਨੂੰ ਉਦਾਂ ਕੱਢਦਾ ਵਾਂ। ਬਿਲਕੁਲ। ਕੋਈ ਉਹਨੇ ਨਾ ਉਹਦੇ ਨਾਲ ਕੁਝ ਤਾਰਾਂ ਢਿੱਲੀਆਂ ਹੋ ਜਾਂਦੀਆਂ, ਕੁਝ ਟਾਈਟ ਹੋ ਜਾਂਦੀਆਂ, ਢਿੱਲੀਆਂ ਦੇ ਵਿੱਚੋਂ ਦੀ ਨਗਾ ਲੈਂਦੇ ਆ ਉਹ ਅੱਗੇ ਧਾਗੇ ਨੂੰ। ਹਾਂਜੀ ਵਿੱਚ ਹਾਂ ਉਹੀ ਚੀਜ਼ ਨੂੰ ਕਹਿੰਦੇ ਕਿ ਜਿੱਦਾਂ ਉਹ ਇੱਕ ਵਿਧੀ ਹੈਗੀ ਆ, ਉਹ ਕਿਤੇ ਸੱਜੇ ਕਿਤੇ ਖੱਬੇ ਕਰਦੇ ਆ, ਉਸੇ ਹੀ ਤਰ੍ਹਾਂ ਮੈਂ ਆਪਣੇ ਮਨ ਨੂੰ ਇਹ ਸੰਸਾਰ ਦੇ ਰੂਪੀ ਤਾਣਾ ਹੈਗਾ ਨਾ ਇਹਦੇ ਵਿੱਚੋਂ ਕੱਢ ਲੈਣਾ ਬਿਨਾਂ ਟੱਚ ਕੀਤਿਆਂ। ਟੱਚ ਨਹੀਂ ਹੋਣ ਦਿੰਦਾ ਮੈਂ। ਜਿੱਦਾਂ ਟੱਚ ਹੋਊਗੀ ਤੇ ਕਿੱਥੋਂ ਅਗਲੇ ਬੰਨੇ ਜਾਊਗੀ, ਉਹ ਤੇ ਉੱਥੇ ਰੁਕ ਜਾਣੀ ਹੈ। ਬਿਲਕੁਲ। ਪਰ ਉਹ ਕਹਿੰਦੇ ਉਸੇ ਹੀ ਤਰ੍ਹਾਂ ਵਿਧੀ ਅਨੁਸਾਰ ਬੰਦਗੀ ਕਰਕੇ ਮੈਂ ਆਪਣੇ ਮਨ ਨੂੰ ਇਹ ਭੌਤਿਕ ਸੰਸਾਰ ਦੇ ਜਿਹੜੇ ਔਗਣ ਹੈਗੇ, ਪਦਾਰਥ ਹੈਗੇ, ਇਹਨਾਂ ਦੇ ਵਿੱਚੋਂ ਕੱਢ ਲੈਣਾ ਤੇ ਆਤਮਾ ਚ ਮੈਂ ਉਸਨੂੰ ਲੈ ਜਾਣਾ ਹਾਂ। ਜਿਹੜਾ ਰਾਮ ਆ, ਇਸੇ ਵਿਧੀ ਨਾਲ ਮੈਨੂੰ ਜਿਹੜਾ ਰਾਮ ਦੀ ਪਛਾਣ ਮੇਰੇ ਆਪਣੇ ਅੰਦਰ ਹੋ ਗਈ। ਮੈਂ ਉਹ ਜਿਹੜੇ ਹੁਣ 5 ਕਿਸਮ ਦੇ ਜਿਹੜੇ ਤਾਣੇ ਹੋਣੇ ਹੋਏ ਆ ਆਪਾਂ, ਔਰ ਜਦੋਂ ਉਹਨਾਂ ਦੇ ਨਾਲ ਮਨ ਵੱਜਦਾ ਤੇ ਮਨ ਤੇ ਫਿਰ ਉਹਨਾਂ ਦਾ ਰੂਪ ਹੋ ਜਾਂਦਾ। ਤੇ ਮੈਂ ਕੀ ਕਰਦਾ ਕਿ ਇਹਨਾਂ ਚ ਟਕਰਾਉਣ ਨਹੀਂ ਦਿੰਦਾ ਉਸ ਧਾਗੇ ਨੂੰ, ਮੈਂ ਕੱਢ ਲੈਣਾ ਵਿਧੀ। ਤੇ ਜਦੋਂ ਮੈਂ ਕੱਢ ਲਿਆ ਤੇ ਮੈਨੂੰ ਪਛਾਣ ਹੋ ਗਈ ਪਰਮਾਤਮਾ ਦੀ। ਆਹ ਤੇ ਕਹਿੰਦੇ ਘੱਟ ਦੇ ਅੰਦਰ ਹੀ ਮੈਨੂੰ ਦੀ ਪਛਾਣ ਹੋ ਗਈ। ਮੈਨੂੰ ਪਤਾ ਲੱਗ ਗਿਆ ਕਿ ਪਰਮਾਤਮਾ ਕੀ ਹੈਗਾ, ਉੱਥੇ ਆਤਮਾ ਹੈਗੀ ਹੈ ਜਿਹਦੇ ਅੰਦਰ ਹੈ ਸਾਰਾ ਕੁਝ। ਉਹ ਅੰਦਰੋਂ ਸ਼ਾਂਤ ਬੈਠਾ ਹੈ। ਬਾਕੀ ਜਿਹੜੀਆਂ ਉਤਰੀਆਂ ਤਰੰਗਾਂ ਪੈਦਾ ਹੋ ਰਹੀਆਂ ਨੇ ਪਰ ਪ੍ਰਕਿਰਤੀ ਚ ਹੋ ਰਹੀਆਂ ਨੇ, ਆਤਮਾ ਚ ਕੋਈ ਤਰੰਗ ਨਹੀਂ ਹੁੰਦੀ। ਆਤਮਾ ਤੇ ਸ਼ਾਂਤ ਹੈ। ਸੱਚ ਚਿੱਤ ਆਨੰਦ ਕਹਿੰਦੇ ਇਹਨਾਂ ਨੂੰ ਗ੍ਰੰਥਾਂ ਦੇ ਵਿੱਚ। ਹਾਂਜੀ ਨਿਜਰ ਸਾਹਿਬ। ਕਹਿਤ ਕਬੀਰ ਕਾਰ ਗਏ ਤੋਰੀ। ਲਓ ਕਬੀਰ ਜੀ ਕਹਿੰਦੇ ਆ ਤੂੰ ਜਿਹੜੀ ਗੇਮ ਪਾਈ ਸੀਗੀ, ਜਿਹੜੀ ਤੇਰੀ ਜਿਹੜੀ ਹੈਗੀ ਤਾਣਾ ਬਾਣਾ ਸੀਗਾ, ਸਾਰਾ ਮਾਇਆ ਦਾ ਬੁਣਿਆ ਸੀਗਾ, 4 ਛੁਪੇਰੇ, ਕਹਿੰਦੇ ਮਿਹਰ ਹੋ ਗਈ ਤੇ ਤੇਰੀ ਜਿਹੜੀ ਆ ਗੇਮ ਜਿਹੜੀ ਆ ਮਨ ਜੀਤੇ ਜਗ ਜੀਤ, ਕਹਿੰਦੇ ਜਿੱਤ ਲਈ। ਕਹਿਤ ਕਬੀਰ ਕਾਰ ਗਏ ਤੋਰੀ, ਸੂਤੇ ਸੂਤ ਮਿਲਾਏ ਕੋਰੀ। ਕਹਿੰਦੇ ਆ ਕਬੀਰ ਕੋਰੀ ਨੇ ਕਹਿੰਦੇ ਸੂਤ ਦੇ ਵਿੱਚ ਸੂਤ ਮਿਲਾਤਾ, ਪਰਮਾਤਮਾ ਦੇ ਵਿੱਚ ਆਪਣੀ ਸੁਰਤ ਜਿਹੜੀ ਹੈਗੀ ਲੀਨ ਕਰਤੀ, ਬੂੰਦ ਸਾਗਰ ਦੇ ਵਿੱਚ ਚਲੀ ਗਈ। ਹਾਂਜੀ ਵਿੱਚ। ਹਾਂਜੀ ਬਿਲਕੁਲ ਠੀਕ ਹੈ ਜੀ। ਆਤਮ ਤੱਤ ਦੀ ਗੱਲ ਕਰਦੇ ਨੇ ਕਬੀਰ ਜੀ। ਫਿਰ ਜਦੋਂ ਤੁਸੀਂ ਬੰਦਗੀ ਕੀਤੀ, ਤੁਹਾਡਾ ਮਨ ਜਿਹੜਾ ਸਥਿਰ ਹੋਣ ਲੱਗ ਜਾਣਾ। ਸ਼ੁਰੂ ਚ ਤੁਹਾਡੇ ਮਨ ਦੀ ਅਵਸਥਾ ਨਹੀਂ ਬਣਨੀ, ਕਿਉਂਕਿ ਕਾਫੀ ਪੁਰਾਣਾ ਹੈ ਤੇ ਕਾਫੀ ਮਲੀਨ ਹੋ ਚੁੱਕਿਆ। ਵਿਚਾਰ ਮੰਡਲ ਤੋਂ ਅੱਗੇ ਜਾਣਾ ਕਾਫੀ ਔਖਾ ਹੁੰਦਾ। ਇਸ ਕਰਕੇ ਸੰਗਤ ਕਈ ਮੈਨੂੰ ਫੋਨ ਕਰਦੇ, ਕਹਿੰਦੇ ਵੀਰ ਜੀ ਸ਼ੁਰੂ ਚ ਸਮਾਧੀ ਬੜੀ ਵਧੀਆ ਲੱਗਦੀ ਆ, ਹੁਣ ਸਮਾਧੀ ਘੱਟ ਲੱਗਦੀ ਆ, ਛੋਟੀ ਹੋ ਗਈ ਹੈ। ਮੈਂ ਇਹ ਜੀਵਨ ਦਾ ਤੁਹਾਡੇ ਦਾ ਹਿੱਸਾ ਹੈ। ਲੋੜ ਪਊਗੀ ਤੇ ਮੈਂ ਵੀ ਲੈ ਜਾਵਾਂਗਾ ਤੁਹਾਨੂੰ ਅੱਗੇ, ਕੋਈ ਪ੍ਰੋਬਲਮ ਨਹੀਂ ਹੈ। ਪਰ ਮੈਂ ਚਾਹੁੰਦਾ ਕਿ ਤੁਸੀਂ ਖੁਦ ਉਹਨਾਂ ਲਹਿਰਾਂ ਦੇ ਨਾਲ ਟਕਰਾਓ ਕਿ ਲਹਿਰਾਂ ਤੁਹਾਡੀਆਂ ਨੇ, ਉਹ ਤੁਹਾਨੂੰ ਹੀ ਵੇਖਣੀਆਂ ਪੈਣਗੀਆਂ। ਜਿੱਦਾਂ ਅੱਖਾਂ ਚੱਖਾਂ ਪਾਈ ਦੀਆਂ ਨੇ, ਉਸੇ ਤਰ੍ਹਾਂ ਹੀ ਤੁਹਾਨੂੰ ਆਪਣਾ ਅੰਤਰਾਕਰਨ, ਜੇ ਤੁਸੀਂ ਅੱਖਾਂ ਬੰਦ ਕੀਤੀਆਂ, ਤੁਸੀਂ ਆਪਣੇ ਅੰਦਰ ਪ੍ਰਵੇਸ਼ ਕੀਤਾ, ਤੁਹਾਨੂੰ ਆਪਣਾ ਅੰਦਰ ਦਾ ਸੰਸਾਰ ਦਿਖਾਈ ਦੇਵੇਗਾ। ਉਹ ਜਿੰਨਾ ਚਿਰ ਦਿਖਾਈ ਨਹੀਂ ਦੇਵੇਗਾ ਕਿੱਦਾਂ ਲੜੋਗੇ ਉਹਦੇ ਨਾਲ ਤੁਸੀਂ? ਸਭ ਤੋਂ ਪਹਿਲਾਂ ਦੇ ਅੰਦਰ ਵਿਚਾਰ ਮੰਡਲ ਹੈਗਾ, ਵਿਚਾਰ ਮੰਡਲ ਤੋਂ ਅੱਗੇ ਲੰਘਣਾ ਪੈਣਾ। ਔਰ ਜਦੋਂ ਉਸ ਤੋਂ ਅੱਗੇ ਲੰਘ ਜਾਓਗੇ, ਫਿਰ ਕਬੀਰ ਜੀ ਤੇ ਕਹਿ ਰਹੇ ਨੇ ਕਿ ਜਿਹੜਾ ਸੂਤ ਦੇ ਵਿੱਚ ਸੂਤ ਮਿਲ ਜਾਂਦਾ, ਫਿਰ ਉਹ ਆਤਮਾ ਦੇ ਵਿੱਚ ਜਦੋਂ ਸਾਡੀ ਸੁਰਤੀ ਲੀਨ ਹੋ ਜਾਂਦੀ ਹੈ, ਤੇ ਫਿਰ ਉਹ ਉੱਥੇ ਦੋ ਤੇ ਹੈ ਨਹੀਂ। ਜਦੋਂ ਤੁਸੀਂ ਦੋ ਹੋਏ, ਤੁਸੀਂ ਬ੍ਰਹਮ ਚੋਂ ਬਾਹਰ ਆ ਜਾਣਾ, ਪਾਰ ਬ੍ਰਹਮ ਤੋਂ। ਔਰ ਜਦੋਂ ਤੁਸੀਂ ਆਪਣੀ ਹੋਂਦ ਨੂੰ ਉੱਥੇ ਗਵਾ ਦਿੱਤਾ ਤੇ ਤੁਸੀਂ ਬ੍ਰਹਮ ਦਾ ਹੀ ਰੂਪ ਹੋ ਜਾਣਾ। ਹਾਂਜੀ ਨਿਜਰ ਸਾਹਿਬ। ਅੱਗੇ ਹੁਣ ਆਖਰੀ ਜਿਹੜਾ ਹੈਗਾ ਚੌਥਾ ਜਿਹੜਾ ਮੋਤੀ ਆਇਆ ਲੜੀ ਦਾ, ਬਹੁਤ ਕੀਮਤੀ ਮੋਤੀ ਹੈਗਾ। ਇਹ ਲੜੀ ਪੂਰੀ ਹੋ ਜਾਏਗੀ। ਫਿਰ 4 ਸ਼ਬਦਾਂ ਦੀ ਲੜੀ ਹੈਗੀ ਆ। ਆਸਾ ਅੰਤਰ ਮਹਿਲ ਜੇ ਤੀਰਥ ਨਾ ਆਵੇ, ਤਿਸ ਬੈਕੁੰਠ ਨਾ ਜਾਣਾ। ਲਓ ਦੇਖ ਲਓ ਕਬੀਰ ਜੀ ਕਹਿ ਰਹੇ, ਔਰ ਬਾਣੀ ਜਿਹੜੀ ਹੈ ਸਰਟੀਫਾਈਡ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗੀ। 484 ਅੰਗ ਦੇ ਉੱਤੇ ਹੈਗਾ ਆ ਸ਼ਬਦ 484। 8 ਵਿਚਾਲੇ ਦੋਨੋਂ ਪਾਸੇ ਚੌਕੇ ਲਾ ਦੋ। ਆਸਾ ਅੰਤਰ ਮਹਿਲ ਜੇ ਤੀਰਥ ਨਾ ਆਵੇ, ਤਿਸ ਬੈਕੁੰਠ ਨਾ ਜਾਣਾ। ਸਰਟੀਫਾਈ ਕਰ ਰਹੀ ਹੈ ਬਾਣੀ। ਬਾਣੀ ਕਹਿੰਦੀ ਉਹ ਬੈਕੁੰਠ ਨਹੀਂ ਜਾ ਸਕਦਾ, ਪਰਮਾਤਮਾ ਦੇ ਕੋਲ ਨਹੀਂ ਜਾ ਸਕਦਾ, ਜਿਹਦੇ ਅੰਦਰ, ਜਿਹਦੇ ਮਨ ਮੈਲਾ ਹੈਗਾ, ਜਿਹਦਾ ਕਾਰਨ ਸ਼ਰੀਰ ਹੈਗਾ। ਬਾਹਰ ਜਿੱਥੇ ਮਰਜੀ ਨਹਾ ਲੈ ਪਾਏ, ਅੰਤਰ ਮਹਿਲ ਜੇ ਤੀਰਥ ਨਾ ਆਵੇ, ਜਿਹੜੇ ਮਰਜੀ ਤੀਰਥ ਤੇ ਚਲੇ ਜਾਏ ਬਾਹਰੋਂ। ਤਿਸ ਬੈਕੁੰਠ ਨਾ ਜਾਣਾ, ਲੋਕਪਤੀ ਨੇ ਕਛੂ ਨਾ ਹੋਵੇ, ਨਾ ਹੀ ਰਾਮ ਇਆਨਾ। ਕਹਿੰਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਵੀ ਬੜੇ ਸਾਧੂ ਹੈ ਜੀ, ਬੜਾ ਇਹ ਹੇਮਕੁੰਡ ਜਾਏ, ਹਜੂਰ ਸਾਹਿਬ ਜਾਏ, ਇਹ ਜੀ ਬਦਰੀਨਾਥ ਜਾਏ, ਇਹ ਜੀ ਇਹਨੇ ਜਿਹੜੀ ਹੈਗੀ ਹੱਜ ਕਰਿਆ ਆ। ਲੋਕਪਤੀ ਨੇ ਕਛੂ ਨਾ ਹੋਵੇ,
ਕਹਿੰਦੇ ਲੋਕਾਂ ਦੇ ਨਾਲ ਲੋਕੀ ਪ੍ਰਭਾਵਿਤ ਹੋ ਜਾਣਗੇ, ਕਹਿੰਦੇ ਕੱਖ ਨਹੀਂ ਹੋਣਾ ਪਿਆਰਿਆ। ਉਹ ਰਾਮ ਕੋਈ ਬੱਚਾ ਹੈਗਾ? ਲੋਕ ਪਤੀਣੇ ਕਛੂ ਨਾ ਹੋਵੇ, ਨਾ ਹੀ ਰਾਮ ਆਣਾ। ਇੱਧਰ ਉੱਧਰ ਚੁੱਭੀਆਂ ਮਾਰਨਾ, ਤੀਰਥਾਂ ਤੇ ਜਾਣਾ, ਵੀ ਮਾਲਕ ਖੁਸ਼ ਹੋ ਜਾਊਗਾ ਇਹਦੇ ਨਾਲ? ਇਹ ਤਾਂ ਫਿਜ਼ੀਕਲੀ ਬਹੁਤ ਈਜ਼ੀ ਹੋ ਜਾਂਦਾ ਹੈ। ਹਾਂਜੀ ਗੋਰਖ ਸਾਹਿਬ, ਇੱਕੋ ਇੱਕ ਬੰਦ ਲੈਨੇ ਆ। ਹਾਂ ਠੀਕ ਹੈ ਜੀ। ਦੇਖੋ ਜੀ, ਫਿਰ ਭਰਮ ਦਾ ਗੜ ਤੋੜ ਰਹੇ ਨੇ। ਉਹ ਕਹਿੰਦੇ ਅੰਤਰ ਮੈਲ ਜੇ ਤੀਰਥ ਨਾਵੇ, ਤਿਸ ਬੈਕੁੰਠ ਨਾ ਜਾਣਾ। ਉਹ ਕਹਿੰਦਾ ਕਿ ਤੇਰੇ ਅੰਦਰ ਤੇ ਮਹਿਲ ਹੈ, ਤੂੰ ਅੰਦਰੋਂ ਬੰਗਲਾ ਹੈ, ਤੂੰ ਤੀਰਥਾਂ ਤੇ ਨਹਾ ਰਿਹਾ ਹੈ, ਤੇ ਤੂੰ ਦਿਖਾਵਾ ਕਰ ਰਿਹਾ ਹੈ ਕਿ ਮੈਂ ਹੰਸ ਆ, ਪਰ ਤੂੰ ਹੰਸ ਨਹੀਂ ਹੈਗਾ। ਤੇ ਜੇ ਤੂੰ ਏਦਾਂ ਖੁਸ਼ੀ ਚ ਲੱਗਿਆ ਹੋਇਆ ਹੈ ਨਾ, ਤੇ ਫਿਰ ਤੂੰ ਮੁਕਤੀ ਚ ਨਹੀਂ ਪਹੁੰਚੇਗਾ। ਬਹੁਤ ਔਖਾ ਹੈ, ਕਿਉਂਕਿ ਮੁਕਤੀ ਦਾ ਕਨੈਕਸ਼ਨ ਤੇ ਹੈ ਕਿ ਅੰਦਰ ਦੀ ਮਲੀਨਤਾ ਨੂੰ ਦੂਰ ਕਰਨਾ। ਬਾਹਰੀ ਦਿਖਾਵਾ ਇੱਕ ਅਲੱਗ ਚੀਜ਼ ਹੈ, ਚਲੋ ਕੋਈ ਮਾੜੀ ਚੀਜ਼ ਨਹੀਂ ਹੈ, ਤੁਸੀਂ ਬਾਹਰੋਂ ਵੀ ਦਿਖਾਈ ਦੇ ਸਕਦੇ ਜੋ, ਧਾਰਮਿਕ ਕੱਪੜੇ ਪਾ ਸਕਦੇ ਜੋ, ਪਰ ਇਹਦਾ ਮਤਲਬ ਨਹੀਂ ਕਿ ਬਾਹਰੀ ਪਹਿਰਾਵਾ ਚੇਂਜ ਕਰ ਲਿਆ ਤੇ ਅੰਦਰ ਦੀ ਮਲੀਨਤਾ ਕਿੱਦਾਂ ਦੂਰ ਹੋਵੇਗੀ। ਹਾਂ, ਔਰ ਤੁਸੀਂ ਬਾਹਰ ਆਪਣੇ, ਤੁਸੀਂ ਇੱਕ ਘਰ ਦੀ ਗੱਲ ਕਰ ਲਓ, ਆਪਣੇ ਘਰ ਨੂੰ ਆਪਾਂ ਬਾਹਰੋਂ ਪੇਂਟ ਮਾਰ ਲਿਆ, ਕਿ ਬਾਹਰੋਂ ਪੇਂਟ ਮਾਰਨ ਨਾਲ ਅੰਦਰ ਦੀ ਜਿਹੜੀ ਅੰਦਰ ਜੋ ਟੁੱਟ ਭੱਜ ਹੋਈ ਆ, ਜੋ ਵੀ ਅੰਦਰੋਂ ਕੰਧਾਂ ਖਰਾਬ ਨੇ, ਸੜਨ ਪੈਦਾ ਹੋਈ ਆ, ਉਹ ਦੂਰ ਹੋਵੇਗੀ? ਨਹੀਂ। ਇੱਕ ਘਰ ਦੀ ਦੂਰ ਨਹੀਂ ਹੋ ਸਕਦੀ, ਤੇ ਅਸੀਂ ਸਰੀਰ ਦੀ ਅੰਦਰੋਂ ਜਿਹੜੀ ਮਲੀਨਤਾ ਕਿੱਦਾਂ ਦੂਰ ਕਰ ਸਕਦੇ ਹਾਂ? ਕਰ ਸਕਦੇ ਹਾਂ ਆਪਾਂ? ਬਿਲਕੁਲ ਨਹੀਂ। ਕਿੱਦਾਂ ਕਰਦੇ ਪਏ ਲੋਕੀ? ਤੇ ਕਹਿੰਦੇ ਆ ਹੁਣ ਮੇਰੇ ਘਰ ਮੈਂ ਬੂਹਾ ਬੜਾ ਚਮਕਾਇਆ ਵਾ, ਕੰਧਾਂ ਔਰ ਜਿਹੜੀਆਂ ਪੂਰੀਆਂ ਚਮਕਾਈਆਂ ਨੇ, ਪਲਸਤਰ ਬੜਾ ਵਧੀਆ ਕੀਤਾ ਬਾਹਰੋਂ, ਅੰਦਰੋਂ ਮੇਰਾ ਘਰ ਗੰਦਾ ਹੋਊਗਾ ਤੇ ਕੀ ਨਿੱਜਾ ਸਾਹਿਬ ਕੀ ਚੰਗੀ ਚੀਜ਼ ਹੈ? ਨਾ। ਤੇ ਇਹ ਜੇ ਕੱਲ ਨੂੰ ਕੋਈ ਨਿੱਜਾ ਸਾਹਿਬ ਵਰਗੇ ਮੇਰੇ ਘਰੇ ਆਉਣ ਵਿਜ਼ਿਟ ਕਰਨ, ਤੇ ਫਿਰ ਤਾਂ ਪਤਾ ਲੱਗ ਜਾਣਾ ਚਰਨਜੀਤ ਤੇ ਬਾਹਰੋਂ ਧੋਤਾ ਵਾ, ਅੰਦਰ ਤੇ ਗੰਦ ਪਿਆ, ਕਮਰਿਆਂ ਚ ਸਫਾਈ ਕੋਈ ਨਾ ਹੈ। ਇਸੇ ਤਰ੍ਹਾਂ ਸਾਡੇ ਅੰਦਰ ਕਹਿੰਦੇ ਨੇ ਕਿ ਜੇ ਤੇਰੇ ਅੰਦਰ ਮਲੀਨਤਾ ਹੈਗੀਆਂ ਨਾ, ਤੂੰ ਬਾਹਰੋਂ ਭਾਵੇਂ ਜਿੱਥੇ ਮਰਜ਼ੀ ਤੀਰਥਾਂ ਤੇ ਟੁੱਬੀਆਂ ਮਾਰ ਰਿਹਾ, ਨਹਾ ਰਿਹਾ, ਉਹ ਤੂੰ ਨਾਟਕ ਕਰ ਰਿਹਾ, ਉਹ ਵਧੀਆ ਚੀਜ਼ ਨਹੀਂ ਹੈਗੀ, ਤਾੜਨਾ ਕਰ ਰਹੇ ਜੋ। ਔਰ ਇਸੇ ਲਈ ਕਬੀਰ ਜੀ ਫਿਰ ਕਹਿੰਦੇ ਆ, ਰਾਮ ਰਾਮ ਕਰਤਾ ਸਭ ਜੱਗ ਫਿਰੇ, ਤੇ ਰਾਮ ਨਾ ਪਾਇਆ ਜਾਏ। ਕਿਉਂ ਜੱਗ ਕਹਿੰਦੇ ਨੇ? ਉਹ ਕਹਿੰਦੇ ਮਾਥਾ ਤਿਲਕ ਹੱਥ ਮਾਲਾ ਬਾਨਾ, ਲੋਕਾਂ ਨੇ ਰਾਮ ਬੁਲਾਣਾ ਜਾਣਾ। ਤੁਸੀਂ ਪਰਮਾਤਮਾ ਨੂੰ ਬੱਚਾ ਸਮਝਦੇ ਜੋ, ਛੋਟੇ ਬੱਚਾ ਸਮਝ ਰਹੇ ਜੋ, ਉਹਨੂੰ ਧੋਖਾ ਦਓਗੇ? ਤੁਸੀਂ ਨਹੀਂ ਦੇ ਸਕਦੇ। ਉਹਨੂੰ ਪਤਾ ਹੈ ਤੁਹਾਡਾ ਜੀਵਨ ਕੀ ਹੈ। ਤੁਸੀਂ ਬਾਹਰ ਐਕਟਿੰਗ ਵੀ ਕਰ ਰਹੇ ਜੋ, ਦੁਨੀਆ ਨੂੰ ਲੋਕਾਚਾਰੀ ਲਈ ਕਰ ਰਹੇ ਜੋ, ਚੰਗੇ ਬਣ ਕੇ ਦਿਖਾ ਰਹੇ ਜੋ, ਪਰ ਉਹਨੂੰ ਪਰਮਾਤਮਾ ਨੂੰ ਪਤਾ ਹੈ। ਆਮ ਬੰਦੇ ਬੱਚੇ ਨੂੰ ਧੋਖਾ ਦੇ ਸਕਦੇ, ਪਰਮਾਤਮਾ ਨੂੰ ਧੋਖਾ ਨਹੀਂ ਦੇ ਸਕਦੇ। ਇਸ ਕਰਕੇ ਸਾਡੇ ਕੋਲ ਜਿਹੜੀ ਵੀ ਚੀਜ਼ ਹੋਵੇਗੀ ਉਹ ਅਸਲੀ ਹੋਣੀ ਚਾਹੀਦੀ ਹੈ, ਨਕਲੀ ਤਾਂ ਕੋਈ ਕੀਮਤ ਨਹੀਂ। ਨਕਲੀ ਤਾਂ ਕੀ ਹੁੰਦਾ ਕਿ ਨਿੱਜਾ ਸਾਹਿਬ ਬੰਦਾ ਆਪਣੇ ਆਪ ਨੂੰ ਧੋਖਾ ਦਿੰਦਾ, ਕਿਸੇ ਨੂੰ ਧੋਖਾ ਥੋੜੀ ਦਿੰਦਾ। ਬੰਦਾ ਆਪਣੇ ਆਪ ਧੋਖਾ ਦੇ ਜਾਂਦਾ। ਬੰਦਾ ਸੋਚਦਾ ਹੈ ਕਿ ਰੱਬ ਲੰਗਰ ਵਰਤਾਇਆ ਖੁਸ਼ ਹੋ ਜਾਂਦਾ ਹੈ, ਉੱਥੇ ਦਾਨ ਕੀਤਿਆਂ ਖੁਸ਼ ਹੋ ਜਾਂਦਾ ਹੈ। ਉਹ ਨਹੀਂ ਭੋਲਿਆ, ਰੱਬ ਤੇਰੀ ਮਲੀਨਤਾ ਵਹਿੰਦਾ ਹੈ। ਜਿੱਦੋਂ ਤੈਨੂੰ ਗਿਆਨ ਹੋ ਗਿਆ, ਤੇਰੇ ਅੰਦਰ ਚਾਨਣ ਹੋ ਗਿਆ, ਤੇਰੇ ਘਰ ਚ ਪ੍ਰਕਾਸ਼ ਹੋ ਗਿਆ ਨਾ, ਤੂੰ ਆਪਣੇ ਆਪ ਹੀ ਜੀਵਨ ਨੂੰ ਸਮਝ ਲੈਣਾ ਹੈ ਕਿ ਜੀਵਨ ਨੂੰ ਬਤੀਤ ਕਿੱਦਾਂ ਕਰਨਾ ਹੈ, ਔਰ ਪ੍ਰਮਾਤਮਾ ਨੂੰ ਕੀ ਚਾਹੀਦਾ ਹੈ, ਔਰ ਤੂੰ ਕੀ ਕਰ ਰਿਹਾ, ਤੈਨੂੰ ਪਤਾ ਲੱਗ ਜਾਏਗਾ। ਹਾਂਜੀ ਨਿੱਜਾ ਸਾਹਿਬ, ਅਗਲੀ ਤੋਂ ਬੋਲੋ। ਪੂਜੋ ਰਾਮ ਏਕ ਹੀ ਦੇਵਾ, ਕਹਿੰਦੇ ਉਹ ਰਾਮ, ਉਹ ਮਾਲਕ ਪਰਮਾਤਮਾ, ਪ੍ਰਕਾਸ਼ ਰੂਪ ਪਰਮਾਤਮਾ, ਉਹਦੀ ਪੂਜਾ ਕਰੋ। ਸਿਰਫ ਉਹਦੀ ਪੂਜਾ ਕਰੋ। ਉਹ ਜਿਹੜਾ ਨਹੀਂ ਦਿਸਦਾ, ਜਿਹਦਾ ਰੂਪ ਨਹੀਂ ਹੈ, ਰੰਗ ਨਹੀਂ ਹੈ, ਰੇਖ ਨਹੀਂ ਹੈ, ਉਸ ਦੀ ਪੂਜਾ ਕਰੋ। ਔਰ ਕਿਵੇਂ ਕਰਨੀ ਹੈ ਪੂਜਾ? ਕਹਿੰਦੇ ਬ੍ਰਹਮ ਗਿਆਨੀਆਂ ਤੋਂ ਬ੍ਰਹਮ ਗਿਆਨ ਤੋਂ ਲਓ ਪੂਜਾ। ਸਾਚਾ ਨਾਵਣ ਗੁਰ ਕੀ ਸੇਵਾ, ਗੁਰੂ ਤੋਂ ਲਓ, ਬ੍ਰਹਮ ਗਿਆਨ ਤੋਂ ਲਓ। ਆਪ ਕਬੀਰ ਜੀ ਦੇ ਰਹੇ ਆ ਆਪਾਂ ਨੂੰ, ਕਹਿ ਰਹੇ ਆ ਵੀ ਸੱਚਾ ਨਹਾਉਣਾ ਕੀ ਆ? ਗੁਰੂ ਦੀ ਜਿਹੜਾ ਸੇਵਾ ਦੱਸ ਰਿਹਾ ਪਾਏ। ਗੁਰੂ ਕੀ ਦੱਸ ਰਿਹਾ ਹੈ? ਗੁਰੂ ਤਾਂ ਕਹਿ ਰਿਹਾ ਵੀ ਧਿਆਨ ਸਿਮਰਨ ਕਰ, ਆਪਣੇ ਅੰਦਰ ਵੜ, ਆਪਣੇ ਵਿਚਾਰ ਦੇਖ, ਆਪਣੇ ਆਪ ਨੂੰ ਜਿਹੜਾ ਹੈਗਾ, ਆਪਣੇ ਮਨ ਨੂੰ ਸ਼ੁੱਧ ਕਰ, ਆਪਣਾ ਕਰੈਕਟਰ ਸਹੀ ਕਰ, ਆਪਣੇ ਜਿਹੜੇ ਹੈਗੇ ਆ ਅਵਗੁਣ ਦੂਰ ਕਰ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਪੂਜੋ ਰਾਮ ਏਕ ਹੀ ਦੇਵਾ, ਉਹ ਕਹਿੰਦੇ ਕਿ ਤੁਸੀਂ ਪ੍ਰਮਾਤਮਾ ਦੀ ਹੀ ਬੰਦਗੀ ਕਰਨੀ ਆ, ਇੱਕੋ ਦੀ, ਬਿਲਕੁਲ, ਹੋਰ ਕਿਸੇ ਦੀ ਨਹੀਂ। ਠੀਕ ਹੈ, ਹੋਰ ਕਿਸੇ ਦੀ ਕਰੋਗੇ ਤੇ ਖੱਜਲ ਖੁਆਰੀ ਹੋਵੇ, ਫਾਇਦਾ ਕੋਈ ਨਹੀਂ ਹੈਗਾ। ਫਿਰ ਕਹਿੰਦੇ ਸਾਚਾ ਨਾਵਣ, ਤੇ ਨਹਾਵਣ ਦਾ ਮਤਲਬ ਕਿ ਸੱਚ ਦੇ ਵਿੱਚ ਤੈਨੂੰ ਨਹਾਉਣਾ ਪਊਗਾ। ਹਾਂ, ਜੇ ਤੈਨੂੰ ਜ਼ਿਆਦਾ ਹੀ ਚੁੱਭੀਆਂ ਮਾਰਨ ਦਾ ਸ਼ੌਕ ਆ, ਤੇ ਫਿਰ ਨਾਮ ਦੇ ਵਿੱਚ ਜਿਹੜਾ ਹੈਗਾ, ਨਾਮ ਸਰੋਵਰ ਜਿਹੜਾ ਅੰਦਰ ਹੈਗਾ ਤੇਰੇ, ਉਹਦੇ ਵਿੱਚ
ਸੱਚੇ ਨਾਮ ਸਰੋਵਰ ਦੇ ਵਿੱਚ ਇਸ਼ਨਾਨ ਕਰ, ਮਨ ਨੂੰ ਨਲਾ। ਹਾਂ, ਹੁਣ ਤੇਰੇ ਜੀਵਨ ਚ ਨਹਾਉਣਾ ਕਿੱਦਾਂ? ਤੇਰੇ ਜੀਵਨ ਚ ਸੱਚ ਨੂੰ ਲਿਆਉਣਾ ਪਊਗਾ, ਉਹੀ ਨਹਾਉਣਾ ਵਾ ਮੇਜਰ ਸਾਹਿਬ। ਬਿਲਕੁਲ, ਕਿਉਂਕਿ ਜੇ ਸੱਚ ਚ ਨਹਾਉਣ ਦਾ ਪਤਾ ਕੀ ਮਤਲਬ ਆ, ਜੀਵਨ ਨੂੰ ਸੱਚ ਦੇ ਅਨੁਸਾਰ ਚਲਾਉਣਾ। ਹਾਂ, ਜੇ ਨਹਾਓਗੇ ਫਿਰ ਤੇ ਆਪਣੇ ਆਪ ਹੀ ਆ। ਮੈਂ ਸਵੇਰ ਤੋਂ ਝੂਠ ਬੋਲਣਾ ਬੰਦ ਕਰਤਾ, ਮਿਹਨਤ ਕਰਨੀ ਸ਼ੁਰੂ ਕਰਤੀ, ਲੋਕਾਂ ਦਾ ਹੱਕ ਦੇਣਾ ਸ਼ੁਰੂ ਕਰਤਾ, ਵਾਪਸ ਕਰਤਾ, ਆਪਣਾ ਹੱਕ ਖਾਣ ਡਿਆ ਪਿਆ। ਇਹੋ ਸੱਚ ਚ ਨਹਾਉਣਾ ਵਾ। ਹੋਰ ਕੀ ਹੈ ਗੋਰਖੀ ਸਾਹਿਬ? ਦੇਖੋ ਇਹ ਮੈਲ ਤਾਂ ਸਾਰੀ ਉਤਰ ਗਈ, ਫਿਰ ਸਾਰੀ ਮੈਲ ਤਾਂ ਇਹੀ ਝੂਠ ਦੀ ਤਾਂ ਮੈਲ ਸੀਗੀ ਸਾਰੀ, ਇਹ ਠੱਗੀ ਮਾਰਨੀ ਆਹੀ ਤਾਂ ਮੈਲ ਆ। ਹੋਰ ਕਿਹੜੀ ਮੈਲ ਆ? ਹੋਰ ਕਿਹੜੀ ਇੱਥੇ ਕਿਹੜੀ ਮਿੱਟੀ ਆ? ਨਹਾਉਣਾ ਉਹ ਤੇ ਬਹੁਤ ਔਖਾ ਵਾ। ਹਾਂ, ਉਹ ਨਹਾਉਣ ਦਾ ਨਹੀਂ ਫਾਇਦਾ ਹੈਗਾ, ਤੈਨੂੰ ਸੱਚ ਚ ਨਹਾਉਣਾ ਪੈਣਾ। ਸੱਚ ਚ ਤੈਨੂੰ ਨਹਾਉਣਾ ਪੈਣਾ, ਤੇਰੀਆਂ ਇੰਦਰੀਆਂ ਨੂੰ ਨਹਾਉਣਾ ਪਊਗਾ। ਗਿਆਨ ਇੰਦਰੀਆਂ, ਕਰਮ ਇੰਦਰੀਆਂ, ਉਹ ਸੱਚ ਦੇ ਅਨੁਸਾਰ ਚੱਲਣ, ਸੱਚ ਚ ਇਸ਼ਨਾਨ ਕਰਨ, ਉਹ ਸੱਚ ਤੋਂ ਬਿਨਾਂ ਹੋਰ ਕੁਛ ਨਾ ਦੇਖਣ। ਤੇਰੀਆਂ ਅੱਖਾਂ, ਉਹ ਕਹਿੰਦੇ ਪ੍ਰਮਾਤਮਾ ਦੇਖ, ਇਹ ਕੰਨ, ਇਹ ਪ੍ਰਮਾਤਮਾ ਤੋਂ ਬਿਨਾਂ ਕੁਝ ਨਾ ਸੁਣੋ, ਇਹ ਮੂੰਹ, ਇਹ ਸੱਚ ਤੋਂ ਬਿਨਾਂ ਕੁਛ ਨਾ ਬੋਲੇ। ਇਹ ਸਾਰਾ ਇੰਦਰੀਆਂ ਨੂੰ ਉਹਨਾਂ ਨੇ ਵਰਜਿਤ ਕੀਤਾ ਹੋਇਆ। ਜੇ ਤੂੰ ਸੱਚ ਦੇ ਇਸ਼ਨਾਨ ਨਹੀਂ ਕਰਦੀ ਤੇ ਆਪਣੀ ਮਰਜ਼ੀ ਕਰ ਰਹੀ ਆ, ਘੁੰਗੜ ਕਰਕੇ ਬੈਠੀ ਆ, ਤੇ ਤੇਰੀ ਗਤੀ ਨਹੀਂ ਹੋਵੇ। ਬੇਸ਼ੱਕ ਤੂੰ ਜੋ ਮਰਜ਼ੀ ਕਰ ਰਿਹਾ। ਬਿਲਕੁਲ ਠੀਕ ਹੈ ਜੀ। ਹਾਂ, ਅੱਗੇ ਰਹਾਓ। ਜਲ ਕੇ ਮਜਨੇ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਾਵੇਂ। ਤੈਨੂੰ ਦਿਸਦੇ ਨਹੀਂ ਡੱਡੂ? ਕਹਿੰਦੇ ਜੇ ਪਾਣੀ ਦੇ ਇਸ਼ਨਾਨ ਦੇ ਨਾਲ ਹੀ ਜਿਹੜਾ ਹੈਗਾ ਉੱਚੀ ਅਵਸਥਾ ਹੁੰਦੀ ਹੋਏ, ਜੇ ਮੈਲ ਨਿਕਲਦੀ ਹੋਏ, ਜੇ ਆਪਾਂ ਰੱਬ ਦੇ ਨੇੜੇ ਹੁੰਦੇ ਹੋਈਏ, ਤੇ ਫਿਰ ਤਾਂ ਡੱਡੂ ਸਾਰੇ ਜਿਹੜੇ ਹੈਗੇ ਉਹ ਤਾਂ ਮਾਲਕ ਦੇ ਦਰਬਾਰ 'ਚ ਹੋਣੇ ਚਾਹੀਦੇ ਸੀਗੇ। ਉਹ ਤਾਂ ਮਾਲਕ ਦੇ ਨਾਲ ਇੱਕਮਿਕ ਹੋਣੇ ਚਾਹੀਦੇ ਸੀ। ਉਹ ਤਾਂ ਪਾਣੀ 'ਚ ਹੀ ਰਹਿੰਦੇ ਆ, ਨਿਤ ਨਿਤ ਨਹਾਉਂਦੇ ਆ। ਜਲ ਕੇ ਮਜਨੇ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਾਵੇਂ। ਜੈਸੇ ਮੇਂਢਕ ਤੈਸੇ ਹੋਏ ਨਰ, ਫਿਰ ਜੋਨੀ ਆਵੇਂ। ਕਹਿੰਦੇ ਜੇ ਡੱਡੂ ਹੈਗੇ ਉਹ ਜੇ ਉਹ ਇਨਸਾਨ ਹੈਗੇ ਜਿਹੜੇ ਬਾਹਰੋਂ ਇਸ਼ਨਾਨ ਕਰਦੇ ਆ, ਅੰਦਰ ਆਪਣੇ ਜਿਹੜੇ ਮਲੀਨਤਾ ਹੈਗੀ, ਔਰ ਅੰਦਰ ਮਨ ਜਿਹੜਾ ਹੈਗਾ ਉਹਨਾਂ ਦਾ ਵੈਸੇ ਹੀ ਮੈਲਾ ਹੈਗਾ। ਕਹਿੰਦੇ ਉਹ ਤਾਂ ਫਿਰ ਜਿਹੜੇ ਆ ਭਾਈ ਬਾਰ ਜਿਹੜੇ ਹੈਗੇ ਜੂਨਾਂ ਦੇ ਵਿੱਚ ਆਉਂਦੇ ਆ ਭਾਈ। ਹਾਂਜੀ ਵੀਰ ਜੀ। ਹਾਂਜੀ, ਠੀਕ ਹੈ ਜੀ। ਕਹਿੰਦੇ ਕਿ ਜੇ ਤੂੰ ਤੀਰਥਾਂ ਤੇ ਜਾ ਕੇ ਜਲ ਦੇ ਵਿੱਚ ਇਸ਼ਨਾਨ ਕਰੀ ਜਾਂਦਾ ਹੈ, ਉਹ ਤੇਰਾ ਨਹਾਉਣਾ ਇੱਕ ਡੱਡੂ ਦੇ ਨਹਾਉਣੇ ਵਾਂਗੂ ਹੀ। ਕਿਉਂਕਿ ਨਹਾਉਣਾ ਤੇ ਸੱਚ ਦੇ ਵਿੱਚ ਆ। ਉਹ ਜਿੱਥੇ ਨਹਾਉਣਾ ਤੂੰ ਉੱਥੇ ਤੇ ਇਸ਼ਨਾਨ ਨਹੀਂ ਕਰਦਾ, ਉੱਥੋਂ ਤੇ ਚੋਰੀ ਕਰਨੇ ਆ। ਬਿਲਕੁਲ। ਤੇ ਜਿੱਥੇ ਜਿਹੜੇ ਜਾਨਵਰਾਂ ਵਾਲੇ ਕੰਮ ਤੂੰ ਫੜ ਲਏ, ਮਤਲਬ ਜਾਨਵਰਾਂ ਵਾਲੇ, ਉਹ ਤੇ ਜਾਨਵਰ ਉਹ ਤੇ ਮਜਬੂਰ ਹੈ, ਉਹਨਾਂ ਦੇ ਪਾਣੀ ਦੇ ਵਿੱਚ ਜੀਵਨ ਹੈ। ਤੂੰ ਸੋਚਦਾ ਕਿ ਪਾਣੀ ਦੇ ਵਿੱਚ ਟੁੱਟੀਆਂ ਮਾਰ ਕੇ, ਔਰ ਸਾਧ ਸੰਗਤ ਜੀ ਬਹੁਤ ਸਾਰੇ ਲੋਕ ਹਰ ਇੱਕ ਧਰਮ ਚ ਇਸੇ ਚੀਜ਼ ਨੂੰ ਹੀ ਸਹੀ ਸਮਝਦੇ ਆ। ਬਿਲਕੁਲ। ਉਹ ਸੋਚਦੇ ਆ ਕਿ ਇਸ਼ਨਾਨ ਕਰ ਲਿਆ ਤੇ ਬੜੀ ਵੱਡੀ ਗੱਲ ਹੋ ਗਈ। ਉਹ ਬੋਲਿਓ, ਉਹ ਇਸ਼ਨਾਨ ਜਿਹੜਾ ਆਪਾਂ ਕਰਨਾ ਵਾ ਉਹ ਆਪਣੇ ਸਰੀਰ ਦੀ ਤੰਦਰੁਸਤੀ ਲਈ ਕਰਨਾ, ਆਪਣੇ ਸਰੀਰ ਦੀ ਸਫਾਈ ਰੱਖਣੀ ਇੱਕ ਸਾਡਾ ਧਰਮ ਆ। ਆਪਣੇ ਚੰਗੇ ਸਾਫ਼ ਸੁਥਰੇ ਕੱਪੜੇ ਪਾਉਣੇ ਇੱਕ ਚੰਗੀ ਚੀਜ਼ ਆ, ਕੋਈ ਮਾੜੀ ਚੀਜ਼ ਨਹੀਂ ਹੈ। ਇਸ਼ਨਾਨ ਕਰਨਾ, ਇਸ਼ਨਾਨ ਤੇ ਆਪਣੇ ਸਰੀਰ ਦਾ, ਪਰ ਜਿਹੜਾ ਅਸਲੀ ਇਸ਼ਨਾਨ ਆ ਉਹ ਸਾਡੇ ਮਨ ਦਾ ਹੈ। ਮਨ ਨੂੰ ਸੱਚ ਦੇ ਵਿੱਚ ਇਸ਼ਨਾਨ ਕਰਾਉਣਾ ਪਊਗਾ। ਉਹਦੇ ਕਰਮ ਜਿਹੜੇ ਆ ਉਹ ਸੱਚ ਦੇ ਵਿੱਚ ਹੋਣੇ ਪੈਣਗੇ। ਫਿਰ ਉਸ ਤੋਂ ਬਾਅਦ ਫਿਰ ਸੱਚ ਸਾਡੇ ਜੀਵਨ ਚ ਆਊਗਾ। ਕਿਉਂਕਿ ਉਦਾਂ ਸੱਚ ਨੂੰ ਅਸੀਂ ਕਿੱਥੋਂ ਜਾਣਾਂਗੇ? ਦੱਸੋ, ਕਿਹੜਾ ਸੱਚ, ਕਿਹੜਾ ਪ੍ਰਮਾਤਮਾ, ਕਿੱਥੇ ਹੈ ਪ੍ਰਮਾਤਮਾ? ਲੱਭਣ ਗਿਆ ਕੋਈ? ਲੱਭ ਕੇ ਲਿਆਓ। ਕੋਈ ਉਹਦਾ ਰੂਪ ਨਹੀਂ, ਉਹਦਾ ਰੰਗ ਨਹੀਂ, ਉਹਦੀ ਰੇਖ ਨਹੀਂ। ਉਹਦੇ ਨਾਲ ਮਿਲਣ ਇੱਕੋ ਹੀ ਤਰੀਕਾ ਹੈ, ਸੱਚ ਨੂੰ ਜੀਵਨ ਚ ਲੈ ਕੇ ਆਓ। ਪ੍ਰਮਾਤਮਾ ਨੂੰ ਲੱਭਣ ਦੀ ਕੋਈ ਲੋੜ ਨਹੀਂ ਹੈਗੀ। ਸੱਚ ਨੂੰ ਆਪਣੇ ਜੀਵਨ ਚ ਲੈ ਆਓ, ਤੁਹਾਡੇ ਰੋਮ ਰੋਮ ਚ ਪ੍ਰਮਾਤਮਾ ਆਪਣੇ ਆਪ ਹੀ ਪ੍ਰਗਟ ਹੋ ਜਾਊ। ਪਤਾ ਲੱਗ ਜਾਊਗਾ ਕਿ ਇਹ ਬੰਦਾ ਕੋਈ ਆਮ ਬੰਦਾ ਨਹੀਂ ਹੈ, ਇਹਦੇ ਅੰਦਰ ਕੁਝ ਹੋ ਗਿਆ। ਇਹਦੇ ਅੰਦਰ ਜੇ ਨਹੀਂ ਨਹਾਤਾ ਜਾ ਰਿਹਾ, ਔਗਣ ਪਾਵਰਫੁਲ ਨੇ, ਮਨ ਚ ਕੜਪ ਮਤਲਬ ਬੇਈਮਾਨੀ ਜ਼ਿਆਦਾ ਹੈ, ਔਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਚ ਜ਼ਿਆਦਾ ਗਤੀ ਕਰ ਰਿਹਾ ਹੈ, ਫਿਰ ਉਹਦੇ ਲਈ ਇੱਕ ਹੋਰ ਤਰੀਕਾ ਹੈਗਾ, ਬੰਦਗੀ ਕਰੋ। ਮਨ ਚ ਕਹਿ ਮੂਤ ਪਲੀਤੀ ਕੱਪੜ ਹੋਏ ਦੇ ਸਾਬਨ ਲਈ ਤੋਏ। मूत पलीती कपड़े दे साबुन लइए वो धोए, परिए मत पापां के संग वो धोपे नावे के रंग। हाँ, वो कहंदे जदों मत दे नाल, मत तैनूं पता ही ना कल भी कथा चली सी बुरी मत। ते बुरी मत दे नाल जिहड़ा तूं पाप कीते ने, अपने आप नूं तूं संसार दे उलझाया है, उस तो भी मुक्ति मिल सकदी। क्योंकि तेरा जीवन है ना, जिहड़ा जीवन बड़ा कीमती है, तूं आखिरी डंडे ते है, और इस दी कदर कर, इनू समझ।
ਜੇਕਰ ਆਪਾਂ ਦੁਖੀ ਆ, ਪਰੇਸ਼ਾਨ ਆ, ਤੇ ਉਹਦੇ ਕਾਰਨ ਨੇ ਉਹਦੇ ਪਿੱਛੇ। ਬਿਨਾਂ ਕਾਰਨ ਤੋਂ ਕੁਛ ਵੀ ਨਹੀਂ ਹੁੰਦਾ। ਬਾਣੀ ਚ ਕਿਹਾ ਪਰਮੇਸ਼ਰ ਨੂੰ ਜਦੋਂ ਬੰਦਾ ਭੁੱਲਦਾ ਹੈ ਤੇ ਸਾਰੇ ਰੋਗ ਮਤਲਬ ਆ ਜਾਂਦੇ ਨੇ ਬੰਦੇ ਦੇ ਜੀਵਨ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਹਾਂ, ਰੋਗ ਆ ਜਾਂਦੇ ਨੇ, ਔਰ ਕਿਸੇ ਰੂਪ ਚ ਵੀ ਹੋਣ ਉਹਦੇ ਪਿੱਛੇ ਕਾਰਨ ਜ਼ਰੂਰ ਹੈ। ਹਾਂਜੀ ਨਿਜਰ ਸਾਹਿਬ। ਹੁਣ ਅੱਗੇ ਇੱਕ ਹੋਰ ਵੀ ਇਹਨਾਂ ਜੀ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਦੇਖੋ ਗੁਰਬਾਣੀ ਤਾਂ ਇਹ ਕਹਿ ਰਹੀ ਹੈ, ਅਸੀਂ ਹੋਰ ਬਿਲਕੁਲ ਬਿਲਕੁਲ ਠੀਕ ਹੈ ਜੀ। ਹਾਂ, ਅੱਗੇ ਹੁਣ ਜਿਹੜੇ ਕਬੀਰ ਜੀ ਕਹਿੰਦੇ ਆ, ਮਨੋ ਕਠੋਰ ਮਰੇ ਬਨਾਰਸ। ਵਿਕਾਂਸ਼ੀ ਕਹਿੰਦੇ ਬਨਾਰਸ ਕਹਿੰਦੇ ਜਿਹੜਾ ਇੱਥੇ ਮਰਦਾ ਕਹਿੰਦੇ ਸਿੱਧਾ ਸਵਰਗ 'ਚ ਜਾਂਦਾ ਹੈ, ਰੱਬ ਦੇ ਕੋਲ ਪਹੁੰਚ ਜਾਂਦਾ ਹੈ। ਇਹ ਜਿਹੜੀ ਇਹਨਾਂ ਦੀ ਜਿਹੜੀ ਹੈਗੀ ਸ਼ਿਵ ਜੀ ਦੀ ਨਗਰੀ ਹੈਗੀ ਆ ਭਾਈ, ਇਹ ਕਹਿ ਰਹੇ ਸਰ, ਇਹ ਧਾਰਨਾ ਹਾਲੇ ਵੀ ਹੈਗੀ ਆ। ਆਪਣੇ ਵੀ ਕਹਿੰਦੇ ਆ ਕਿ ਬਈ ਜਿਹੜੇ ਹੈਗੇ ਅੰਮ੍ਰਿਤਸਰ ਦੇ ਵਿੱਚ ਉੱਥੇ ਨੇੜੇ ਤੇੜੇ ਰਹੀਏ ਤੇ ਆਪਾਂ ਜਿਹੜੇ ਆ ਸਿੱਧੇ ਪਹੁੰਚ ਜਾਵਾਂਗੇ ਮਾਲਕ ਪਰਮਾਤਮਾ ਦੇ ਕੋਲ। ਆਪਣੇ ਵੀ ਧਾਰਨਾ ਐਸੀ ਹੈਗੀ ਆ, ਰਿਟਾਇਰ ਹੋ ਕੇ ਵੀ ਉੱਥੇ ਹੀ ਘਰ ਲੈ ਲੈਂਦੇ ਆ। ਮਨੋ ਕਠੋਰ ਮਰੇ ਬਨਾਰਸ ਕਹਿੰਦੇ ਮਨ ਤੋਂ ਤਾਂ ਕਠੋਰ ਆ, ਮਨ ਦੇ ਉੱਤੇ ਤਾਂ ਮੈਲ ਚੜੀ ਹੋਈ ਆ ਪੂਰੀ ਦੀ ਪੂਰੀ, ਤੇ ਜਾ ਕੇ ਜਿਹੜਾ ਹੈਗਾ ਬਨਾਰਸ ਦੇ ਵਿੱਚ ਮਰ ਜਾਏਗਾ। ਨਰਕ ਨਾ ਬਾਂਚਿਆ ਜਾਏ ਕਹਿੰਦੇ, ਨਰਕ ਜਾਣੋ ਬਚ ਨਹੀਂ ਸਕਦਾ ਭਾਈ, ਜੂਨਾਂ ਦੇ ਵਿੱਚ ਜਾਣੋ ਬਚ ਨਹੀਂ ਸਕਦਾ, ਵਾਪਸ ਸੰਸਾਰ ਦੇ ਵਿੱਚ ਆਏਗਾ ਜੂਨਾਂ ਦੇ ਵਿੱਚ। ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਾਂਚਿਆ ਜਾਈ, ਹਰ ਕਾ ਸੰਤ ਮਰੇ ਹੜੰਬੈ ਤਾਂ ਸਗਲੀ ਸੈਨ ਤਰਾਈ। ਕਹਿੰਦੇ ਪਰਮੇਸ਼ਰ ਦਾ ਕੋਈ ਸੰਤ ਆ, ਭਗਤ ਆ, ਬ੍ਰਹਮ ਗਿਆਨੀ ਹੈਗਾ, ਕਹਿੰਦੇ ਜਾ ਕੇ ਉਹ ਜਿਹੜਾ ਹੈਗਾ ਮਗਹਰ ਦੇ ਵਿੱਚ ਮਰ ਜਾਏ, ਭਾਵੇਂ ਹੜੰਬੇ ਮਗਹਰ ਦੇ ਵਿੱਚ ਮਰ ਜਾਏ, ਕਹਿੰਦੇ ਜਿੰਨੇ ਵੀ ਉਹਦੇ ਸਾਥੀ ਹੋਣਗੇ ਸੈਨ, ਕਹਿੰਦੇ ਜਿੰਨੀ ਵੀ ਸੈਨਾ ਹੋਏਗੀ ਉਹਦੀ, ਜਿਹੜੇ ਵੀ ਉਹਨੂੰ ਫਾਲੋ ਕਰਨਗੇ ਸਾਰਿਆਂ ਨੂੰ ਤਾਰ ਦੇਗਾ ਭਾਈ। ਹਾਂਜੀ ਵੀਰ ਜੀ। ਹਾਂਜੀ, ਫੇਰ ਜੀ ਉਹ ਸਾਨੂੰ ਸਮਝਾ ਰਹੇ ਨੇ, ਕਹਿੰਦੇ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਾਂਚਿਆ ਜਾਏ। ਜੇ ਤੂੰ ਮਨ ਦਾ ਕਠੋਰ ਆ, ਹਾਂ, ਔਰ ਭਾਵੇਂ ਤੂੰ ਬਨਾਰਸ ਚ ਵੀ ਜਾ ਕੇ ਮਰ ਜਾਏਗਾ ਨਾ, ਤਾਂ ਵੀ ਤੂੰ ਮੁਕਤ ਨਹੀਂ ਹੋਣਾ। ਬਸ ਜਿਹਦਾ ਮਨ ਕਠੋਰਿਆ ਮਤਲਬ ਮਾਇਆ ਨੂੰ ਛੱਡਣਾ ਹੀ ਨਹੀਂ ਚਾਹੁੰਦੇ, ਦੁਨੀਆ ਦੇ ਪਦਾਰਥ ਛੱਡਣਾ ਹੀ ਨਹੀਂ ਚਾਹੁੰਦੇ, ਤੇ ਉਹਨਾਂ ਦੇ ਅੰਦਰ ਦਇਆ ਹੀ ਨਹੀਂ ਹੈ। ਦਇਆ ਨਹੀਂ ਹੈਗੀ ਤੇ ਧਰਮ ਨਹੀਂ ਪੈਦਾ ਹੋ ਸਕਦਾ। ਦਇਆ ਤੋਂ ਤਾਂ ਧਰਮ ਨੇ ਪੈਦਾ ਹੋਣਾ ਹੈ। ਤੌਲ ਧਰਮ ਦਇਆ ਕਾ ਪੂਤ, ਦਇਆ ਦਾ ਪੁੱਤ ਹੈ ਧਰਮ। ਧਰਮ ਆ ਹੀ ਨਹੀਂ ਸਕਦਾ ਉਹਨਾਂ ਦੇ ਜੀਵਨ ਦੇ ਵਿੱਚ। ਹਾਂਜੀ ਬਿਲਕੁਲ ਠੀਕ ਹੈ ਜੀ। ਕਠੋਰ ਤੇ ਇਹੀ ਹੈ ਕਿ ਜਿਹੜੇ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਲਿਜਾ ਕੇ ਬੈਠੇ ਨੇ, ਔਰ ਜਿਹੜੇ ਬਦਲਣ ਨੂੰ ਤਿਆਰ ਨਹੀਂ ਹੈ, ਹਾਂ, ਉਹ ਭਾਵੇਂ ਬਨਾਰਸ ਜਾ ਕੇ ਵੀ ਮਰ ਜਾਣ। ਹੁਣ ਕਈ ਬੰਦੇ ਨੇ ਉਹਨਾਂ ਜੀਵਨ ਆਪਣਾ ਗਲਤ ਤਰੀਕੇ ਨਾਲ ਬਤੀਤ ਕੀਤਾ, ਫਿਰ ਉਹ ਧਾਰਮਿਕ ਸਥਾਨ 'ਚ ਰਵੇ, ਜਿੱਥੇ ਮਰਜ਼ੀ ਜਾ ਕੇ ਵੇਖ ਲੈ। ਇਹਦੇ ਨਾਲ ਉਹ ਇਹ ਨਹੀਂ ਕਿ ਉਹ ਸਵਰਗ 'ਚ ਚੱਲ ਜੂਗਾ। ਹੁਣ ਕਈ ਲੋਕ ਆਮ ਕਹਿ ਦਿੰਦੇ ਜੀ, ਉਹ ਜੀ ਬਕਰਮਾਂ 'ਚ ਬੰਦੇ ਨੇ ਸਰੀਰ ਦਾ ਤਿਆਗ ਕਰਤਾ ਜੀ, ਸਿੱਧਾ ਬੈਕੁੰਠ 'ਚ ਚਲ ਗਿਆ। ਕਿੱਥੋਂ ਚਲ ਗਿਆ ਬੈਕੁੰਠ 'ਚ? ਨਾ ਨਾ ਨਾ, ਏਦਾਂ ਨਹੀਂ ਹੁੰਦਾ। ਇਹ ਤੇ ਉਹਦਾ ਜੀਵਨ ਕਿੱਦਾਂ ਨੇ ਕਿੱਦਾਂ ਦਾ ਬਤੀਤ ਕੀਤਾ, ਉਹ ਸਾਨੂੰ ਪਤਾ ਜਾਂ ਤੁਹਾਨੂੰ ਪਤਾ, ਔਰ ਸਾਨੂੰ ਵੀ ਬੰਦੇ ਦੇ ਬਾਹਰੀ ਰੂਪ ਦਾ ਪਤਾ ਹੈ, ਅੰਦਰੋਂ ਕੀ ਹੈਗਾ ਸਾਨੂੰ ਕੀ ਪਤਾ। ਅੱਜ ਕੱਲ ਤਾਂ ਗੁਰਕੀ ਸਾਹਿਬ ਦੇਖੋ ਜਿਹੜਾ ਹੈਗਾ, ਭਾਵੇਂ ਜਿਹੜਾ ਸ਼ਰਾਬ ਦੀ ਬੋ ਜਿਹੜੀ ਆ ਸਵੇਰੇ ਵੀ ਲਾਸ਼ ਚੋਂ ਆ ਰਹੀ ਆ, ਫਿਰ ਵੀ ਕਹਿਣਗੇ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ। ਬਸ ਆ ਪੜ ਦੇਣਾ ਉਹਨਾਂ ਨੇ, ਆ ਦਰਗੇ ਚੱਲਿਆ, ਦਰਗੇ ਤੇਰੇ ਕਹਿਣ ਨਾਲ ਚੱਲ ਜਾਣਾ ਅਗਲੇ ਨੇ। ਤੇ ਆਖਰੀ ਆ ਗਏ ਜੀ ਜਿਹੜਾ ਇਹਦਾ ਬੰਦ, ਦਿਨਸ ਨ ਰਹਿਣ ਵੇਦ ਨਹੀਂ ਸ਼ਾਸਤਰ ਤਹਾਂ ਬਸੈ ਨਿਰੰਕਾਰਾ। ਕਹਿੰਦੇ ਦੇਖ ਲਓ ਮਾਲਕ ਪਰਮਾਤਮਾ ਨੂੰ, ਆ ਪ੍ਰਕਿਰਤੀ ਆ ਸੰਸਾਰ ਜਿਹੜਾ ਇਹ ਤਾਂ ਉਹਦੀ ਖੇਡ ਹੈਗੀ ਆ, ਉਹਨੂੰ ਇਹ ਖੇਡ ਦੀ ਲੋੜ ਥੋੜੀ ਨਾ ਹੈ, ਨਾ ਉਹਨੂੰ ਸ਼ਾਸਤਰਾਂ ਦੀ ਗਿਆਨ ਦੀ ਲੋੜ ਹੈਗੀ ਮਾਲਕ ਪਰਮਾਤਮਾ ਨੂੰ। ਉੱਥੇ ਹੈ ਮਾਲਕ ਪਰਮਾਤਮਾ, ਇਹਨਾਂ ਤੋਂ ਪਰੇ। ਦਿਨਸ ਨ ਰਹਿਣ ਵੇਦ ਨਹੀਂ, ਇਹਨਾਂ ਤੇ ਡਿਪੈਂਡ ਨਹੀਂ ਕਰਦਾ ਉਹ। ਦਿਨਸ ਨ ਰਹਿਣ ਆਪਾਂ ਹੈਗੇ ਦਿਨ ਰਾਤ ਦੇ ਵਿੱਚ, ਆਪਾਂ ਹੈਗੇ ਗਿਆਨ ਆਪਾਂ ਨੂੰ ਚਾਹੀਦਾ ਹੈਗਾ, ਮਾਲਕ ਨੂੰ ਨਹੀਂ ਚਾਹੀਦਾ। ਦਿਨਸ ਨ ਰਹਿਣ ਵੇਦ ਨਹੀਂ ਸ਼ਾਸਤਰ ਤਹਾਂ ਬਸੈ ਨਿਰੰਕਾਰਾ। ਕਹੇ ਕਬੀਰ ਨਰ ਤਿਸੈ ਧਿਆਵੋ ਬਾਵਰਿਆ ਸੰਸਾਰਾ। ਕਹਿੰਦੇ ਹੇ ਇਨਸਾਨ, ਨਰ ਕਹਿ ਰਹੇ ਨਰ, ਤੈਨੂੰ ਮਨੁੱਖ ਸਰੀਰ ਮਿਲਿਆ ਹੋਇਆ ਆ, ਉਹ ਕਰ ਲਾ ਕੰਮ ਭਾਈ, ਜਿਹੜਾ ਕੰਮ ਕਰਨ ਵਾਲਾ ਹੈ ਕਰ ਲਾ। ਕਿਉਂ ਜਿਹੜਾ ਹੈਗਾ ਬਾਵਰਿਆ ਵਾਂਗੂ ਜਿਹੜਾ ਹੈਗਾ ਇਹ ਸਾਰਾ ਸੰਸਾਰ ਦੇ ਵਿੱਚ ਜਿਹੜਾ ਮਾਇਆ ਦੇ ਵਿੱਚ ਜਿਹੜਾ ਪਦਾਰਥਾਂ ਦੇ ਵਿੱਚ ਖਚਿਤ ਹੋ ਰਿਹਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਲਾਸਟ ਤੇ ਬਾਣੀ ਦੀ ਸਮਾਪਤੀ ਕਰਦਿਆਂ ਸਾਰੀ ਉਹ ਸਾਨੂੰ ਸਮਝਾ ਰਹੇ ਨੇ, ਕਹਿੰਦੇ ਦਿਨਸ ਨਾ ਰਹਿਣ। ਹੁਣ ਇਹ ਦੇਖੋ ਆਤਮਾ ਦੀ ਗੱਲ ਕਰਦੇ ਆ, ਤੁਸੀਂ ਨਿਰਵਿਚਾਰ ਹੋ ਜਾਂਦੇ ਜੀ ਨਾ, ਉੱਥੇ ਆਤਮਾ 'ਚ ਨਾ ਤੇ ਦਿਨ ਆ, ਉੱਥੇ ਨਾ ਤੇ ਰਾਤ, ਨਾ ਤੇ ਧਰਤੀਆਂ, ਨਾ ਤੇ ਸੂਰਜ, ਉੱਥੇ ਕੁਛ ਵੀ ਨਹੀਂ ਹੈਗਾ। ਉਹੀ ਆਤਮਾ ਪਰਮਾਤਮਾ ਹੈ
ਜਿਹੜੀ ਨਿਰਗੁਣ ਬ੍ਰਹਮ ਹੈ, ਜਿਹਦੇ ਅੰਦਰ ਹੈ ਸਾਰਾ ਕੁਝ। ਤੇ ਉਹ ਕਹਿੰਦੇ ਕਿ ਜਿਹੜਾ ਬੰਦਾ ਉੱਥੇ ਪਹੁੰਚ ਜਾਂਦਾ ਹੈ ਜਿਨਸ, ਉਹ ਨਿਰਾਕਾਰ ਪ੍ਰਮਾਤਮਾ ਜੀ। ਉੱਥੇ ਕੋਈ ਉਹ ਜਿੱਦਾਂ ਲੋਕਾਂ ਨੇ ਮੰਡਲ ਬਣਾਏ ਨਾ, ਮੰਡਲ ਕੋਈ ਨਹੀਂ ਉੱਥੇ, ਬਿਲਕੁਲ ਉੱਥੇ ਇਕੱਲਾ ਬੈਠਾ ਹੈ, ਸਮਾਧੀ ਲੀਨ ਹੈਗਾ। ਉੱਥੇ ਜਿਹੜਾ ਵੀ ਬੰਦਾ ਪਹੁੰਚੂਗਾ ਮਲੀਨਤਾ ਦੂਰ ਹੋ ਜਾਏਗੀ। ਫਿਰ ਵੀ ਤੁਕ ਧਿਆਨ ਨਾਲ ਕਿਤੇ ਤੁਹਾਨੂੰ ਭਰਮ ਨਾ ਪੈ ਜਾਏ, ਗਲਤ ਫਹਿਮੀ, ਮਿਸ ਅੰਡਰਸਟੈਂਡਿੰਗ ਨਾ ਹੋ ਜਾਏ। ਕਹਿੰਦੇ ਨਾ ਉੱਥੇ ਦਿਨ ਆ, ਨਾ ਉੱਥੇ ਰਾਤ ਆ, ਨਾ ਉੱਥੇ ਵੇਦ ਆ, ਨਾ ਉੱਥੇ ਸ਼ਾਸਤਰ ਆ। ਠੀਕ ਹੈ, ਉਹ ਤੁਹਾਡੀ ਆਤਮਾ ਹੈ ਜਿੱਥੇ ਆਪਣੀ ਸੁਰਤੀ ਇਕਾਗਰ ਹੁੰਦੀ। ਜਦੋਂ ਸੁਰਤੀ ਤੁਹਾਡੀ ਆਤਮਾ ਤੱਤ ਚ ਲੀਨ ਹੋ ਜਾਂਦੀ ਆ, ਉੱਥੇ ਮਨ ਵੀ ਨਹੀਂ ਹੈਗਾ। ਕਹਿੰਦੇ ਤਹਿ ਬਸੇ ਨਿਰੰਕਾਰ, ਉੱਥੇ ਨਿਰੰਕਾਰ ਬੈਠਾ ਹੈ ਪ੍ਰਮਾਤਮਾ। ਜਦੋਂ ਆਪਣੀ ਸੁਰਤੀ ਚ ਇਕਾਗਰ ਹੋ ਗਏ, ਤੁਹਾਨੂੰ ਖੁਦ ਪਤਾ ਲੱਗਦਾ ਕਿ ਮੈਂ ਕਿਤੇ ਪਹੁੰਚ ਗਿਆ। ਜਦੋਂ ਸੁਰਤੀ ਤੁਹਾਡੀ ਜਹਾਜ਼ ਉਂਗਲੀ ਨਹੀਂ ਚੜ੍ਹਦੀ, ਬਿਲਕੁਲ ਉੱਥੇ ਟਾਈਮ ਹੀ ਹੈ। ਇੰਝ ਲੱਗਦਾ ਜਿੱਦਾਂ ਜੈਟ ਪਲੇਨ ਚੜ੍ਹ ਕੇ ਤੇ ਲੈਂਡ ਹੋ ਗਿਆ। ਤੇ ਕਬੀਰ ਜੀ ਕਹਿੰਦੇ ਤਾਣੇ ਤੇ ਜਿਹੜਾ ਹੈਗਾ ਵਾ ਉਹ ਪੁਆਇੰਟ ਉੱਥੇ ਪਹੁੰਚ ਗਏ ਤੁਸੀਂ, ਉਹ ਨਿਰਾਕਾਰ ਪਰਮਾਤਮਾ। ਜਦੋਂ ਤੁਸੀਂ ਉੱਥੇ ਜਾਂਦੇ ਹੋ, ਉਹ ਤੁਹਾਡੇ ਸਰੀਰ ਦੇ ਅੰਦਰ ਆ, ਹੋਰ ਕਿਤੇ ਬਾਹਰ ਸੰਸਾਰ ਚ ਨਹੀਂ ਹੈ। ਪਰ ਜਿੱਥੇ ਬੰਦਾ, ਜਦੋਂ ਬੰਦਾ ਉੱਥੇ ਪਹੁੰਚ ਜਾਂਦਾ ਹੈ, ਉਹ ਜਿੱਥੇ ਜਾ ਕੇ ਬੰਦਾ ਆਪਣੇ ਆਪ ਨੂੰ ਦੇਖਦਾ ਹੈ ਕਿ ਮੈਂ ਤੇ ਉਸ ਪਰਮਾਤਮਾ ਦੀ ਛੋਟੀ ਜਿਹੀ ਅੰਸ਼ ਹਾਂ, ਔਰ ਜਿਹਨੇ ਮੈਨੂੰ ਘੇਰਿਆ ਹੋਇਆ ਹੈ। ਫਿਰ ਪਤਾ ਲੱਗਦਾ ਕਿ ਸਾਰੇ ਘਟਾਂ ਦੇ ਵਿੱਚ ਉਹੀ ਤੇ ਨਿਰਾਕਾਰ ਪ੍ਰਮਾਤਮਾ ਹੈ। ਇਹ ਸਾਰੇ ਘਟ ਉਹਦੇ ਅੰਦਰ ਆ। ਫਿਰ ਭਰਮ ਦੂਰ ਹੁੰਦਾ ਹੈ, ਫਿਰ ਊਚ ਨੀਚ ਤੋਂ ਵੀ ਸਾਨੂੰ ਮੁਕਤੀ ਮਿਲ ਜਾਂਦੀ ਹੈ। ਓਦਾਂ ਊਚ ਨੀਚ ਜਿਹੜੀ ਬਾਹਰੀ ਗੱਲ ਨਹੀਂ ਹੈਗੀ, ਸਾਡੇ ਕਹਿਣ ਦੇ ਨਾਲ ਗੱਲ ਨਹੀਂ ਖਤਮ ਹੋ ਜਾਂਦੀ ਕਿ ਸਾਰੇ ਇੱਕੇ ਨੇ, ਸਾਰੇ ਬਰਾਬਰ ਨੇ, ਸਾਰਿਆਂ ਚ ਪ੍ਰਮਾਤਮਾ ਦੀ ਜੋਤ ਆ। ਨਾ, ਏਦਾਂ ਨਹੀਂ ਗੱਲ ਬਣੇਗੀ। ਬਹੁਤ ਵਧੀਆ ਗੱਲ ਉਦੋਂ ਬਣੂਗੀ ਜਦੋਂ ਤੁਸੀਂ ਉੱਥੇ ਅੰਦਰ ਨਿਜਰ ਸਭ ਆਪਣੇ ਆਪ ਚ ਨੂੰ ਪ੍ਰਮਾਤਮਾ ਨੂੰ ਦੇਖਿਆ। ਬਹੁਤ ਵਧੀਆ ਜੀ, ਬਹੁਤ ਵਧੀਆ। ਹੁਣ ਕਈ ਕਹਿੰਦੇ ਨਾ ਕਿ ਜੀ ਪ੍ਰਮਾਤਮਾ ਨੇ ਮਿਹਰ ਕੀਤੀ ਜੀ, ਉਹ ਸੇਵਾ ਲੈ ਰਹੇ ਨੇ। ਇਹ ਸਭ ਨਾਟਕ। ਏਦਾਂ ਕਿਆ ਥੋੜੀ ਹੁੰਦਾ ਬਾਕੀ ਪ੍ਰਮਾਤਮਾ ਸੇਵਾ ਲੈਂਦਾ ਤੇ ਮੈਂ ਹਉਮੈ ਤੋਂ ਦੂਰ ਹੋ ਜਾਊਂਗਾ। ਮੈਂ ਕਹਿ ਦਿੰਦਾ ਕਿ ਹਾਂਜੀ ਮੈਂ ਸੇਵਾ ਕੀਤੀ ਹੈ, ਕੋਈ ਗੱਲ ਨਹੀਂ। ਉਹ ਪ੍ਰਮਾਤਮਾ ਜਾਣਦਾ ਹੈ ਕਿ ਚਰਨਜੀਤ ਕਿਹੜੇ ਰੂਪ ਚ ਕਹਿ ਰਿਹਾ। ਜ਼ੁਬਾਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਕਈ ਲੋਕ ਸੋਚਦੇ ਆ ਕਿ ਜੀ ਬੜਾ ਨਿਮਰ ਹੈਗਾ ਜੀ, ਜ਼ੁਬਾਨ ਤੇ ਬੜਾ ਮਿੱਠਾ ਹੈਗਾ। ਉਹ ਠੀਕ ਹੈ, ਮਿੱਠਾ ਹੈਗਾ, ਉਹ ਲਫ਼ਜ਼ ਨੇ ਸਿੱਖ ਲਏ ਨੇ, ਪਰ ਅੰਦਰੋਂ ਕੀ ਹੈ ਉਹ ਸਾਨੂੰ ਥੋੜੀ ਪਤਾ ਹੈ, ਪਰ ਪ੍ਰਮਾਤਮਾ ਨੂੰ ਪਤਾ ਹੈ। ਤੋ ਇਹ ਗੱਲਾਂ ਜਿਹੜੀਆਂ ਆਪਾਂ ਕਰਦੇ ਆ ਨਾ, ਇਹ ਗੱਲਾਂ ਬੜੀਆਂ ਭਾਰੀ ਹੈਗੀਆਂ। ਔਰ ਜਦੋਂ ਸਾਡੀ ਸੁਰਤੀ ਆਤਮਾ ਤੱਤ ਚ ਲੀਨ ਹੋ ਗਈ, ਫਿਰ ਪੂਰਨ ਤੌਰ ਤੇ ਸਾਨੂੰ ਹਉਮੈ ਤੋਂ, ਹੰਕਾਰ ਤੋਂ ਮੁਕਤੀ ਮਿਲ ਜਾਏਗੀ, ਕਾਮ ਤੋਂ ਮੁਕਤੀ ਮਿਲ ਜਾਏਗੀ, ਕ੍ਰੋਧ ਤੋਂ, ਲੋਭ ਤੋਂ, ਮੋਹ ਤੋਂ, ਹੰਕਾਰ ਤੋਂ। ਕੇਵਲ ਆਤਮਾ ਤੱਤ ਦੀ ਆ ਵੇਖ ਲਓ, ਫੇਰ ਵਿਚਾਰ ਕਰ ਲਓ, ਲੈਣ ਨੂੰ ਧਿਆਨ ਨਾਲ ਸਮਝ ਲਓ। ਦਿਨ ਉੱਥੇ ਦਿਨ ਨਹੀਂ ਹੈਗੀ, ਰਹਿਣੀ ਨਹੀਂ ਹੈਗੀ, ਰਾਤ ਵੀ ਨਹੀਂ ਹੈਗੀ, ਵੇਦ ਨਹੀਂ ਹੈਗੇ, ਸ਼ਾਸਤਰ ਉੱਥੇ ਨਹੀਂ ਹੈਗੇ। ਉੱਥੇ ਸ਼ਾਸਤਰਾਂ ਦਾ ਕੀ ਕੰਮ ਹੈਗਾ, ਵੇਦਾਂ ਦਾ ਕੀ ਕੰਮ ਹੈਗਾ? ਕਿਉਂਕਿ ਪ੍ਰਮਾਤਮਾ ਦੇ ਅੰਦਰੋਂ ਹੀ ਤੇ ਸਾਰਾ ਗਿਆਨ ਆਉਂਦਾ ਹੈ। ਗਿਆਨ ਜਿਹੜਾ ਸਾਡੇ ਕੋਲ ਵੀ ਆ, ਉਹ ਵੀ ਤਾਂ ਪ੍ਰਮਾਤਮਾ ਦਾ ਹੀ ਹੈ ਨਾ, ਉਹ ਵੀ ਤੇ ਲਿਆਉਂਦੇ। ਹੁਣ ਮੇਰੇ ਘਰ ਪਾਣੀ, ਤੁਹਾਡੇ ਘਰ ਪਾਣੀ, ਨਿੱਜਰ ਸਾਹਿਬ ਦੇ ਘਰ ਪਾਣੀ ਕਿੱਥੋਂ ਆਇਆ? ਇਹ ਤਾਂ ਸਮੁੰਦਰ ਦਾ ਹੀ ਪਾਣੀ ਹੈ ਨਾ। ਪਰ ਜੇ ਕਹੇ ਨਿੱਜਰ ਸਾਹਿਬ ਮੇਰਾ ਹੈ ਤੇ ਮੈਂ ਕਹਾਂ ਮੇਰਾ ਹੈ, ਤੁਸੀਂ ਕਹੋਗੇ ਮੇਰਾ ਹੈ, ਸਾਡਾ ਤੇ ਨਹੀਂ ਹੈਗਾ। ਪਾਣੀ ਤੁਸੀਂ ਬਣਾਇਆ ਜਾਂ ਨਿੱਜਰ ਸਾਹਿਬ ਨੇ ਬਣਾਇਆ ਜਾਂ ਮੈਂ ਬਣਾਇਆ, ਕਿਸੇ ਨੇ ਨਹੀਂ ਬਣਾਇਆ। ਬਿਲਕੁਲ, ਇਹ ਤੇ ਪ੍ਰਮਾਤਮਾ ਨੇ ਇੱਕ ਤੱਤ ਦਿੱਤਾ ਇਹਦਾ। ਇਸੇ ਤਰ੍ਹਾਂ ਗਿਆਨ ਵੀ, ਕੋਈ ਵੀ ਬੰਦਾ ਜਿਹੜਾ ਬੇਵਕੂਫੀ ਹੁੰਦਾ, ਜਿਹੜਾ ਕਹਿੰਦਾ ਮੇਰਾ ਗਿਆਨ ਹੈ, ਗਿਆਨ ਸਾਡਾ ਕਿਸੇ ਦਾ ਨਹੀਂ ਹੈਗਾ, ਇਹ ਸਾਰਾ ਪ੍ਰਮਾਤਮਾ ਤੋਂ ਮਿਲਦਾ ਵਾ। ਬਿਲਕੁਲ, ਤੇ ਇਹ ਚੀਜ਼ ਨੂੰ ਆਪਾਂ ਧਿਆਨ ਚ ਰੱਖਣਾ ਹੈ। ਤੇ ਨਿਰਾਕਾਰ ਜਿਹੜਾ ਬਸੇ ਆ, ਉਹ ਸਾਡੇ ਅੰਦਰ ਹੈ। ਔਰ ਜਦੋਂ ਸਾਡਾ ਮਨ ਸਥਿਰ ਹੋ ਜਾਂਦਾ ਤੇ ਸਾਨੂੰ ਪਤਾ ਲੱਗ ਜਾਂਦਾ ਕਿ ਸਾਡੇ ਮਨ ਦੇ ਅੰਦਰ ਹੀ ਨਿਰਾਕਾਰ ਆ ਪ੍ਰਮਾਤਮਾ। ਮਨ ਤੋਂ ਬਾਹਰ ਆ ਜਾਂਦੇ ਆ, ਸੰਸਾਰ ਹੈਗਾ। ਮਨ ਤੋਂ ਅੰਦਰ ਜੋ ਸੁੱਤੀ ਚੱਲ ਜਾਂਦੀ ਹੈ, ਬ੍ਰਹਮ ਹੀ ਰਹਿ ਜਾਂਦਾ। ਤੇ ਫਿਰ ਕਹਿੰਦੇ ਕਹੇ ਕਬੀਰ ਨਰ ਤਿਸ ਹੀ ਧਿਆਵੋ ਬਾਵਰਿਆ ਸੰਸਾਰ। ਜੇ ਤੂੰ ਕਹਿੰਦਾ ਧਿਆਉਣਾ ਹੈ, ਉਸ ਪ੍ਰਮਾਤਮਾ ਨੂੰ ਧਿਆ ਜਿਹੜਾ ਆ ਤੇਰੇ ਅੰਦਰ ਆ, ਜਿਹੜਾ ਰੂਪ ਤੋਂ, ਰੰਗ ਤੋਂ, ਰੇਖ ਤੋਂ ਪਰੇ ਆ, ਜਿੱਥੇ ਰਾਤ ਨਹੀਂ ਹੈਗੀ, ਜਿੱਥੇ ਕੋਈ ਦਿਨ ਨਹੀਂ ਚੜ੍ਹਦਾ। ਪ੍ਰਮਾਤਮਾ ਦੇ ਅੰਦਰ ਥੋੜੀ ਰਾਤ ਦਿਨ ਹੁੰਦਾ ਵਾ, ਉਹ ਕੇਵਲ ਸਾਡੇ ਅੰਦਰ ਹੀ ਹੁੰਦਾ ਵਾ, ਕਿਉਂਕਿ ਅਸੀਂ ਜੜ ਚ ਬੈਠੇ ਆ। ਤੇ ਉਹ ਤੇ ਨਿਰਾਕਾਰ ਆ। ਤੇ ਜਿਹੜਾ ਵੀ ਕਹਿੰਦੇ ਆ ਦੂਜੇ ਜਿਹੜੇ ਧਿਆਉਂਦੇ ਨੇ, ਉਹ ਬਾਵਰੇ ਨੇ ਕਹਿੰਦੇ, ਉਹ ਫਿਰ ਬਾਵਰੇ ਤੇ ਫਿਰ ਬਾਵਰੇ ਹੀ ਆ। ਸਹੀ ਹੈ ਨਿੱਜਰ ਸਾਹਿਬ? ਬਹੁਤ ਵਧੀਆ ਗੋਰਖੀ ਸਾਹਿਬ। ਔਰ ਮੇਰੀ ਨਾ ਹੱਥ ਜੋੜ ਕੇ ਸੰਗਤ ਨੂੰ ਬੇਨਤੀ ਹੈ ਵੀ ਆ ਜਿਹੜਾ ਅੱਜ ਦਾ ਗਿਆਨ ਹੈਗਾ ਨਾ, ਇਹਨੂੰ ਜ਼ਰੂਰ ਜਿਹੜਾ ਹੈਗਾ, ਇਹਨੂੰ ਧਿਆਨ ਦੇ ਨਾਲ ਬਾਰ-ਬਾਰ ਜਿਹੜਾ ਹੈਗਾ ਇਸ ਚੋਂ ਜਿਹੜਾ ਹੈਗਾ ਇਹ ਹੀਰੇ ਮੋਤੀ ਚੋਗ ਲੈਣਾ ਭਾਈ। ਹਾਂਜੀ। ਬਾਕੀ ਸਾਧ ਸੰਗਤ ਜੀ, ਤੁਸੀਂ ਕੁਛ ਵੀ ਨਹੀਂ ਕਰਨਾ,
ਕੇਵਲ ਆਤਮਾ ਤੱਤ ਦੇ ਦਰਸ਼ਨ ਕਰਨੇ ਆ। ਹਰ ਦਿਨ ਤੁਸੀਂ ਰੋਜ਼ ਵੀ ਜਦੋਂ ਤੁਸੀਂ 5-6 ਮਿੰਟ ਵੀ ਉਹਦੇ ਦਰਸ਼ਨ ਕਰ ਲੈਂਦੇ ਜੋ ਨਾ, ਉਹ ਬਹੁਤ ਵੱਡੀ ਪ੍ਰਾਪਤੀ ਹੈ। ਜਿਹਦਾ ਬੈਂਕ 'ਚ 1 ਰੁਪਈਆ 2 ਰੁਪਏ ਜਮਾ ਕਰੀ ਜਾਈਏ ਨਾ, ਥੋੜਾ ਥੋੜਾ ਲੰਮਾ ਸਮਾਂ ਆਪਾਂ ਕਰਦੇ ਜਾਈਏ, ਤਾਂ ਕਾਫੀ ਵੱਡੀ ਅਮਾਊਂਟ ਬਣ ਜਾਂਦੀ। ਤੁਸੀਂ 2-4 ਮਿੰਟ ਆਤਮਾ ਦੇ ਦਰਸ਼ਨ ਕਰ ਲੈਣਾ ਨਿਰਵਿਚਾਰ ਹੋ ਕੇ, ਬਸ ਆਪਣੇ ਆਪ ਹੀ ਸਭ ਕੁਝ ਹੋ ਜਾਏਗਾ ਕਲੀਅਰ। ਤੁਹਾਨੂੰ ਮੇਰੇ ਲਫ਼ਜ਼ਾਂ ਦੀ ਜਾਂ ਨਿੱਜਰ ਸਾਹਿਬ ਦੇ ਲਫ਼ਜ਼ਾਂ ਦੀ ਲੋੜ ਨਹੀਂ ਹੈਗੀ। ਤੁਹਾਡਾ ਗਿਆਨ ਤੁਹਾਡੇ ਅੰਦਰ ਆਪਣੇ ਆਪ ਹੀ ਪ੍ਰਗਟ ਹੋ ਜਾਏਗਾ। ਤੁਹਾਨੂੰ ਪਤਾ ਲੱਗ ਜਾਏਗਾ ਕਿਹੜਾ ਸਹੀ ਤੇ ਕਿਹੜਾ ਗਲਤ ਹੈ, ਮੈਂ ਕੀ ਕਰਨਾ ਹੈ। ਪਰ ਜਿੰਨੇ ਆਤਮਾ ਦੇ ਦਰਸ਼ਨ ਨਹੀਂ ਨਾ ਕੀਤੇ, ਉਹਨੂੰ ਉਹ ਲੋਕਾਂ ਕੋਲ ਸੁਣ ਕੇ ਤੇ ਕਰੂਗਾ, ਪਰ ਉਹਦਾ ਫਾਇਦਾ ਕੋਈ ਨਹੀਂ ਹੈ। ਤੋਤਾ ਗਿਆਨ ਹੈ, ਆਪਣਾ ਗਿਆਨ ਨਹੀਂ ਹੈ। ਆਪਣਾ ਗਿਆਨ ਤੇ ਉਦੋਂ ਹੀ ਤੁਹਾਡੇ ਅੰਦਰ ਪ੍ਰਗਟ ਹੋਣਾ ਹੈ ਜਦੋਂ ਤੁਹਾਡੀ ਸੁਰਤੀ ਆਤਮਾ ਦੇ ਵਿੱਚ ਜਾ ਕੇ ਇਸ਼ਨਾਨ ਕਰੇਗੀ। ਔਰ ਤੁਸੀਂ ਇਸ਼ਨਾਨ ਪਤਾ ਕਿੱਥੇ ਕਰਨਾ? ਸੱਚ ਦੇ ਵਿੱਚ ਇਸ਼ਨਾਨ ਕਰਨਾ ਜੇ। ਬਾਹਰੀ ਇਸ਼ਨਾਨ ਜਿਹੜਾ ਕਰਨਾ ਉਹ ਵੀ ਜ਼ਰੂਰੀ ਆ, ਨਹਾ ਲਓ, ਕੋਈ ਪ੍ਰੋਬਲਮ ਨਹੀਂ ਆ, ਪਰ ਉਹ ਇੱਕ ਅਲੱਗ, ਉਹਦਾ ਮਕਸਦ ਅਲੱਗ ਹੈ। ਤੇ ਬਾਹਰ ਜਿਹੜਾ ਉਹ ਕਰਦੇ ਆ, ਉਹੀ ਚੀਜ਼ ਆਪਾਂ ਆਪਣੇ ਅੰਦਰ ਕਰਨੀ। ਠੀਕ ਹੈ ਜੀ ਸਾਹਿਬ, ਅੱਜ ਦੇ ਵਿਚਾਰ। ਹਾਂਜੀ, ਬਹੁਤ ਵਧੀਆ ਗੋਲਕੀ ਸਾਹਿਬ, ਬਹੁਤ ਵਧੀਆ। ਨਾਲੇ ਨਾ ਇੱਕ ਗੋਲਕੀ ਸਾਹਿਬ ਬਹੁਤ ਮਾਲਕ ਨੂੰ ਸ਼ੁਕਰ ਕਰਨਾ ਹੈ ਕਿ ਉਹ ਜਿਹੜੇ ਹਰਵਿੰਦਰ ਜੀ ਹੈ ਕੈਲੀਫੋਰਨੀਆ ਵਾਲੇ, ਉਹਨਾਂ ਦੀ ਬੇਟੀ ਜਿਹੜੀ ਹੈਗੀ ਉਹ ਕਾਫੀ ਠੀਕ ਹੋ ਗਈ ਹੈ ਜੀ। ਕਿਡਨੀਆਂ ਵੀ ਠੀਕ ਹੋ ਗਈਆਂ, ਸਾਰਾ ਉਹਦਾ ਲੀਵਰ ਵੀ ਠੀਕ ਹੋ ਗਿਆ। ਬਹੁਤ ਉਹ ਧੰਨਵਾਦ ਕਰ, ਸੰਗਤ ਦਾ ਧੰਨਵਾਦ ਕਰਨਾ ਚਾਹੁੰਦੇ। ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਪਰਮਾਤਮਾ ਉਹਨਾਂ ਨੂੰ ਸਮਤ ਬਖਸ਼ੇ। ਉਹਨਾਂ ਨੂੰ ਕਹੋ ਕਿ ਉਹ ਬੰਦਗੀ ਜ਼ਰੂਰ ਕਰਿਆ ਕਰ। ਬਿਲਕੁਲ। ਮੈਂ ਸਵੇਰੇ ਮੇਰੇ ਨਾਲ ਗੱਲ ਹੋਈ ਸੀ, ਮੈਂ ਕਿਹਾ ਵੀ ਉਹ ਬੇਟੀ ਜਿਹੜੀ ਹੈਗੀ ਉਹਨਾਂ ਨੂੰ ਕਹਿਣਾ ਵੀ ਇਹ ਜਿਹੜਾ ਹੈਗਾ ਬੰਦਗੀ ਵਾਸਤੇ ਜਿਹੜਾ ਹੈਗਾ ਹੁਣ ਸਮਾਂ ਜਿਹੜਾ ਹੈਗਾ ਮਾਲਕ ਨੇ ਬਖਸ਼ਿਆ। ਹਾਂਜੀ ਵਿੱਚ। ਠੀਕ ਹੈ ਜੀ, ਠੀਕ ਹੈ। ਲਓ ਜੀ ਸੰਗਤ ਜੀ, ਆਪਾਂ ਫਿਰ ਵਿਚਾਰ ਆਪਾਂ ਇੱਥੇ ਸਮਾਪਤ ਕਰਦੇ ਹਾਂ। ਸਮਾਂ ਜਿਹੜਾ ਨਾ ਬੜਾ ਕੀਮਤੀ ਆ, ਪਲੀਜ਼ ਇਹਨੂੰ ਸਾਂਭੋ ਜ਼ਰੂਰ। ਸਾਰੇ ਕੰਮ ਆਪਾਂ ਕਰਦੇ ਹਾਂ, ਪਰ ਆਪਾਂ ਬੰਦਗੀ ਦੇ ਟਾਈਮ 'ਚ ਨਾ ਪਵਿੱਤਰ ਪੂਰੇ ਹੋ ਜਾਂਦੇ ਹਾਂ। ਇਹ ਸੰਸਾਰ ਜਿਹੜਾ ਹੈ ਨਾ, ਇਹ ਇਸੇ ਤਰ੍ਹਾਂ ਬੰਦੇ ਨੂੰ ਖਿੱਚਦਾ ਹੈ। ਆਪ ਬਹੁਤ ਜ਼ੋਰ ਲਗਾਓਗੇ ਤਾਂ ਇਹਨਾਂ ਬੰਧਨਾਂ ਤੋਂ ਆਪ ਅੱਗੇ ਲੰਘ ਸਕਦੇ ਜੋ, ਅਦਰਵਾਈਜ਼ ਬਹੁਤ ਮੁਸ਼ਕਿਲ ਹੈ। ਆਸਾਨ ਨਹੀਂ ਹੈਗਾ, ਮੈਂ ਕਹਿੰਦਾ ਬਹੁਤ ਆਸਾਨ। ਕਿਸੇ ਵੀ ਬਾਣੀ ਦੀ ਤੁਕ ਪੜ੍ਹ ਕੇ ਵੇਖ ਲਓ, ਉਹਨਾਂ ਨੇ ਕਿਹਾ ਵਾ ਕਿ ਔਖਾ ਵਾ ਕੰਮ, ਬਹੁਤ ਔਖਾ, ਕਿਉਂਕਿ ਬਹੁਤ ਜਨਮ ਤੋਂ ਬੈਠੇ ਆ। ਇਸ ਲਈ ਬਾਣੀ 'ਚ ਵੀ ਕਹਿੰਦੇ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਿ ਬਹੁਤ ਜਨਮਾਂ ਤੋਂ ਮੈਂ ਵਿਛੜਿਆ ਸੀ, ਤੇ ਹੁਣ ਇੰਨਾ ਸ਼ੁੱਧ ਗਿਆਨ ਇਹ ਤੁਹਾਡੇ ਸਾਹਮਣੇ ਪ੍ਰਗਟ ਹੋ ਰਿਹਾ ਹੈ। ਜੇਕਰ ਤੁਸੀਂ ਇਹਨੂੰ ਸਰਵਣ ਕਰ ਰਹੇ ਜੋ, ਇਹਦਾ ਫਾਇਦਾ ਜ਼ਰੂਰ ਉਠਾਏ। ਇਹ ਨਾ ਹੋਵੇ ਕਿਤੇ ਇੰਨਾ ਸ਼ੁੱਧ ਗਿਆਨ ਸੁਣ ਕੇ ਵੀ ਉਹ ਪੱਥਰ ਵਾਂਗੂ ਨਦੀ 'ਚ ਜਿੱਦਾਂ ਰਹਿੰਦਾ ਉਦਾਂ ਹੀ ਆਪਣਾ ਜੀਵਨ ਬਤੀਤ ਕਰ ਲਿਓ। ਕੋਸ਼ਿਸ਼ ਕਰੋ, ਸ਼ੁਰੂਆਤ ਕਰੋ, ਭਾਵੇਂ ਥੋੜੀ ਜਿਹੀ ਕਰੋ। ਠੀਕ ਹੈ ਜੀ ਸਾਹਿਬ, ਬਹੁਤ ਵਧੀਆ ਗੋਲਕੀ ਸਾਹਿਬ, ਬਹੁਤ ਵਧੀਆ ਜੀ।